ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ हे प्राणनाथ गोबिंद है कृपा निधान जगद गुरु हे संसार ताप हरण है करना में सब दुख हरो हे शरण जोग दयाल है दीनानाथ मया करो शरीर स्वस्थ खीण समय सिमरंत नानक राम दामोदर माधव है कहा बुद्ध प्रभ तुच्छ हमारी बरन सकै महिमा जो तिहारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी सतनाम श्री वाहेगुरु साहिब जी। सलोक दीनहार प्रभ छोड़ कर लागहे आन सुआए नानक कहो ना सिजई बिन नावै पत जाए दीनहार प्रभ छोड़ कर। वाहिगुरु जी का खालसा वाहिगुरु जी की फतेह। पतित पावन भगत वत्सल अंतरजामी करुणा निधान गुरु गरीब नवाज कलयुग के तारणहारे शब्द गुरु साहिब सतगुरु धन धन श्री गुरु ग्रंथ साहिब महाराज सच्चे पातशाह जी दी पावन पवित्र हजूरी अंदर सुभाईमान गुरु खालसा साध संगत जीओ। सतगुरु जी की महान बख्शिश का सदका ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ।
ਆਓ ਸਾਧ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਬਣਾਉਣ ਲਈ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸ੍ਰੀ ਸੁਖਮਨੀ ਸਾਹਿਬ ਜੀ ਪਾਵਨ ਬਾਣੀ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। 4 ਅਸ਼ਟਪਦੀਆਂ ਦੀ ਵਿਚਾਰ ਪਿਛਲੇ ਦੀਵਾਨਾਂ ਵਿੱਚ ਹੋ ਚੁੱਕੀ ਸੀ। 5ਵੀਂ ਅਸ਼ਟਪਦੀ ਅੰਦਰ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਆ। ਪਿਆਰ ਨਾਲ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਦੇਨਹਾਰ ਪ੍ਰਭ ਛੋੜ ਕੇ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ, ਇਹ ਪ੍ਰਾਣਧਾਰੀ ਜੀਵ ਜਿਸ ਪ੍ਰਮਾਤਮਾ ਨੇ ਸਭ ਦਾਤਾਂ ਬਖਸ਼ਿਸ਼ ਕੀਤੀਆਂ ਨੇ, ਜਗਤ ਅੰਦਰ ਜਿੰਨੀਆਂ ਦਾਤਾਂ ਪ੍ਰਮਾਤਮਾ ਨੇ ਤੇਰੀ ਝੋਲੀ ਵਿੱਚ ਪਾਈਆਂ ਨੇ, ਕਹਿਣੇ ਕਥਨੇ ਤੋਂ ਬਾਹਰ ਹਨ। ਜਨਮ ਹੋਣ ਤੋਂ ਪਹਿਲਾਂ ਪ੍ਰਮਾਤਮਾ ਤੇਰੇ ਤੇ ਕਿੰਨੇ ਉਪਕਾਰ ਕਰਦਾ ਰਿਹਾ। ਫਿਰ ਸੰਸਾਰ ਅੰਦਰ ਜਨਮ ਹੋਇਆ, ਮਾਤਾ ਪਿਤਾ ਪਰਵਰਿਸ਼ ਕਰਦੇ ਰਹੇ, ਵੱਡਾ ਹੋਇਆ, ਖਾਣ ਪਹਿਨਣ ਵਾਸਤੇ ਕਿੰਨੀਆਂ ਪ੍ਰਮਾਤਮਾ ਨੇ ਦਾਤਾਂ ਬਖਸ਼ੀਆਂ, ਕਿੰਨੇ ਸੁੱਖ ਸਹੂਲਤਾਂ ਦਿੱਤੇ ਐ। ਉਸ ਦੇਵਨਹਾਰ ਪ੍ਰਮਾਤਮਾ ਨੂੰ ਇਹ ਜੀਵ ਤੂੰ ਵਿਸਾਰ ਦਿੱਤਾ ਹੈ। ਕਿਉਂ ਨਹੀਂ ਉਸ ਪ੍ਰਮਾਤਮਾ ਦਾ ਚਿੰਤਨ ਕਰਦਾ? ਕਿਉਂ ਨਹੀਂ ਉਸ ਵਾਹਿਗੁਰੂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਾ? ਸੋ ਕਿਉਂ ਵਿਸਰਿਆ ਜਿਨੇ ਸਭ ਕੁਛ ਦੀਆ। ਉਸ ਵਾਹਿਗੁਰੂ ਨੂੰ ਕਿਉਂ ਵਿਸਾਰ ਦਿੱਤਾ ਜਿਸ ਪ੍ਰਮਾਤਮਾ ਨੇ ਸਭ ਕੁਝ ਬਖਸ਼ਿਸ਼ ਕੀਤਾ ਹੈ। ਤਨ ਮਨ ਧਨ, ਇਹਨਾਂ ਤਿੰਨਾਂ ਦੇ ਵਿੱਚ ਸਭ ਕੁਝ ਸੰਸਾਰ ਦੇ ਅੰਦਰ ਜੀਵਨ ਦਾ ਆ ਜਾਂਦਾ ਹੈ। ਮਹਾਰਾਜ ਹਜੂਰ ਬਖਸ਼ਿਸ਼ ਕਰ ਰਹੇ ਹੈ, ਦੇਨਹਾਰ ਪ੍ਰਭ ਛੋੜ ਕੇ। ਇਹ ਪ੍ਰਾਣਾ ਧਾਰੇ ਜੀਵ ਉਸ ਦੇਵਨਹਾਰੇ ਸਭ ਜੀਵਾਂ ਨੂੰ ਦਾਤਾਂ ਪ੍ਰਦਾਨ ਕਰਨ ਵਾਲੇ ਪਰਮੇਸ਼ਰ ਨੂੰ ਛੱਡ ਕਰਕੇ ਲਾਗਹਿ ਆਨ ਸੁਆਏ। ਹੋਰ ਸੰਸਾਰ ਦੇ ਪ੍ਰਯੋਜਨਾਂ ਵਿੱਚ ਤੂੰ ਲੱਗਾ ਹੋਇਆ, ਸਵਾਏ ਹੋਰ ਹੀ ਸਵਾਰਥਾਂ ਦੇ ਵਿੱਚ ਲੱਗਾ ਹੋਇਆ। ਕੇਵਲ ਆਪਣੇ ਸਵਾਰਥ ਦੇ ਲਈ ਹੀ ਪ੍ਰਮਾਤਮਾ ਦਾ ਚਿੰਤਨ ਕਰਦਾ ਹੈ। ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ, ਦੇਵਨਹਾਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਕਦੇ ਸ਼ੁਕਰਾਨਾ ਨਹੀਂ ਕਰਦਾ। ਲਾਗਹਿ ਆਨ ਸੁਆਏ। ਫਿਰ ਜਿਸ ਪ੍ਰਮਾਤਮਾ ਨੇ ਦਾਤਾਂ ਬਖਸ਼ੀਆਂ ਨੇ, ਉਸ ਵਾਹਿਗੁਰੂ ਨੂੰ ਯਾਦ ਕਰਨਾ ਛੱਡ ਕੇ ਹੋਰ ਮਹਾਰਾਜ ਕਹਿੰਦੇ ਸੰਸਾਰ ਦੇ ਅੰਦਰ ਕਦੇ ਕਿਸੇ ਦੇਵੀ ਦੇਵਤਿਆਂ ਦੇ ਮਗਰ ਲੱਗਾ ਫਿਰਦਾ, ਮੜੀਆਂ ਮੱਟਾਂ ਦੀ ਪੂਜਾ ਵਿੱਚ ਲੱਗਾ ਰਹਿੰਦਾ, ਇਤਿਆਦਿਕ ਹੋਰ ਦਰ ਦਰ ਤੇ ਭਟਕਦਾ ਰਹਿੰਦਾ, ਪਰ ਦੇਵਨਹਾਰ ਪ੍ਰਮਾਤਮਾ ਨੂੰ ਕਦੇ ਵੀ ਚੇਤੇ ਨਹੀਂ ਕਰਦਾ। ਹੇ ਜੀਵ, ਤੂੰ ਅਕਿਰਤ ਕਣ ਬਣਿਆ ਹੋਇਆ, ਰੱਬ ਦਾ ਕਦੇ ਸ਼ੁਕਰਾਨਾ ਨਹੀਂ ਕਰਦਾ। ਉਸ ਦੇਵਨਹਾਰ ਪ੍ਰਮਾਤਮਾ ਦੀ ਕਦੇ ਵੀ ਸਿਫਤਾਂ ਨਹੀਂ ਗਾਉਂਦਾ, ਕਦੇ ਵੀ ਪ੍ਰਮਾਤਮਾ ਦੇ ਕੀਤੇ ਹੋਏ ਉਪਕਾਰਾਂ ਨੂੰ ਚੇਤੇ ਨਹੀਂ ਕਰਦਾ। ਇਸ ਲਈ ਮਹਾਰਾਜ ਕਹਿੰਦੇ, ਐਸਾ ਇਹ ਜੀਵ ਅਕਿਰਤ ਕਣ ਬਣਿਆ ਹੋਇਆ, ਹੋਰ ਹੀ ਸੰਸਾਰ ਦੇ ਪ੍ਰਯੋਜਨਾਂ ਵਿੱਚ ਲੱਗਾ ਹੋਇਆ, ਹੋਰ ਸੰਸਾਰ ਦੇ ਮਾਇਆ ਦੇ ਧੰਦਿਆਂ ਵਿੱਚ ਖਚਿਤ ਹੋਇਆ ਰਹਿੰਦਾ, ਗਲਤਾਨ ਹੋਇਆ ਰਹਿੰਦਾ, ਹੋਰ ਦੁਨੀਆ ਦੇ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਪੂਰੇ ਕਰਨ ਦੇ ਵਿੱਚ ਹੀ ਲੱਗਾ ਹੋਇਆ, ਜੋ ਅੱਜ ਤੱਕ ਇਹਦੇ ਵੱਡੇ ਵਡੇਰੇ ਵੀ ਪੂਰੇ ਨਹੀਂ ਸਨ ਕਰ ਸਕੇ। ਮਹਾਰਾਜ ਜੀ ਦਾ ਬਚਨ ਆਉਂਦਾ ਨਾ, ਕਿਨਹੀ ਨਾ ਕੀਏ ਕਾਜ ਮਾਇਆ ਪੂਰੇ। ਇਹੋ ਦਾਵਾ ਕਰਕੇ ਬੈਠਾ ਕਿ ਮੇਰੇ ਇਹ ਵੀ ਕੰਮ ਕਰਨ ਵਾਲੇ ਆ, ਹੋਰ ਵੀ ਕੰਮ ਕਰਨ ਵਾਲੇ ਆ, ਮੇਰੇ ਕੋਲ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਕੰਮ ਧੰਦੇ ਆ, ਮੈਂ ਰੱਬ ਨੂੰ ਕਿਵੇਂ ਯਾਦ ਕਰ ਸਕਦਾ।
ਮੇਰੇ ਕੋਲ ਸਮਾਂ ਨਹੀਂ ਹੈ ਕਿ ਸੰਗਤ ਕਰਿਆ ਕਰਾਂ, ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿੱਚ ਜਾਇਆ ਕਰਾਂ, ਸਤਿਗੁਰੂ ਜੀ ਦੇ ਦਰਸ਼ਨ ਕਰਿਆ ਕਰਾਂ। ਮੈਨੂੰ ਤਾਂ ਕੰਮਾਂ ਧੰਦਿਆਂ ਤੋਂ ਹੀ ਵੇਲ ਨਹੀਂ ਮਿਲਦਾ। ਆਪਣੇ ਮਹਾਰਾਜ ਕਹਿੰਦੇ ਕੰਮ ਮੁਕੰਮਲ ਪੂਰੇ ਕਰਨ ਦੇ ਵਾਸਤੇ ਜ਼ਿੰਦਗੀ ਪਰ ਲੱਗਾ ਰਹਿੰਦਾ, ਸਿਰ ਤੋੜ ਯਤਨ ਕਰਦਾ ਰਹਿੰਦਾ ਹੈ। ਪਰ ਅਸਲ ਦੇ ਵੀ ਸੱਚ ਇਹ ਵੈ, ਜਿਹੜੇ ਕੰਮਾਂ ਨੂੰ ਇਹ ਜੀਵ ਪੂਰੇ ਕਰਨ ਦੇ ਵਿੱਚ ਲੱਗਾ ਹੋਇਆ, ਜ਼ਿੰਦਗੀ ਭਰ ਅੰਤਲੇ ਸਵਾਸਾਂ ਤੱਕ ਯਤਨ ਕਰਦਾ ਰਹਿੰਦਾ, ਇਹ ਵਡੇਰੇ ਵੀ ਇਹਦੇ ਨਹੀਂ ਸਨ ਪੂਰੇ ਕਰ ਸਕੇ। ਕੋਈ ਜੀਵ ਚੜ੍ਹਾਈ ਕਰ ਜਾਂਦਾ ਨਾ, ਮ੍ਰਿਤੂ ਹੋ ਜਾਂਦੀ ਹੈ, ਬਾਅਦ ਵਿੱਚ ਪਰਿਵਾਰ ਵਾਲੇ ਉਹਦੀਆਂ ਆਸਾਂ ਨੂੰ ਚੇਤੇ ਕਰਦੇ ਰਹਿੰਦੇ ਆ ਕਿ ਸਾਡਾ ਇਹ ਪੁੱਤਰ ਸੀ ਜਾਂ ਮਿੱਤਰ ਸੀ, ਬੜਾ ਸਖਾ ਪਿਆਰਾ ਸੀ, ਇਹ ਵੀ ਮਨ ਵਿੱਚ ਆਸ ਲਾਈ ਬੈਠਾ ਸੀ, ਇਹ ਵੀ ਕੰਮ ਕਰਨਾ, ਆਉਣ ਵਾਲੇ ਸਮੇਂ ਵਿੱਚ ਇਦਾਂ ਕਰਿਆ ਕਰਾਂਗੇ। ਬਹੁਤ ਕੋਈ ਸੋਚ ਕਰਕੇ ਲੰਬੀਆਂ ਆਸਾਂ ਲਾ ਕੇ ਬੈਠਾ ਹੋਇਆ ਸੀ, ਪਰ ਉਹ ਆਸਾਂ ਪੂਰੀਆਂ ਤਾਂ ਨਾ ਕਰ ਸਕਿਆ। ਇਸ ਲਈ ਜੀਵ ਤੇਰੇ ਵੱਡੇ ਵਡੇਰੇ, ਤੇਰੇ ਪਿਤਾ ਦਾਦੇ ਪੜਦਾਦੇ, ਇਹ ਮਹਾਰਾਜ ਕਹਿੰਦੇ ਵਡੇਰੇ ਨਹੀਂ ਤੇ ਤੇਰੇ ਦੁਨੀਆ ਦੇ ਕੰਮ ਪੂਰੇ ਕਰ ਸਕੇ, ਤੈਂ ਕਿੱਥੋਂ ਕਰ ਲੈਣੇ ਹੈ। ਇਹ ਜੀਵ ਤੂੰ ਕਿਵੇਂ ਪੂਰੇ ਕੰਮ ਕਰ ਸਕਦਾ, ਇਹ ਨਾਮੁਮਕਿਨ ਹੈ। ਇਸ ਲਈ ਮਹਾਰਾਜ ਕਹਿੰਦੇ ਪੂਰੇ ਪਰਮਾਤਮਾ ਦਾ ਚਿੰਤਨ ਕਰਨਾ ਚਾਹੀਦਾ। ਜੀਵਨ ਦੇ ਅੰਦਰ ਜੇ ਕਿਰਤ ਕਰਦਾ, ਉਹਦੇ ਨਾਲ ਨਾਲ ਪਰਮਾਤਮਾ ਦਾ ਸਿਮਰਨ ਵੀ ਕਰਿਆ ਕਰ। ਪਰਮੇਸ਼ਰ ਨੇ ਜੋ ਕੁਝ ਤੈਨੂੰ ਜੀਵਨ ਦੇ ਅੰਦਰ ਬਖਸ਼ਿਸ਼ ਕੀਤਾ, ਉਹਦਾ ਸ਼ੁਕਰਾਨਾ ਵੀ ਕਰਿਆ ਕਰ। ਪਰ ਹਜੂਰ ਕਹਿੰਦੇ ਇਹ ਅਗਿਆਤ ਹੋਣੇ ਕਰਕੇ ਦੇਵਨਹਾਰੇ ਪਰਮਾਤਮਾ ਨੂੰ ਛੱਡ ਕੇ ਹੋਰ ਹੀ ਸੰਸਾਰ ਦੇ ਪ੍ਰਯੋਜਨ ਸਵਾਰਥਾਂ ਵਿੱਚ ਲੱਗਾ ਹੈ। ਨਾਨਕ ਕਹੂ ਨਾ ਸੀਜਈ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਖ ਰਹੇ ਹੈ, ਇਹ ਪ੍ਰਾਣਾਧਾਰੀ ਜੀਵ ਸੰਸਾਰ ਦੇ ਕਿਸੇ ਵੀ ਕੋਨੇ ਤੇ ਚਲਾ ਜਾ, ਭਾਵੇਂ ਸਿਰ ਤੋੜ ਯਤਨ ਕਰਦਾ ਰਹੋ, ਅਖੀਰਲੇ ਸਵਾਸਾਂ ਤੱਕ ਯਤਨਸ਼ੀਲ ਹੋ ਕਰਕੇ ਰਹੋ ਕਿ ਮੈਂ ਇਹ ਵੀ ਕੰਮ ਕਰਨੇ ਆ, ਹੋਰ ਵੀ ਬੜੇ ਮੇਰੇ ਪ੍ਰਯੋਜਨ ਕਰਨ ਵਾਲੇ ਪਏ ਆ, ਪਰ ਮਹਾਰਾਜ ਕਹਿੰਦੇ ਨਾਨਕ ਕਹੂ ਨਾ ਸੀਜਈ। ਜਿੰਨੇ ਮਰਜ਼ੀ ਕੰਮ ਕਾਰਜ ਕਰ ਕਰਕੇ ਦੁਨੀਆ ਦੇ ਦੇਖ ਲਿਆ, ਜੇ ਪਰਮੇਸ਼ਰ ਦਾ ਭਜਨ ਨਹੀਂ ਕਰਦਾ, ਫਿਰ ਕਿਸੇ ਵੀ ਕੰਮ ਦੇ ਵਿੱਚ ਤੈਨੂੰ ਮੁਕਤੀ ਨਹੀਂ ਪ੍ਰਾਪਤ ਹੋਵੇਗੀ। ਸੀਜਈ ਪਰਮਾਤਮਾ ਦੇ ਦਰ ਤੇ ਪ੍ਰਵਾਨ ਨਹੀਂ ਹੋਵੇਗਾ। ਜਗਤ ਦੇ ਪਏ ਹੋਏ ਬੰਧਨਾਂ ਤੋਂ, ਮੋਹ ਮਮਤਾ ਦੇ ਬੰਧਨਾਂ ਤੋਂ ਆਜ਼ਾਦ ਨਹੀਂ ਹੋ ਸਕੇਗਾ। ਜਿੰਨੇ ਮਰਜ਼ੀ ਕਰਮ ਕਾਂਡਾ ਰੂਪੀ ਹੋਰ ਸਾਧਨਾ ਰੂਪੀ ਪ੍ਰਯੋਜਨ ਕਰ ਕਰਕੇ ਦੇਖ ਲੈਣਾ ਕਰ। ਬਿਨ ਨਾਵੈ ਪਤ ਜਾਏ। ਵਾਹਿਗੁਰੂ ਦੇ ਨਾਮ ਜਪੇ ਤੋਂ ਬਿਨਾ ਤੇਰੀ ਪਤ ਇੱਜ਼ਤ ਵੀ ਚਲੀ ਜਾਵੇਗੀ। ਪਤ ਇੱਜ਼ਤ ਦੇ ਸਹਿਤ ਹੋ ਕੇ ਨਹੀਂ ਪਰਮਾਤਮਾ ਦੇ ਦਰ ਤੇ ਪਹੁੰਚ ਸਕੇਗਾ। ਜਿਵੇਂ ਸਤਿਗੁਰੂ ਜੀ ਦਾ ਫਰਮਾਨ ਆਉਂਦਾ ਹੈ, ਗੁਰਮੁਖ ਜਨਮ ਸਵਾਰ ਦਰਗਹ ਚੱਲਿਆ, ਸੱਚੀ ਦਰਗਹ ਜਾਈ ਸੱਚਾ ਪਿੜ ਮੱਲਿਆ। ਗੁਰਮੁਖ ਪਿਆਰੇ ਜੀਵਨ ਕਾਲ ਦੌਰਾਨ ਜਿਉਂਦੇ ਹੀ ਮਹਾਰਾਜ ਕਹਿੰਦੇ ਉਹ ਆਪਾ ਭਾਵ ਅਭਾਵ ਕਰਕੇ ਲੋਕ ਪਰਲੋਕ ਸੁਹੇਲਾ ਕਰਕੇ ਜਾਂਦੇ ਹੈ। ਜੀਵਨ ਦੇ ਵਿੱਚ ਕੋਈ ਕਲੰਕ ਨਹੀਂ, ਸੱਚੀ ਪਤ ਇੱਜ਼ਤ ਸਹਿਤ ਹੋ ਕੇ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਹੈ, ਕਿਉਂਕਿ ਉਹਨਾਂ ਨੇ ਪਰਮੇਸ਼ਰ ਦਾ ਨਾਮ ਜਪਿਆ। ਪਰ ਮਹਾਰਾਜ ਕਹਿੰਦੇ ਵਿਨ ਨਾਵੈ ਪਤ ਜਾਏ। ਜੋ ਨਾਮ ਨਹੀਂ ਜਪਦੇ ਉਹ ਆਪਣੀ ਪਤ ਇੱਜ਼ਤ ਵੀ ਗਵਾ ਲੈਂਦੇ ਹੈ। ਪਰਮਾਤਮਾ ਦੇ ਦਰ ਤੇ ਕੋਈ ਉਹਨਾਂ ਨੂੰ ਮਾਣ ਨਹੀਂ ਮਿਲਦਾ, ਸਤਿਕਾਰ ਨਹੀਂ ਮਿਲਦਾ, ਕੋਈ ਵਡਿਆਈ ਨਹੀਂ ਪ੍ਰਾਪਤ ਹੁੰਦੀ। ਪਰ ਜੋ ਵਾਹਿਗੁਰੂ ਦੀ ਬੰਦਗੀ ਕਰਦੇ ਹਨ, ਮਹਾਰਾਜ ਜੀ ਨੇ ਤਿੰਨਾਂ ਪ੍ਰਥਾਏ ਵੀ ਬਚਨ ਉਚਾਰਨ ਕੀਤੇ ਆ। ਰੇ ਰੇ ਦਰਗਹ ਕਹੈ ਨ ਕੋ, ਆਓ ਬੈਠ ਆਦਰ ਸੁਭ ਦੇਵ। ਧਰਮ ਰਾਜਾ ਵੀ ਉਹਨਾਂ ਦਾ ਸਤਿਕਾਰ ਕਰਦਾ। ਆਓ ਭਗਤ ਜੀ, ਸੰਤ ਜੀ, ਗੁਰਮੁਖ ਜੀ, ਗੁਰਸਿੱਖ ਜੀ, ਬੰਦਗੀ ਕਰਨ ਵਾਲੇ ਬ੍ਰਹਮ ਬੇਤੇ ਜੀ, ਇਹ ਮਹਾਰਾਜ ਕਹਿੰਦੇ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਪਰ ਨਾਮ ਤੋਂ ਹੀਣੇ ਜੀਵ ਜਿਹੜੇ ਆ ਨਾ, ਉਹਨਾਂ ਦਾ ਕੋਈ ਸਤਿਕਾਰ ਨਹੀਂ ਕੀਤਾ ਜਾਂਦਾ। ਉਹਨਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਕਰਕੇ ਧੱਕੇ ਮਾਰ ਕੇ ਉਹਨਾਂ ਨੂੰ ਨਰਕਾਂ ਵਿੱਚ ਪਾ ਦਿੱਤਾ ਜਾਂਦਾ। ਇਹ ਗਰੀਬ ਨਵਾਜ ਸਤਿਗੁਰੂ ਜੀ ਬਖਸ਼ਿਸ਼ ਕਰਕੇ ਦੱਸ ਰਹੇ ਹੈ। ਇੱਦਾਂ ਦੀ ਮਹਾਰਾਜ ਕਹਿੰਦੇ ਨਾਮ ਤੋਂ ਹੀਣੇ ਜੀਵਾਂ ਦੀ ਜ਼ਿੰਦਗੀ ਹੋ ਜਾਂਦੀ ਹੈ। ਇੱਦਾਂ ਦਾ ਉਹਨਾਂ ਦਾ ਮਹਾਰਾਜ ਕਹਿੰਦੇ ਉਹਨਾਂ ਦੇ ਨਾਲ ਵਰਤਾਰਾ ਕੀਤਾ ਜਾਂਦਾ ਹੈ। ਜੋ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਉਹ ਕਿਤੇ ਵੀ ਜਾ ਕੇ ਮੁਕਤ ਨਹੀਂ ਹੋ ਸਕਦੇ। ਅਸ਼ਟਪਦੀ 10 ਵਸਤੂ ਲੈ ਪਾਛੈ ਪਾਵੈ। ਸਤਿਗੁਰੂ ਜੀ ਦੁਨਿਆਵੀ ਉਦਾਹਰਣ ਦੇ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਮਹਾਰਾਜ ਕਹਿੰਦੇ ਹਨ, ਜਿਵੇਂ ਕੋਈ ਸ਼ਾਹੂਕਾਰ ਸੀ, ਉਹਨੇ ਆਪਣੇ ਨੌਕਰ ਨੂੰ
10 ਵਸਤੂਆਂ ਦੇ ਦਿੱਤੀਆਂ। ਇਉਂ ਕਹਿ ਲਈਏ ਕਿ 10 ਥੈਲੀਆਂ ਪੈਸਿਆਂ ਦੀਆਂ ਭਰ ਕੇ ਦੇ ਦਿੱਤੀਆਂ। 10 ਵਸਤੂ ਲੈ ਪਾਛੈ ਭਾਵੈ, ਤੇ ਨਾਲ ਇਹ ਕਹਿ ਦਿੱਤਾ ਕਿ ਇਹਨਾਂ ਵਿੱਚੋਂ ਜਿਹੜੀ ਇੱਕ ਥੈਲੀ ਹੈ ਨਾ, ਉਹ ਮੇਰੀ ਸਾਂਭ ਕਰਕੇ ਰੱਖ ਲਈ, ਤੇ ਫਿਰ ਬਾਅਦ ਵਿੱਚ ਜਦੋਂ ਮੈਨੂੰ ਲੋੜ ਪਵੇਗੀ ਮੈਂ ਤੇਰੇ ਤੋਂ ਵਾਪਸ ਲੈ ਦੇਵਾਂਗਾ। ਨੌਕਰ ਸੀ, ਸ਼ਾਹੂਕਾਰ ਨੇ ਉਹਦੇ ਤੇ ਤਰਸ ਕੀਤੀ, ਦਇਆਵਾਨ ਹੋ ਕੇ 10 ਥੈਲੀਆਂ ਪੈਸਿਆਂ ਦੀਆਂ ਭਰ ਕੇ ਦੇ ਦਿੱਤੀਆਂ ਕਿ ਮੇਰੀ ਚਾਕਰੀ ਕਰਦਾ ਹੈ, ਮੇਰਾ ਚਾਕਰ ਹੈ, ਦਾਸ ਹੈ, ਨੌਕਰ ਹੈ, ਤੇ ਤੈਨੂੰ 10 ਥੈਲੀਆਂ ਪੈਸਿਆਂ ਦੀਆਂ ਭਰ ਕੇ ਦੇ ਦਿੱਤੀਆਂ, ਇੱਕ ਥੈਲੀ ਮੇਰੀ ਸਾਂਭ ਕਰਕੇ ਰੱਖ ਲਵੇਂ। ਕਹਿੰਦਾ ਜੀ ਠੀਕ ਹੈ, ਪਰ ਕੀ ਹੋਇਆ, ਉਹ 10 ਥੈਲੀਆਂ ਲੈ ਕੇ ਵੀ ਫਿਰ ਮੁੜ ਕੇ ਮੁੱਕਰ ਗਿਆ। ਉਹ ਆਪਣੇ ਪ੍ਰਯੋਜਨ ਦੇ ਵਿੱਚ ਲੱਗਾ ਰਿਹਾ, ਕਾਰਾਂ ਵਿਹਾਰਾਂ ਦੇ ਵਿੱਚ ਖਰਚ ਕਰ ਦਿੱਤੀਆਂ। ਮਹਾਰਾਜ ਕਹਿੰਦੇ 10 ਵਸਤੂ ਲੈ ਪਾਛੈ ਪਾਵੈ, ਨੂੰ ਪਿੱਛੇ ਕਰਕੇ ਸਾਂਭ ਕਰਕੇ ਰੱਖ ਲਿਆ। ਏਕ ਬਾਸਤ ਕਾਰਨ ਬਿਖੋਟ ਗਵਾਵੈ। ਇੱਕ ਕਹਿੰਦੇ ਥੈਲੀ ਦੇਣ ਦੇ ਕਰਕੇ ਬੇਖੋਟ, ਵਿਸ਼ੇਸ਼ ਕਰਕੇ ਖੋਟ ਤਾਂ ਕਮਾ ਲਈ, ਖੋਟਾ ਕੰਮ ਕਰ ਲਿਆ, ਝੂਠ ਬੋਲ ਦਿੱਤਾ ਕਿ ਮੈਨੂੰ ਕਦੋਂ ਤੋਂ ਥੈਲੀਆਂ ਦਿੱਤੀਆਂ ਸੀ, ਆਪਣੇ ਮਾਲਕ ਤੋਂ ਹੀ ਮੁੱਕਰ ਗਿਆ। ਪਹਿਲਾਂ ਤਾਂ ਨਿਮਰਤਾਵਾਨ ਹੋ ਕੇ ਸੇਵਾ ਕਰਦਾ ਸੀ, ਪਰ ਜਦੋਂ ਥੈਲੀਆਂ ਪੈਸਿਆਂ ਦੀਆਂ ਮਿਲ ਗਈਆਂ ਫਿਰ ਮੁੱਕਰ ਗਿਆ ਸਾਫ਼। ਕਹਿੰਦਾ ਮੈਨੂੰ ਕਿਹੜੇ ਵੇਲੇ ਥੈਲੀਆਂ ਦਿੱਤੀਆਂ ਸੀਗੀਆਂ। ਇਹ ਮਹਾਰਾਜ ਕਹਿੰਦੇ ਏਕ ਬਸਤ ਕਾਰਨ ਬਿਖੋਟ ਗਵਾਵੈ, ਇੱਕ ਥੈਲੀ ਪੈਸਿਆਂ ਦੇ ਕਰਕੇ ਤੇ ਵਿਸ਼ੇਸ਼ ਕਰਕੇ ਜੀਵ ਨੇ ਖੋਟ ਕਮਾਵਣਾ ਕੀਤੀ, ਖੋਟਾ ਕਰਮ ਕੀਤਾ, ਝੂਠ ਬੋਲ ਦਿੱਤਾ ਹੈ। ਮਹਾਰਾਜ ਫਰਮਾਉਂਦੇ ਹਨ, ਏਕ ਪੀ ਨਾ ਦੇ 10 ਪੀ ਹਿਰਲੇ। ਪਰ ਕਹਿੰਦੇ ਜੇਕਰ ਉਹ ਮਾਲਕ ਇੱਕ ਵੀ ਥੈਲੀ ਨਾ ਦਿੰਦਾ ਤੇ ਜਿਹੜੀਆਂ ਦਿੱਤੀਆਂ ਹੋਈਆਂ 10 ਥੈਲੀਆਂ ਨੇ ਉਹ ਵੀ ਖੋ ਲੈਣਾ ਕਰੇ। ਤਾ ਮੂੜਾ ਕਹ ਕਹਾ ਕਰੇ। ਤੇ ਫਿਰ ਇਹ ਬੇਸਮਝ ਜੀਵ ਭਲਾ ਕੀ ਕਰ ਸਕਦਾ, ਕਿੱਥੇ ਜਾ ਕੇ ਕੀ ਚਾਰਾ ਚੱਲੂਗਾ। ਮਾਲਕ ਦੇ ਪੈਸੇ ਸੀ, ਉਹਨੇ ਥੈਲੀਆਂ ਦਿੱਤੀਆਂ ਸੀ, ਤੇ ਜੇ ਉਹਨਾਂ ਤੋਂ ਵੀ ਮੁੱਕਰ ਜਾਵੇ, ਕਹਿੰਦੇ ਤੇ 10 ਦੀਆਂ 10 ਹੀ ਵਾਪਸ ਲੈ ਲਵੇ, ਤਾਂ ਕੋਈ ਜ਼ੋਰ ਥੋੜਾ ਹੈ, ਇਹਦਾ ਕੋਈ ਚਾਰਾ ਨਹੀਂ ਚੱਲ ਸਕਦਾ। ਇਸ ਪ੍ਰਕਾਰ ਇਹ ਮਹਾਰਾਜ ਜੀ ਨੇ ਬਾਹਰੀ ਦੁਨਿਆਵੀ ਉਦਾਹਰਣ ਦਿੱਤੀ ਹੈ। ਹੁਣ ਹਜੂਰ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਅੰਤਰੀਵ ਭਾਵ ਵਿੱਚ ਫਰਮਾਉਂਦੇ ਆ। ਫਿਰ ਮਹਾਰਾਜ ਕਹਿੰਦੇ ਪ੍ਰਮ ਤੋਂ ਪੜੋ ਜੀ। 10 ਵਸਤੂ ਲੈ ਪਾਛੈ ਪਾਵੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਪ੍ਰਮਾਤਮਾ ਨੇ ਇਹ ਜੀਵ ਨੂੰ 10 ਇੰਦਰੇ ਦਿੱਤੇ ਐ, 5 ਕਰਮ ਇੰਦਰੇ, 5 ਗਿਆਨ ਇੰਦਰੇ ਹਨ। 10 ਵਸਤੂ ਲੈ ਪਾਛੈ ਪਾਵੈ, ਇਹ ਪ੍ਰਮਾਤਮਾ ਨੇ 3 ਬਖਸ਼ਿਸ਼ ਕੀਤੇ ਐ। ਫਿਰ ਇੱਕ ਮਨ ਬਖਸ਼ਿਸ਼ ਕੀਤਾ ਹੈ ਕਿ ਇਹ ਜੀਵ, ਇਹ ਜਿਹੜੇ ਇੰਦਰੇ ਹਨ ਇਹ ਤਾਂ ਸਾਡੇ ਨਾਲ ਜੁੜੇ ਕਰਕੇ ਰਹਿਣ ਕਰਨਗੇ, ਤਾਂ ਇਹ ਬਰਕਰਾਰ ਰਹਿਣਗੇ, ਤਾਂ ਸਫਲੇ ਹੋਣਗੇ ਜੇਕਰ ਮਨ ਸਾਡੇ ਚਰਨਾਂ ਵਿੱਚ ਅਰਪਣ ਕਰਕੇ ਰੱਖੇਗਾ। ਜਦ ਮਨ ਸਾਡੇ ਚਰਨਾਂ ਵਿੱਚ ਅਰਪਣ ਕਰਕੇ ਰੱਖੇਗਾ, ਇਹ ਫਿਰ ਜਿਹੜੇ 10 ਇੰਦਰੇ ਹਨ ਵਿਕਾਰਾਂ ਵਿੱਚ ਨਹੀਂ ਗਲਤਾਨ ਹੋਣਾ ਕਰਨਗੇ। ਮਹਾਰਾਜ ਕਹਿੰਦੇ 10 ਵਸਤੂ ਲੈ ਪਾਛੈ ਭਾਵੈ, ਇਹਨਾਂ 10 ਵਸਤੂਆਂ ਦੇ ਕਰਕੇ ਇਹ ਮਨ ਨੂੰ ਵੀ ਇਹਨੇ ਪਿੱਛੇ ਪਾ ਲਿਆ, ਭਾਵ ਸੰਸਾਰ ਦੇ ਵਿੱਚ ਹੀ ਜੋੜ ਕਰਕੇ ਰੱਖਿਆ ਹੈ। ਸੰਸਾਰ ਦੇ ਅੰਦਰ ਹੀ ਇਹ ਜੀਵ ਨੇ ਗਲਤਾਨ ਕਰਕੇ ਰੱਖਿਆ ਹੈ। ਏਕ ਬਸਤ ਕਾਰਨ ਬਿਖੋਟ ਗਵਾਵੈ। ਇੱਕ ਮਨ ਰੂਪੀ ਵਸਤੂ ਵਾਹਿਗੁਰੂ ਦੇ ਚਰਨਾਂ ਵਿੱਚ ਅਰਪਣ ਕਰਨ ਦੇ ਬਦਲੇ ਵਿਸ਼ੇਸ਼ ਕਰਕੇ ਖੋਟ ਤਾਈ ਕਮਾ ਰਿਹਾ ਹੈ। ਮਨ ਨਹੀਂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰਦਾ, ਇਹ ਨਿਸ਼ਚੈ ਕਰਕੇ ਧਾਰਦਾ ਹੀ ਨਹੀਂ, ਨਿਸ਼ਚੈ ਕਰਕੇ ਜਾਣਦਾ ਹੀ ਨਹੀਂ ਕਿ ਮਨ ਵੀ ਪ੍ਰਮਾਤਮਾ ਨੇ ਦਿੱਤਾ। ਕਹਿੰਦਾ ਜੇ ਨਹੀਂ ਮਨ ਮੇਰਾ ਹੈ, ਤਨ ਵੀ ਮੇਰਾ ਹੈ, ਮਨ ਵੀ ਮੇਰਾ ਹੈ, ਧਨ ਵੀ ਮੇਰਾ ਹੈ, ਇਹ ਮਹਾਰਾਜ ਕਹਿੰਦੇ ਸਭ ਕੁਝ ਮੇਰਾ ਆਪਣਾ ਹੀ ਮੰਨੀ ਬੈਠਾ ਹੈ। ਵਾਸਤਵ ਦੇ ਵਿੱਚ ਹਕੀਕਤ ਇਹ ਹੈ ਕਿ ਸਭ ਕੁਝ ਪ੍ਰਮਾਤਮਾ ਨੇ ਦਿੱਤਾ, ਪਰ ਅਗਿਆਤ ਹੋਣੇ ਕਰਕੇ ਜੀਵ ਸਭ ਕੁਝ ਕਹਿੰਦਾ ਕਿ ਮੇਰਾ ਹੀ ਮੇਰਾ ਹੈ, ਸਭ ਕੁਝ ਮੇਰਾ ਹੈ। ਇਸ ਕਰਕੇ ਮਹਾਰਾਜ ਹਜੂਰ ਉਚਾਰਨ ਕਰ ਰਹੇ ਹੈ, ਇਹ ਜੀਵ ਇੱਕ ਵਸਤੂ ਦੇ ਕਰਕੇ ਮਨ ਰੂਪ ਵਸਤੂ ਵਾਹਿਗੁਰੂ ਦੇ ਚਰਨਾਂ ਵਿੱਚ ਅਰਪਣ ਕਰਨ ਦੇ ਨਾਲ ਭੇਟ ਕਰਨ ਦੇ ਬਦਲੇ ਕਹਿੰਦੇ ਵਿਸ਼ੇਸ਼ ਕਰਕੇ ਖੋਟ ਤਾਈ ਕਮਾ ਰਿਹਾ ਹੈ। ਏਕ ਪੀ ਨਾ ਦੇ 10 ਪੀ ਹਿਰਲੇ। ਮਹਾਰਾਜ ਕਹਿੰਦੇ ਜੇ ਪ੍ਰਮਾਤਮਾ ਇੱਕ ਵੀ ਇਹ ਇੰਦਰੀਆਂ ਨੂੰ ਵਸਤੂ ਨਾ ਦੇਵੇ, ਔਰ ਜੇ 10 ਜਿਹੜੇ ਦਿੱਤੇ ਹੋਏ ਇੰਦਰੇ ਹਨ ਜੀਵ ਤੋਂ ਖੋਹ ਲੈਣਾ ਕਰੇ, ਤੇ ਭਲਾ ਕੀ ਕਰ ਸਕਦਾ ਹੈ। ਏਕ ਭੀ ਨਾ ਦੇ
10 ਭੀ ਹਿਰਲੇ। ਮਹਾਰਾਜ ਕਹਿੰਦੇ ਦਸੇ ਇੰਦਰੇ ਜਾਂ ਇਹਨਾਂ ਇੰਦਰੀਆਂ ਦੇ ਵਿੱਚੋਂ ਕੋਈ ਪ੍ਰਮਾਤਮਾ ਇੰਦਰਾ ਖੋਹ ਲੈਣਾ ਕਰੇ। ਤਉ ਮੂੜਾ ਕਹੋ ਕਹਾ ਕਰੇ। ਫਿਰ ਇਹ ਬੇਸਮਝ ਜੀਵ ਭਲਾ ਰੱਬ ਦੇ ਨਾਲ ਕੀ ਕਰ ਸਕਦਾ ਹੈ? ਪਰਮਾਤਮਾ ਦੇ ਨਾਲ ਕੋਈ ਬਲ ਥੋੜਾ ਚੱਲ ਸਕਦਾ ਹੈ, ਕੋਈ ਜ਼ੋਰ ਥੋੜਾ। ਕਿੱਦਾਂ ਇਹ ਬਲ ਲਾ ਕੇ ਪਰਮਾਤਮਾ ਤੋਂ ਖੋਹ ਲਵੇਗਾ? ਨਾਮੁਮਕਿਨ ਹੈ, ਕਿਉਂਕਿ ਪਰਮਾਤਮਾ ਦੇ ਨਾਲ ਕੋਈ ਵੀ ਚਾਰਾ ਨਹੀਂ ਚੱਲ ਸਕਦਾ। ਜੇ ਪਰਮਾਤਮਾ ਅੱਖਾਂ ਤੋਂ ਅੰਨਾ ਕਰ ਦੇਵੇ ਤਾਂ ਕੀ ਚਾਰਾ ਹੈ? ਕੰਨਾਂ ਤੋਂ ਬੋਲਾ ਕਰ ਦੇਵੇ ਕੀ ਬਲ ਹੈ? ਪੈਰਾਂ ਵਿੱਚ ਚੱਲਣ ਦੀ ਸਮਰੱਥਾ ਨਾ ਰਹਿ ਜਾਵੇ, ਇਹ ਪਿੰਗਲਾ ਬਣ ਜਾਵੇ। ਮਹਾਰਾਜ ਕਹਿੰਦੇ ਹੱਥਾਂ ਤੋਂ ਰੱਬ ਟੁੰਡਾ ਕਰ ਦੇਵੇ ਤੇ ਜੀਵ ਤੇਰਾ ਕੀ ਚਾਰਾ ਹੈ? ਕੋਈ ਬਲ ਥੋੜਾ। ਪਰਮਾਤਮਾ ਦੇ ਨਾਲ, ਰੱਬ ਦੇ ਨਾਲ ਤੇਰਾ ਕੋਈ ਵੀ ਚਾਰਾ ਨਹੀਂ ਚੱਲ ਸਕਦਾ। ਏਕ ਭੀ ਨਾ ਦੇ 10 ਭੀ ਹਿਰਲੇ। ਜੇ ਪਰਮਾਤਮਾ ਤੇਰੇ ਤੋਂ ਇਹ ਬਖਸ਼ੇ ਹੋ ਇੰਦਰੇ ਜੇ ਖੋਹ ਲੈਣਾ ਕਰੇ, ਅੰਨਾ ਕਰ ਦੇਵੇ ਜਾਂ ਤੈਨੂੰ ਜ਼ੁਬਾਨ ਤੋਂ ਗੂੰਗਾ ਕਰ ਦੇਵੇ, ਤੇ ਮਹਾਰਾਜ ਕਹਿੰਦੇ ਤੇਰਾ ਕੀ ਜ਼ੋਰ ਹੈ? ਕੋਈ ਚਾਰਾ ਨਹੀਂ ਚੱਲ ਸਕਦਾ। ਇਸ ਕਰਕੇ ਹਜੂਰ ਕਹਿੰਦੇ ਇਹ ਬੇਸਮਝ ਜੀਵ ਭਲਾ ਕੀ ਕਰ ਸਕਦਾ ਹੈ? ਇਹ ਮਹਾਰਾਜ ਹਜੂਰ ਫਰਮਾਉਂਦੇ ਹੈ। ਫਿਰ ਆਰੰਭ ਤੋਂ ਪੜੋ ਜੀ। 10 ਵਸਤੂ ਲੈ ਪਾਛੈ ਪਾਵੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਫਰਮਾਨ ਕਰ ਰਹੇ ਹੈ। ਕਹਿੰਦੇ ਹਨ ਜਿਵੇਂ ਸਤਿਗੁਰੂ ਜੀ ਦਾ ਹੁਕਮ ਹੈ ਨਾ, ਇਹ ਜੀਵ ਜਿਵੇਂ ਧਰਮ ਦੀ ਕਿਰਤ ਕਰਦਾ ਹੈ, ਦਸਵੰਧ ਕੱਢਦਾ ਹੈ ਗੁਰੂ ਚਰਨਾਂ ਦੇ ਵਿੱਚ, ਮਹਾਰਾਜ ਕਹਿੰਦੇ ਐਵੇਂ ਸਵਾਸਾਂ ਦਾ ਦਸਵੰਧ ਵੀ ਕੱਢਿਆ ਕਰ। ਇਸ ਪ੍ਰਕਾਰ 10 ਵਸਤੂ ਲੈ ਪਾਛੈ ਭਾਵੈ। ਪਰ ਇਹ ਜੀਵ ਨੇ ਧਰਮ ਦੀ ਕਿਰਤ ਕੀਤੀ ਹੈ, ਸੰਸਾਰ ਦੇ ਅੰਦਰ ਕਿਰਤ ਕਰਦਾ। ਦਸਵੰਧ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰੂ ਕੀ ਸੰਗਤ ਵਾਸਤੇ ਨਹੀਂ ਕੱਢਦਾ। ਇਹ ਨਾ ਸਵਾਸਾਂ ਦਾ ਦਸਵੰਧ ਕੱਢਦਾ, ਨਾ ਆਪਣੀ ਕੀਤੀ ਹੋਈ ਕਿਰਤ ਕਮਾਈ ਦਾ ਦਸਵੰਧ ਕੱਢਦਾ। ਪਾਛੈ ਪਾਵੇ ਨੂੰ ਪਿੱਛੇ ਸਾਂਭ ਕਰਕੇ ਰੱਖੀ ਜਾਂਦਾ ਹੈ। ਸਵਾਸ ਜਿਹੜੇ ਆ ਉਹਨਾਂ ਵੀ ਵਿਸ਼ਿਆਂ ਵਿਕਾਰਾਂ ਦੇ ਵਿੱਚ ਹਿਲਾਈ ਜਾਂਦਾ ਹੈ। ਜਿਹੜਾ ਧਨ ਹੈ ਉਹਨੂੰ ਵੀ ਜਾਂ ਤਾਂ ਬੈਂਕਾਂ ਵਿੱਚ ਸਾਂਭ ਕੇ ਰੱਖੀ ਜਾਂਦਾ, ਤੇ ਜਾਂ ਫਿਰ ਅਮਲਾਂ ਦੇ ਵਿੱਚ ਹੀ, ਸੰਸਾਰ ਦੇ ਨਸ਼ਿਆਂ ਵਿੱਚ ਹੀ ਮਹਾਰਾਜ ਕਹਿੰਦੇ ਉਜਾੜੀ ਜਾਂਦਾ ਹੈ। ਏਕ ਬਸਤ ਕਾਰਨ ਬਿਖੋਟ ਗਵਾਵੈ। ਏਕ ਬਸਤ ਕਾਰਨ ਬਿਖੋਟ ਗਵਾਵੈ। ਮਹਾਰਾਜ ਕਹਿੰਦੇ ਇੱਕ 10ਵਾਂ ਹਿੱਸਾ ਕੱਢਣ ਰੂਪੀ ਵਸਤੂ ਮਹਾਰਾਜ ਦੇ ਚਰਨਾਂ ਵਿੱਚ ਅਰਪਣ ਕਰਨ ਦੇ ਬਦਲੇ ਇਹ ਵਿਸ਼ੇਸ਼ ਕਰਕੇ ਖੋਟਤਾ ਹੀ ਕਮਾਉਂਦਾ ਪਿਆ ਹੈ। ਮਨ ਨੂੰ ਹਰ ਸਮੇਂ ਚੁਰਾ ਕੇ ਰੱਖਦਾ ਹੈ, ਜਾਂ ਰੱਬਾ ਨਾ ਹੀ ਨਾਮ ਜਪਣਾ ਪਵੇ। ਜਿਵੇਂ ਮਹਾਰਾਜ ਜੀ ਦਾ ਬਚਨ ਆ ਨਾ ਕਿ 24 ਘੰਟਿਆਂ ਦੇ ਵਿੱਚੋਂ ਘੱਟ ਤੋਂ ਘੱਟ 2.5 ਘੰਟੇ ਸਵਾਸਾਂ ਦਾ ਦਸਵੰਧ ਕੱਢਣਾ ਚਾਹੀਦਾ ਹੈ। ਹਰ ਇੱਕ ਗੁਰਸਿੱਖ ਦੇ ਲਈ ਮਹਾਰਾਜ ਸਾਹਿਬ ਜੀ ਦਾ ਹੁਕਮ ਹੈ ਕਿ ਜਿਵੇਂ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ 10ਵਾਂ ਹਿੱਸਾ ਕੱਢ ਕੇ ਗੁਰੂ ਚਰਨਾਂ ਵਿੱਚ ਅਰਪਣ ਕਰਦਾ ਕਿ ਮਹਾਰਾਜ ਇਹ ਆਪ ਜੀ ਦਾ ਹਿੱਸਾ ਹੈ, ਆਪ ਜੀ ਦਾ ਹੁਕਮ ਹੈ, ਮੇਰਾ ਫਰਜ਼ ਬਣਦਾ ਆਪ ਜੀ ਦਾ ਹੁਕਮ ਮੰਨਣ ਦਾ। ਇਉਂ ਹੀ ਸਵਾਸਾਂ ਦਾ ਦਸਵੰਧ ਕੱਢਣਾ ਘੱਟ ਤੋਂ ਘੱਟ 2.5 ਘੰਟੇ ਮਹਾਰਾਜ ਕਹਿੰਦੇ 24 ਘੰਟਿਆਂ ਦੇ ਵਿੱਚ ਜ਼ਰੂਰ ਕੱਢਣਾ ਚਾਹੀਦਾ ਹੈ। ਜਿਵੇਂ ਮਹਾਰਾਜ ਜੀ ਨੇ ਬਚਨ ਕੀਤਾ ਨਾ ਕਿ ਬਹੁਤਾ ਨਹੀਂ ਤਾਂ 1.25 ਘੰਟਾ ਸਵੇਰੇ, 1.25 ਘੰਟਾ ਸ਼ਾਮ ਨੂੰ ਸਿਮਰਨ ਕਰਨਾ ਚਾਹੀਦਾ। ਜੇ ਗੁਰਬਾਣੀ ਪੜ੍ਹਨੀ ਆਉਂਦੀ ਹੋਵੇ ਤੇ 5 ਬਾਣੀਆਂ ਦਾ ਜਾਪ ਅੰਮ੍ਰਿਤ ਵੇਲੇ ਉੱਠ ਕੇ ਕਰੇ, ਫਿਰ 2 ਬਾਣੀਆਂ ਰਹਿਰਾਸ ਸਾਹਿਬ ਸ਼ਾਮ ਦੇ ਸਮੇਂ, ਕੀਰਤਨ 16 ਬਿਰਾਜਣ ਦੇ ਸਮੇਂ ਕਰੇ। ਇਹ ਸਤਿਗੁਰੂ ਜੀ ਦਾ ਹੁਕਮ ਹੈ ਸਿੱਖ ਦੇ ਵਾਸਤੇ ਕਿ ਘੱਟ ਤੋਂ ਘੱਟ ਜੇ ਗੁਰਬਾਣੀ ਨਹੀਂ ਪੜ੍ਹਨੀ ਆਉਂਦੀ ਤੇ ਮੂਲ ਮੰਤਰ ਜਾਂ ਗੁਰ ਮੰਤਰ ਦਾ 1.25 ਘੰਟਾ ਸਵੇਰੇ, 1.25 ਘੰਟਾ ਸ਼ਾਮ ਦੇ ਵਕਤ ਜਾਪ ਕਰਿਆ ਕਰੇ। ਨਹੀਂ ਤਾਂ ਮੂਲ ਮੰਤਰ ਵੀ ਨਹੀਂ ਪੜ੍ਹਨਾ ਆਉਂਦਾ, ਇੰਨਾ ਹੀ ਚਿੱਟਾ ਅਨਪੜ੍ਹ ਹੈ ਤੇ ਮੁਖ ਤੋਂ ਵਾਹਿਗੁਰੂ 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 ਸ਼ਬਦ ਤੇ ਉਚਾਰਨ ਹੀ ਕਰ ਸਕਦਾ ਹੈ। ਇਹਦੇ ਤੋਂ ਕਿਵੇਂ ਕੋਈ ਮੁਨਕਰ ਹੋ ਜਾਵੇਗਾ, ਕਿਵੇਂ ਕੋਈ ਅਵੇਸਲਾ ਹੋ ਜਾਵੇਗਾ? ਇਹ ਸਤਿਗੁਰੂ ਜੀ ਦਾ ਹੁਕਮ ਹੈ। ਪਰ ਮਹਾਰਾਜ ਕਹਿੰਦੇ ਏਕ ਬਸਤ ਕਾਰਨ ਬਿਖੋਟ ਗਵਾਵੇ। ਦਸਵੰਧ ਕੱਢਣ ਰੂਪ ਇਹ ਜਿਹੜੀ ਵਸਤੂ ਹੈ ਨਾ, ਮਹਾਰਾਜ ਦੇ ਚਰਨਾਂ ਵਿੱਚ ਭੇਟ ਕਰਨ ਰੂਪ ਵਸਤੂ, ਇਹਦੇ ਤੋਂ ਭੱਜਦਾ ਹੈ। ਇਹਦੇ ਕਰਕੇ ਵਿਸ਼ੇਸ਼ ਕਰਕੇ ਜੀਵ ਖੋਟ ਕਮਾਉਂਦਾ ਹੈ। ਇਹ ਮਹਾਰਾਜ ਕਹਿੰਦੇ ਦਸਵੰਧ ਵੀ ਗੁਰੂ ਚਰਨਾਂ ਵਿੱਚ ਅਰਪਣ ਨਹੀਂ ਕਰਦਾ, ਨਾ ਪ੍ਰਤੱਖ ਕੀਤੀ ਹੋਈ ਕਿਰਤ ਕਮਾਈ ਦਾ, ਤੇ ਨਾ ਸਵਾਸਾਂ ਦਾ ਦਸਵੰਧ ਕੱਢਦਾ ਹੈ। ਇਉਂ ਖੋਟਾ ਕਰਮ ਕਰ ਰਿਹਾ ਹੈ। ਏਕ ਭੀ ਨਾ ਦੇ 10 ਭੀ ਹਿਰਲੇ। ਇਹ ਜੀਵ ਜੇ ਪ੍ਰਮਾਤਮਾ ਤੈਨੂੰ ਇਹ ਬਲ ਸਮਰੱਥਾ ਹੀ ਨਾ ਦੇਵੇ ਕਿਰਤ ਕਰਨੇ ਦੀ,
ਸਰੀਰ ਤੇਰਾ ਇੰਨਾ ਕਮਜ਼ੋਰ ਹੋ ਜਾਵੇ, ਤੇਰੇ ਪੱਲੇ ਕੁਝ ਸਰੀਰ ਦੇ ਵਿੱਚ ਬਲ ਰਹੇ ਹੀ ਨਾ, ਤੇ ਫਿਰ ਕੀ ਕਰ ਲਵੇਂਗਾ। ਮਹਾਰਾਜ ਕਹਿੰਦੇ ਜਿਹੜਾ 10ਵਾਂ ਹਿੱਸਾ ਵੀ ਸਾਂਭ ਕਰਕੇ ਰੱਖਿਆ, ਉਹ ਵੀ ਜੇ ਪਰਮਾਤਮਾ ਤੇਰੇ ਤੋਂ ਖੋਹ ਲਵੇ ਤੇ ਤੇਰੇ ਪੱਲੇ ਕੀ ਹੈ। ਤੇਰਾ ਕੋਈ ਜ਼ੋਰ ਥੋੜਾ ਰੱਬ ਦੇ ਨਾਲ, ਰੱਬ ਦੇ ਨਾਲ ਕੋਈ ਚਾਰਾ ਥੋੜੀ ਚੱਲ ਸਕਦਾ, ਕੋਈ ਤੇਰਾ ਬਲ ਨਹੀਂ ਚੱਲ ਸਕਦਾ। ਇਹ ਮਹਾਰਾਜ ਹਜੂਰ ਕਹਿੰਦੇ ਜਿੰਨੇ ਸਵਾਸ ਪਰਮਾਤਮਾ ਨੇ ਤੈਨੂੰ ਬਖਸ਼ੇ ਹੈ, ਜੇ ਸਾਰੇ ਸਵਾਸ ਹੀ ਰੱਬ ਤੇਰੇ ਤੋਂ ਖੋਹ ਲਵੇਗਾ, ਤਉ ਮੂੜਾ ਕਹੋ ਕਹਾ ਕਰੇ। ਹੇ ਬੇਸਮਝ ਜੀਵ ਤੂੰ ਫਿਰ ਭਲਾ ਕੀ ਕਰ ਲਵੇਂਗਾ। ਮੂੜੇ ਹੇ ਬੇਸਮਝ ਝੱਲੇ ਜੀਵ ਤੂੰ ਕੁਝ ਨਹੀਂ ਕਰ ਸਕਦਾ। ਤੇਰਾ ਕੋਈ ਚਾਰਾ ਥੋੜਾ ਰੱਬ ਦੇ ਨਾਲ ਕੋਈ ਬਲ ਨਹੀਂ ਚੱਲ ਸਕਦਾ। ਜੇ ਪਰਮਾਤਮਾ ਬਖਸ਼ੇ ਹੋ ਸਵਾਸ ਤੇਰੇ ਤੋਂ ਖੋਹ ਲੈਣਾ ਕਰੇ। ਜਿਸ ਠਾਕੁਰ ਸਿਓ ਨਾਹੀ ਚਾਰਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਇਹ ਜੀਵ ਜਿਸ ਪ੍ਰਮਾਤਮਾ ਦੇ ਨਾਲ ਕੋਈ ਚਾਰਾ ਨਹੀਂ ਚੱਲ ਸਕਦਾ। ਬਹੁਤੇ ਯਤਨ ਕਰਨ ਦੇ ਬਾਵਜੂਦ ਵੀ ਜਿਸ ਪ੍ਰਮਾਤਮਾ ਦੇ ਨਾਲ ਸਾਡਾ ਕੋਈ ਬਲ, ਕੋਈ ਜ਼ੋਰ, ਕੋਈ ਵੀ ਚਾਰਾ ਨਹੀਂ ਚੱਲ ਸਕਦਾ। ਤਾ ਕਉ ਕੀਜੈ ਸਦ ਨਮਸਕਾਰਾ। ਉਸ ਪਰਮਾਤਮਾ ਦੇ ਸਨਮੁਖ ਹੋ ਕਰਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬਾਰ-ਬਾਰ ਨਮਸਕਾਰਾਂ ਕਰਿਆ ਕਰ। ਬਾਰ-ਬਾਰ ਮਹਾਰਾਜ ਦੇ ਚਰਨਾਂ ਵਿੱਚ ਡੰਡੌਤ ਕਰਿਆ ਕਰ, ਬੰਦਨਾ ਕਰਿਆ ਕਰ, ਸਤਿਗੁਰੂ ਜੀ ਦੇ ਚਰਨਾਂ ਤੇ ਨਤਮਸਤਕ ਹੋਇਆ ਕਰ। ਬਾਰ ਪ੍ਰਭ ਜਪੀਐ, ਪ੍ਰਭੂ ਨੂੰ ਬਾਰ-ਬਾਰ ਜਪਿਆ ਕਰ। ਪਰਮਾਤਮਾ ਦਾ ਬਾਰ-ਬਾਰ ਚਿੰਤਨ ਕਰਿਆ ਕਰ, ਰੱਬ ਨੂੰ ਚੇਤੇ ਕਰਿਆ ਕਰ, ਕਿਉਂਕਿ ਪਰਮਾਤਮਾ ਦੇ ਨਾਲ ਕੋਈ ਸਾਡਾ ਚਾਰਾ ਹੀ ਨਹੀਂ ਹੈ। ਸਾਰੀ ਸ੍ਰਿਸ਼ਟੀ ਪਰਮਾਤਮਾ ਦੀ ਗੁਲਾਮ ਹੈ, ਵਾਹਿਗੁਰੂ ਦੇ ਅਧੀਨ ਹੈ। ਫਿਰ ਇਹ ਜੀਵ ਤੂੰ ਕਿਵੇਂ ਆਕੀ ਹੋ ਕੇ ਰੱਬ ਦੀ ਹੋਣ ਤੋਂ ਵੱਖਰਾ ਹੋ ਜਾਵੇਂਗਾ, ਪਰਮਾਤਮਾ ਦੇ ਹੁਕਮ ਤੋਂ ਕਿਵੇਂ ਅਵੇਸਲਾ ਹੋ ਜਾਵੇਂਗਾ। ਸਾਰੀ ਸ੍ਰਿਸ਼ਟੀ ਪਰਮਾਤਮਾ ਦੀ ਰਜ਼ਾ ਵਿੱਚ ਚੱਲ ਰਹੀ ਹੈ। ਹੇ ਜੀਵ ਤੂੰ ਵੀ ਮਹਾਰਾਜ ਕਹਿੰਦੇ ਰੱਬ ਦਾ ਭਾਣਾ ਮੰਨਿਆ ਕਰ, ਪਰਮੇਸ਼ਰ ਦੇ ਹੁਕਮ ਦੇ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਿਆ ਕਰ। ਬਾਰ-ਬਾਰ ਰੱਬ ਦੇ ਸਨਮੁਖ ਹੋ ਕਰਕੇ ਬੰਦਨਾ ਨਮਸਕਾਰਾਂ ਕਰਿਆ ਕਰ। ਜਾ ਕੈ ਮਨ ਲਾਗਾ ਪ੍ਰਭ ਮੀਠਾ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਖ ਰਹੇ ਹੈ, ਜਿਸ ਜੀਵ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਮਿੱਠਾ ਲੱਗਾ ਹੈ, ਪਿਆਰਾ ਲੱਗਾ ਹੈ, ਜਿਸ ਨੂੰ ਵਾਹਿਗੁਰੂ ਦਾ ਸਿਮਰਨ ਮਨ ਵਿੱਚ ਪਿਆਰਾ ਲੱਗਦਾ ਹੈ, ਸਰਬ ਸੁਖ ਤਾਹੂ ਮਨ ਬੂਠਾ। ਸਭ ਸੁੱਖਾਂ ਦਾ ਦਾਤਾ ਪਰਮਾਤਮਾ ਉਹਦੇ ਹਿਰਦੇ ਵਿੱਚ ਆ ਕੇ ਵਸ ਗਿਆ ਹੈ। ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਦਾ ਬੜਾ ਪਿਆਰਾ ਬਚਨ ਹੈ ਗੁਰਬਾਣੀ ਅੰਦਰ। ਸਤਿਗੁਰੂ ਜੀ ਫਰਮਾਉਂਦੇ ਹਨ, ਜੋ ਗੁਰੂ ਕੇ ਪਿਆਰ ਵਾਲੇ ਗੁਰਸਿੱਖ ਹੁੰਦੇ ਹੈ ਨਾ, ਤਿਨਾਂ ਨੂੰ ਮਹਾਰਾਜ ਸਾਹਿਬ ਜੀ ਦਾ ਬਚਨ ਬੜਾ ਹੀ ਪਿਆਰਾ ਲੱਗਦਾ ਹੈ। ਕੋਈ ਗੁਰੂ ਕਾ ਪਿਆਰ ਵਾਲਾ ਸਿੱਖ ਜੇ ਮਹਾਰਾਜ ਜੀ ਦਾ ਬਚਨ ਸੁਣਾਵੇ ਤੇ ਉਹਨਾਂ ਦੇ ਮਨ ਨੂੰ ਪਿਆਰਾ ਲੱਗਦਾ, ਮਿੱਠਾ ਲੱਗਦਾ ਹੈ। ਪਿਆਰਾ ਉਸੇ ਨੂੰ ਲੱਗੇਗਾ ਨਾ ਜਿਹਦੇ ਹਿਰਦੇ ਅੰਦਰ ਗੁਰੂ ਬਚਨਾਂ ਪ੍ਰਤੀ, ਗੁਰੂ ਚਰਨਾਂ ਦਾ ਪਿਆਰ ਹੋਵੇਗਾ। ਜਿਹਦੇ ਮਨ ਵਿੱਚ ਦਵੈਸ਼ ਹੈ, ਈਰਖਾ ਹੈ, ਸੰਸਾਰ ਦੇ ਪਦਾਰਥਾਂ ਦਾ ਹੀ ਪਿਆਰ ਬਣਿਆ ਰਹਿੰਦਾ ਹੈ, ਉਸ ਨੂੰ ਮਹਾਰਾਜ ਜੀ ਦਾ ਬਚਨ ਨਹੀਂ ਪਿਆਰਾ ਲੱਗਦਾ। ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ, ਗੁਰਸਿੱਖਾ ਮਨ ਵਧਾਈਆਂ, ਜਿਨ ਮੇਰਾ ਸਤਿਗੁਰ ਡਿਠਾ ਰਾਮ ਰਾਜੇ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੈ ਗੁਰਸਿੱਖਾ ਮਨ ਮਿੱਠਾ। ਕਿਹੜੇ ਗੁਰਸਿੱਖਾਂ ਦੇ ਮਨ ਵਿੱਚ ਮਿੱਠਾ ਲੱਗਦਾ, ਗੁਰੂ ਕਾ ਬਚਨ ਪਿਆਰਾ ਲੱਗਦਾ ਹੈ? ਜਿਨ੍ਹਾਂ ਦੇ ਮਨ ਦੇ ਅੰਦਰ ਪਿਆਰ ਹੈ, ਜਿਨ੍ਹਾਂ ਦੇ ਮਨ ਦੇ ਅੰਦਰ ਭਾਵਨਾ ਹੈ, ਆਸਾ ਹੈ ਰੱਬ ਦੇ ਨਾਲ ਮਿਲਣੇ ਦੀ, ਪਰਮਾਤਮਾ ਦੀ ਪ੍ਰਾਪਤੀ ਕਰਨੇ ਦੀ, ਵਾਹਿਗੁਰੂ ਜੀ ਦੇ ਦੀਦਾਰ ਕਰਨੇ ਦੀ ਮਨ ਦੇ ਵਿੱਚ ਇੱਛਾ ਹੈ। ਮਹਾਰਾਜ ਕਹਿੰਦੇ ਉਹਨਾਂ ਨੂੰ ਸਤਿਗੁਰੂ ਜੀ ਦਾ ਬਚਨ ਪਿਆਰਾ ਲੱਗਦਾ, ਮਿੱਠਾ ਲੱਗਦਾ। ਇਸ ਪ੍ਰਕਾਰ ਹਜੂਰ ਫਰਮਾਨ ਕਰ ਰਹੇ ਹੈ, ਜਾ ਕੇ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ। ਸਭ ਸੁੱਖਾਂ ਦਾ ਦਾਤਾ ਪਰਮਾਤਮਾ ਆਪ ਉਹਨਾਂ ਦੇ ਹਿਰਦੇ ਵਿੱਚ ਆ ਕੇ ਵਸ ਗਿਆ ਹੈ। ਸਰਬ ਸੁਖ ਬਖਸ਼ਿਸ਼ ਕਰਨ ਵਾਲਾ ਪਰਮੇਸ਼ਰ ਦਾ ਨਾਮ ਤਿਨਾਂ ਦੇ ਹਿਰਦੇ ਅੰਦਰ ਵਸ ਗਿਆ। ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਮਿੱਠਾ ਲੱਗਦਾ, ਪਿਆਰਾ ਲੱਗਦਾ ਹੈ। ਜਿਸ ਜਨ ਆਪਣਾ ਹੁਕਮ ਮਨਾਇਆ। ਪਰਮਾਤਮਾ ਨੇ ਜਿਸ ਜੀਵ ਤੇ ਤਰਸ ਕੀਤਾ, ਰਹਿਮਤ ਕੀਤੀ ਹੈ, ਦਇਆਵਾਨ ਹੋ ਗਿਆ। ਪਰਮਾਤਮਾ ਨੇ ਆਪ ਜਿਸ ਆਪਣੇ ਪਿਆਰੇ ਦਾਸ ਤੋਂ ਆਪਣਾ ਹੁਕਮ ਮਨਾਇਆ ਹੈ, ਆਪਣੇ ਭਾਣੇ ਵਿੱਚ ਚੱਲਣ ਦੀ ਦਾਤ ਬਖਸ਼ਿਸ਼ ਕੀਤੀ ਹੈ। ਸੁਖ ਦੁੱਖ ਵਿੱਚ ਸਮਾਨ ਬਿਰਤੀ ਰੱਖ ਕੇ ਰੱਬੀ ਜਾਤ ਵਿੱਚ ਜੁੜਦਾ ਹੈ।
ਮਹਾਰਾਜ ਕਹਿੰਦੇ ਵਾਹਿਗੁਰੂ ਨੇ ਜਿਸ ਤੋਂ ਆਪਣਾ ਆਪ ਹੀ ਹੁਕਮ ਮਨਾਇਆ ਹੈ। ਸਰਬ ਥੋਕ ਨਾਨਕ ਤਿਨ ਪਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸਭ ਦਾਤਾਂ ਉਸਨੇ ਪ੍ਰਾਪਤ ਕਰ ਲਈਆਂ ਹਨ, ਜਾਂ ਸਭ ਦਾਤਾਂ ਦੇਣੇ ਵਾਲਾ ਦਾਤਾ ਪ੍ਰਮਾਤਮਾ ਉਹਨਾਂ ਨੇ ਪਾ ਲਿਆ। ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਕਰ ਲਈ ਹੈ, ਜਿਨ੍ਹਾਂ ਨੂੰ ਪ੍ਰਮਾਤਮਾ ਨੇ ਹੁਕਮ ਮੰਨਣ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ। ਰੱਬੀ ਭਾਣੇ ਵਿੱਚ ਚੱਲਣਾ ਸਾਧ ਸੰਗਤ ਜੀ ਬੜਾ ਕਠਿਨ ਹੈ, ਬਹੁਤ ਔਖਾ ਹੈ। ਦੂਜਿਆਂ ਨੂੰ ਕਹਿ ਦੇਣਾ ਤੇ ਬੜਾ ਸੌਖਾ ਕਿ ਜੀ ਰੱਬ ਦਾ ਭਾਣਾ ਹੋ ਗਿਆ। ਕੋਈ ਪਰਿਵਾਰ ਦਾ ਜੀਵ ਗੁਜ਼ਰ ਜਾਵੇ ਨਾ, ਕਿਸੇ ਦੀ ਮੌਤ ਹੋ ਜਾਵੇ, ਅਸੀਂ ਬੜਾ ਦਿਲਾਸਾ ਦਿੰਦੇ ਹਾਂ ਜੀ ਇਹ ਤਾਂ ਰੱਬੀ ਭਾਣਾ ਹੈ, ਕੋਈ ਗੱਲ ਨਹੀਂ, ਇਹ ਇਸੇ ਤਰ੍ਹਾਂ ਹੀ ਸੰਸਾਰ ਦੀ ਰੀਤੀ ਹੈ। ਪਰ ਉਹ ਘਟਨਾ ਜੇ ਕਿਤੇ ਆਪਣੇ ਪਰਿਵਾਰ ਦੇ ਵਿੱਚ ਹੋ ਜਾਵੇ ਤੇ ਸਾਧ ਸੰਗਤ ਅਸੀਂ ਭੁੱਬਾ ਮਾਰ ਮਾਰ ਕਰਕੇ ਰੋਂਦੇ ਹਾਂ। ਮਹਾਰਾਜ ਕਹਿੰਦੇ ਇਸ ਲਈ ਪ੍ਰਮਾਤਮਾ ਜੇ ਕਿਰਪਾ ਕਰਕੇ ਭਾਣਾ ਮਨਾਵੇ ਤਾਂ ਮੰਨਿਆ ਜਾਂਦਾ, ਆਪਣਾ ਕੋਈ ਜ਼ੋਰ ਨਹੀਂ ਹੈ। ਹਿਰਦੇ ਦੀ ਅਡੋਲਤਾ ਬਖਸ਼ੇ ਤਾਂ ਸੁੱਖ ਦੁੱਖ ਵਿੱਚ ਸਮਾਨ ਬਿਰਤੀ ਰੱਖ ਕੇ ਰੱਬੀ ਦਾਤ ਵਿੱਚ ਜੁੜਦਾ ਹੈ, ਨਹੀਂ ਤਾਂ ਬਾਰ-ਬਾਰ ਭੁੱਬਾ ਮਾਰ ਕਰਕੇ ਰੋਂਦਾ ਰਹਿੰਦਾ ਹੈ। ਪਰਾਏ ਧਨ ਵੱਲ ਦੇਖ ਕੇ, ਪਰਾਈ ਪ੍ਰਭਤਾ ਵੱਲ ਦੇਖ ਕਰਕੇ, ਵਡਿਆਈ ਪਰਾਏ ਮਾਣ ਦੇਖ ਕਰਕੇ ਆਪ ਆਪਣੇ ਘਰ ਦੇ ਵਿੱਚ ਭੁੱਬਾ ਮਾਰ ਕੇ ਰੋਂਦਾ ਰਹਿੰਦਾ, ਬਾਰ-ਬਾਰ ਸੜਦਾ ਰਹਿੰਦਾ ਹੈ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਖ ਰਹੇ ਹੈ, ਤਿੰਨਾਂ ਨੇ ਸਭ ਦਾਤਾਂ ਪ੍ਰਾਪਤ ਕਰ ਲਈਆਂ ਨੇ। ਧਰਮ ਅਰਥ ਕਾਮ ਮੋਕਸ਼ ਉਚਾਰੇ ਪਦਾਰਥਾਂ ਰੂਪੀ ਥੋਕ ਵੀ ਉਹਨਾਂ ਨੇ ਪਾ ਲਏ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੀ ਯਾਦ ਵਸ ਗਈ ਹੈ। ਅਗੰਤ ਸਾਹੂ ਆਪਣੀ ਦੇ ਰਾਸ। ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਇੰਨੀਆਂ ਦਾਤਾਂ ਦੇਣ ਵਾਲਾ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ। ਪਰਮੇਸ਼ਰ ਰੂਪ ਸ਼ਾਹੂਕਾਰ ਹੈ, ਜਿਸ ਪ੍ਰਮਾਤਮਾ ਨੇ ਜੀਵ ਨੂੰ ਜ਼ਿੰਦਗੀ ਦੀ ਇਹ ਪੂੰਜੀ ਬਖਸ਼ਿਸ਼ ਕੀਤੀ ਹੈ। ਫਿਰ ਮਹਾਰਾਜ ਕਹਿੰਦੇ ਕੱਲੀ ਜ਼ਿੰਦਗੀ ਨਹੀਂ, ਇਹ ਮਨੁੱਖਾ ਸਰੀਰ ਨਹੀਂ ਹੈ, ਇਹਦੇ ਵਿੱਚ ਸਵਾਸ ਪਾਏ ਹੈ, ਸਹੀ ਸਲਾਮਤ ਇੰਦਰੀ ਪ੍ਰਮਾਤਮਾ ਨੇ ਦਿੱਤੇ ਹੈ। ਅੱਖਾਂ ਦੇਖਦੀਆਂ ਨੇ, ਜ਼ੁਬਾਨ ਤਾੜ ਤਾੜ ਕਰਦੀ ਗੱਲਾਂ ਕਰਦੀ ਹੈ, ਕੰਨ ਸੁਣਦੇ ਹੈ, ਪੈਰ ਚੱਲਦੇ, ਹੱਥਾਂ ਦੇ ਨਾਲ ਵੀ ਕਾਰਜ ਕਰਦਾ ਹੈ। ਪ੍ਰਮਾਤਮਾ ਨੇ ਕਿੰਨੇ ਉਪਕਾਰ ਕੀਤੇ ਹੈ, ਇਹ ਸਭ ਪ੍ਰਮਾਤਮਾ ਦੀ ਬਖਸ਼ੀ ਹੋਈ ਪੂੰਜੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਅਗੰਤ ਸਾਹੂ ਆਪਣੀ ਦੇ ਰਾਸ। ਮਹਾਰਾਜ ਕਹਿੰਦੇ ਐਸਾ ਉਹ ਸ਼ਾਹੂਕਾਰ ਹੈ ਜਿਸ ਦੇ ਘਰ ਦੇ ਵਿੱਚ ਅਣਗਿਣਤ ਹੀ ਦਾਤਾਂ ਦੇ ਭੰਡਾਰੇ ਭਰੇ ਹਨ, ਅੰਤ ਨਹੀਂ ਪਾਇਆ ਜਾ ਸਕਦਾ। ਉਹ ਆਦਿ ਕਾਲ ਤੋਂ ਜੀਵਾਂ ਨੂੰ ਦਾਤਾਂ ਦੇ ਹੀ ਜਾਂਦਾ ਹੈ, ਦੇ ਹੀ ਜਾਂਦਾ ਹੈ, ਦੇ ਹੀ ਜਾਂਦਾ ਹੈ, ਦੇਂਦਾ ਹੋਇਆ ਥੱਕਦਾ ਨਹੀਂ ਹੈ। ਦਾਤਾਂ ਲੈਣ ਵਾਲੇ ਲੈ ਲੈ ਕਰਕੇ ਥੱਕ ਹਾਰ ਜਾਂਦੇ ਨੇ, ਉਮਰਾਂ ਗੁਜ਼ਰ ਜਾਂਦੀਆਂ ਨੇ, ਸੰਸਾਰ ਤੋਂ ਪੰਜ ਭੌਤਿਕ ਸਰੀਰ ਨੂੰ ਤਿਆਗ ਕੇ ਚਲੇ ਜਾਂਦੇ ਹੈ, ਪਰ ਪ੍ਰਮਾਤਮਾ ਫਿਰ ਵੀ ਦਾਤਾਂ ਦੇਣੇ ਤੋਂ ਗੁਰੇਜ਼ ਨਹੀਂ ਕਰਦਾ। ਇਸ ਕਰਕੇ ਮਹਾਰਾਜ ਕਹਿੰਦੇ ਅਣਗਿਣਤ ਹੀ ਭੰਡਾਰਿਆਂ ਦੇ ਭਰੇ ਵਾਲਾ ਉਹ ਪ੍ਰਮਾਤਮਾ ਰੂਪ ਸ਼ਾਹੂਕਾਰ, ਜਿਸ ਵਾਹਿਗੁਰੂ ਨੇ ਇਹ ਜੀਵ ਦੇ ਨੂੰ ਜ਼ਿੰਦਗੀ ਰੂਪ ਪੂੰਜੀ ਬਖਸ਼ਿਸ਼ ਕੀਤੀ ਹੈ। ਖਾਤ ਪੀਤ ਵਰਤੈ ਆਨੰਦ ਉਲਾਸ। ਉਸ ਪ੍ਰਮਾਤਮਾ ਸ਼ਾਹੂਕਾਰ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਨਾਲ ਹੀ ਜੀਵ 36 ਪ੍ਰਕਾਰ ਦੇ ਭੋਜਨ ਖਾਤ ਖਾਂਦਾ ਹੈ, ਪੀਤ ਪੀਣ ਵਾਲੇ ਪਦਾਰਥਾਂ ਨੂੰ ਪੀਂਦਾ ਹੈ। ਫਿਰ ਖਾਤ ਪੀਤ ਵਰਤੈ ਆਨੰਦ ਉਲਾਸ, ਬੜੇ ਬੜੇ ਖੁਸ਼ੀਆਂ ਕਰਦਾ ਹੈ, ਉਲਾਸ ਬੜੇ ਉਤਸ਼ਾਹਤ ਹੋ ਕਰਕੇ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ। ਖਾਂਦਾ ਪਹਿਨਦਾ, ਤਰ੍ਹਾਂ ਤਰ੍ਹਾਂ ਦੇ ਪਦਾਰਥ ਛਕਦਾ ਹੈ। ਆਪਣੀ ਅਮਾਨ ਕਛ ਬਹੁਰ ਸਾਹੁਲੇ। ਮਹਾਰਾਜ ਕਹਿੰਦੇ ਜੇ ਕਿਤੇ ਪ੍ਰਮਾਤਮਾ ਰੂਪ ਸ਼ਾਹੂਕਾਰ ਆਪਣੀ ਅਮਾਨਤ ਲੈ ਲਵੇ, ਜੋ ਕੁਝ ਵੀ ਜੀਵਨ ਦੇ ਅੰਦਰ ਬਖਸ਼ਿਆ ਹੈ ਪ੍ਰਮਾਤਮਾ ਦਾ ਹੀ ਹੈ। ਧੀਆਂ ਪੁੱਤਰ ਹਨ, ਮਾਤਾ ਪਿਤਾ, ਸਖੀ ਸੰਬੰਧੀ ਹਨ, ਜਿੰਨੇ ਵੀ ਮਿੱਤਰ ਹਨ, ਰਿਸ਼ਤੇਦਾਰ ਹੈ, ਔਰ ਜੋ ਕੁਝ ਵੀ ਖਾਣ ਪਹਿਨਣ ਦੀਆਂ ਦਾਤਾਂ ਨੇ, ਜ਼ਿੰਦਗੀ ਵਿੱਚ ਜੋ ਵੀ ਕੁਝ ਕਾਰੋਬਾਰ ਬਖਸ਼ਿਸ਼ ਕੀਤਾ, ਜਿੰਨੇ ਵੀ ਕੰਮ ਧੰਦੇ ਹੈ, ਸਭ ਕੁਝ ਰੱਬ ਦਾ ਬਖਸ਼ਿਆ ਹੈ। ਆਪਣਾ ਕੁਝ ਵੀ ਮਨੁੱਖ ਦਾ ਨਹੀਂ ਹੈ, ਆਪਣਾ ਤੇ ਸਰੀਰ ਵੀ ਨਹੀਂ ਹੈ, ਜਿਹਦਾ ਮਾਣ ਕਰਦਾ ਰਹਿੰਦਾ, ਜਿਸ ਨੂੰ ਆਪਣਾ ਮੰਨੀ ਬੈਠਾ, ਆਪਣਾ ਸਰੀਰ ਵੀ ਇਹ ਮਨੁੱਖ ਦਾ ਨਹੀਂ ਹੈ। ਮਹਾਰਾਜ ਕਹਿੰਦੇ ਇਸ ਕਰਕੇ ਜੇ ਕਿਤੇ ਕਰਨਹਾਰਾ ਪ੍ਰਮਾਤਮਾ ਆਪਣੀ ਅਮਾਨ ਕਛ ਬਹੁਰ ਸਾਹੁਲੇ, ਪਰਮੇਸ਼ਰ ਰੂਪ ਸ਼ਾਹੂਕਾਰ ਜੇ ਕਿਤੇ ਕੋਈ ਦਾਤ ਜੀਵ ਤੋਂ ਲੈ ਲੈਣਾ ਕਰੇ, ਆਪਣੀ ਅਮਾਨਤ ਲੈ ਲਵੇ, ਕਿਉਂਕਿ ਜਿਹਦੀ ਅਮਾਨਤ ਹੁੰਦੀ ਹੈ ਨਾ, ਮਾਲਕ ਨੌਕਰ ਦੇ ਕੋਲੋਂ ਕੁਝ ਵੀ ਮੰਗ ਸਕਦਾ ਹੈ, ਉਹਦਾ ਹੱਕ ਹੁੰਦਾ ਹੈ। ਨੌਕਰ ਨੂੰ ਵਰਤਣ ਦੇ ਵਾਸਤੇ ਕੋਈ ਦਾਤ ਦਿੱਤੀ ਹੋਵੇ,
ਕੁਝ ਸੁੱਖ ਸਹੂਲਤਾਂ ਵਾਸਤੇ, ਸਹਾਇਤਾ ਵਾਸਤੇ ਕੁਝ ਦਿੱਤੇ ਹੋਣ ਤੇ ਮਾਲਕ ਕਦੋਂ ਵੀ ਮੰਗ ਸਕਦਾ, ਕਿਉਂਕਿ ਉਹਦਾ ਹੱਕ ਹੁੰਦਾ ਹੀ ਹੈ, ਉਹਦੇ ਆਪਣੇ ਹੈ। ਇਹ ਮਹਾਰਾਜ ਕਹਿੰਦੇ ਜੇ ਕਿਤੇ ਕੋਈ ਜੀਵ ਪ੍ਰਮਾਤਮਾ ਨੇ ਮੰਗ ਲਿਆ, ਪਰਿਵਾਰ ਦੇ ਵਿੱਚੋਂ ਕੋਈ ਜੀਵ ਚੜ੍ਹਾਈ ਕਰ ਗਿਆ, ਕਾਰੋਬਾਰ ਮੰਗ ਲਿਆ, ਰੱਬ ਨੂੰ ਚਾਹੀਦਾ ਤੇ ਕੁਝ ਵੀ ਨਹੀਂ ਹੈ, ਪਰ ਪਰਾਰਬਧ ਅਨੁਸਾਰ ਮਹਾਰਾਜ ਉਪਦੇਸ਼ ਬਖਸ਼ਿਸ਼ ਕਰ ਰਹੇ ਤੇ ਸਮਝਾ ਰਹੇ ਹੈ। ਹਜੂਰ ਕਹਿੰਦੇ ਉਹ ਪ੍ਰਮਾਤਮਾ ਜੇ ਕਿਤੇ ਕਾਰੋਬਾਰ ਮੰਗ ਲਵੇ ਜਾਂ ਕੋਈ ਪਰਿਵਾਰ ਦਾ ਜੀਵ ਮੰਗ ਲੈ, ਆਪਣੀ ਕੋਈ ਵੀ ਬਖਸ਼ੀ ਹੋਈ ਜੀਵ ਦੇ ਕੋਲ ਅਮਾਨਤ ਮੰਗ ਲੈਣਾ ਕਰੇ। ਅਗਿਆਨੀ ਮਨ ਰੋਸ ਕਰੇ। ਇਹ ਅਗਿਆਨੀ ਬੇਸਮਝ ਜੀਵ ਮਨ ਦੇ ਵਿੱਚ ਰੋਸ ਕਰਦਾ ਹੈ, ਰੱਬਾ ਮੈਂ ਕੀ ਤੇਰਾ ਵਿਗਾੜਿਆ ਸੀ, ਮੇਰਾ ਪੁੱਤ ਮਾਰ ਦਿੱਤਾ। ਮਹਾਰਾਜ ਮੈਂ ਕੀ ਤੇਰਾ ਵਿਗਾੜਿਆ ਸੀ, ਮੇਰੇ ਕਾਰੋਬਾਰ ਦੇ ਵਿੱਚ ਵਿਘਨ ਪਾ ਦਿੱਤਾ, ਠੱਪ ਕਰ ਦਿੱਤਾ, ਮੇਰਾ ਕੰਮ ਬੜਾ ਸੋਹਣਾ ਚੱਲਦਾ ਸੀ, ਮੈਂ ਬੜੀ ਕਮਾਈ ਕਰਦਾ ਸਾਂ, ਇਤਿਆਦਿਕ ਬੜੀਆਂ ਮਨ ਦੇ ਵਿੱਚ ਵਿਚਾਰਾਂ ਲਿਆ ਕੇ ਮਹਾਰਾਜ ਕਹਿੰਦੇ ਇਹ ਅਗਿਆਨੀ ਬੇਸਮਝ ਜੀਵ ਰੋਸ ਕਰਦਾ, ਰੱਬ ਤੇ ਗਿਲਾ ਕਰਦਾ ਹੈ, ਰੱਬ ਤੇ ਬਾਰ-ਬਾਰ ਸ਼ਿਕਵਾ ਕਰਦਾ ਰਹਿੰਦਾ। ਪਰ ਹੈ ਅਸਲ ਦੇ ਵਿੱਚ ਪਰਮਾਤਮਾ ਦੀ ਬਖਸ਼ੀਆਂ ਹੋਈਆਂ ਦਾਤਾਂ, ਸਾਰੀਆਂ ਇਹ ਇਮਾਨਤਾਂ ਪਰਮਾਤਮਾ ਦੀਆਂ ਸਨ। ਅਗਿਆਤ ਹੋਣੇ ਕਰਕੇ, ਬੇਸਮਝ ਹੋਣੇ ਕਰਕੇ, ਹਿਰਦੇ ਅੰਦਰ ਅਗਿਆਨ ਦਾ ਹਨੇਰਾ ਹੋਣੇ ਕਰਕੇ ਮਹਾਰਾਜ ਕਹਿੰਦੇ ਇਹ ਰੱਬ ਤੇ ਰੋਸ ਕਰਦਾ ਰਹਿੰਦਾ ਹੈ, ਪਰਮਾਤਮਾ ਤੇ ਬਾਰ-ਬਾਰ ਗਿਲਾ ਕਰਦਾ ਹੈ। ਆਪਣੀ ਪ੍ਰਤੀਤ ਆਪ ਹੀ ਖੋਵੈ। ਇਸ ਕਰਕੇ ਮਹਾਰਾਜ ਆਖ ਰਹੇ ਇਹ ਆਪਣਾ ਭਰੋਸਾ ਆਪ ਹੀ ਖੁਹਾ ਲੈਂਦਾ, ਖੋ ਲੈਂਦਾ ਹੈ। ਭਾਵ ਪਰਮਾਤਮਾ ਨੇ ਇਹਦੇ ਤੇ ਭਰੋਸਾ ਕਰਕੇ ਕਿੰਨੀਆਂ ਅਮਾਨਤਾਂ ਬਖਸ਼ੀਆਂ, ਸੁੰਦਰ ਨਰ ਨਾਰਾਇਣੀ ਬਖਸ਼ੀ, ਫਿਰ ਸਖੇ ਸੰਬੰਧੀ ਧੀਆਂ ਪੁੱਤਰ ਦਿੱਤੇ, ਖਾਣ ਪਹਿਨਣ ਦੀ ਦਾਤਾ, ਕਾਰੋਬਾਰ ਚੰਗਾ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਨੇ ਭਰੋਸਾ ਕਰਕੇ ਜੀਵ ਤੇ ਦਿੱਤਾ, ਕਿਉਂਕਿ ਰੱਬ ਦੇ ਨਾਲ ਇਕਰਾਰ ਕਰਕੇ ਸੰਸਾਰ ਦੇ ਵਿੱਚ ਆਇਆ ਸੀ ਇਹ ਜੀਵ। ਜਦੋਂ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਿਆ ਸੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਦੋਂ ਇਹ ਬੇਨਤੀਆਂ ਕਰਦਾ ਸੀ, ਪਰਮਾਤਮਾ ਮੇਰੇ ਤੇ ਕਿਰਪਾ ਕਰ, ਤਰਸ ਕਰ, ਮੈਨੂੰ ਸੰਸਾਰ ਦੇ ਅੰਦਰ ਜਨਮ ਦੇ ਹੈ ਪਰਮਾਤਮਾ, ਮੈਂ ਹਰ ਇੱਕ ਸਵਾਸ ਦੇ ਨਾਲ ਆਪ ਜੀ ਦਾ ਸਿਮਰਨ ਕਰਿਆ ਕਰਾਂਗਾ, ਹਰ ਸਵਾਸ ਦੇ ਨਾਲ ਆਪ ਜੀ ਦਾ ਸ਼ੁਕਰਾਨਾ ਕਰੂੰਗਾ, ਜ਼ਿੰਦਗੀ ਪਰ ਆਪ ਜੀ ਦਾ ਅਹਿਸਾਨ ਨਹੀਂ ਕਦੇ ਵੀ ਭੁਲਾਵਾਂਗਾ। ਇਹ ਮਹਾਰਾਜ ਕਹਿੰਦੇ ਕੀਤਾ ਹੋਇਆ ਇਕਰਾਰ ਜੀਵ ਨੇ ਭੁਲਾ ਦਿੱਤਾ, ਰੱਬ ਦਾ ਸ਼ੁਕਰਾਨਾ ਵੀ ਨਹੀਂ ਕਰਦਾ। ਇਸ ਕਰਕੇ ਮਹਾਰਾਜ ਕਹਿੰਦੇ ਇਹ ਜੀਵ ਨੇ ਆਪਣਾ ਜਿਹੜਾ ਭਰੋਸਾ ਨਹੀਂ ਖਵਾ ਲੈਣਾ ਕੀਤਾ ਹੀ ਹੈ, ਪਰਮਾਤਮਾ ਨੇ ਇਹਦੇ ਤੋਂ ਭਰੋਸਾ ਉਠਾ ਲਿਆ ਹੈ। ਬਾਹਰ ਉਸਕਾ ਵਿਸ਼ਵਾਸ ਨਾ ਹੋਵੇ। ਤੇ ਜਿਹੜਾ ਮਨੁੱਖ ਵਿਸ਼ਵਾਸ ਘਾਤੀ ਬਣ ਜਾਵੇ, ਸਾਧ ਸੰਗਤ ਜੀ ਉਹਦੇ ਤੇ ਉੱਪਰ ਫਿਰ ਕਦੇ ਵਿਸ਼ਵਾਸ ਜਿਹੜਾ ਨਹੀਂ ਕਦੇ ਵੀ ਕੀਤਾ ਨਹੀਂ ਜਾ ਸਕਦਾ। ਗਰੀਬ ਨਵਾਜ ਮਹਾਰਾਜ ਕਹਿੰਦੇ ਬਹੁਰ ਉਸਕਾ ਵਿਸ਼ਵਾਸ ਨਾ ਹੋਵੇ, ਉਹਦਾ ਫਿਰ ਕੀ ਭਰੋਸਾ। ਜਿਹੜਾ ਕੀਤੇ ਹੋਏ ਇਕਰਾਰ ਤੋਂ ਮੁੱਕਰ ਜਾਵੇ, ਦੋ ਚਾਰ ਨਹੀਂ ਅਣਗਿਣਤੀ ਪਰਮਾਤਮਾ ਨੇ ਇਮਾਨਤਾਂ ਬਖਸ਼ੀਆਂ ਹੋਣ ਕਿ ਇਮਾਨਤਾਂ ਨੂੰ ਸਾਂਭ ਕਰਕੇ ਰੱਖੀ, ਲੋੜ ਅਨੁਸਾਰ ਵਰਤੀ, ਐਵੇਂ ਫਜ਼ੂਲ ਇਹਨਾਂ ਦਾ ਨਜਾਇਜ਼ ਫਾਇਦਾ ਨਾ ਉਠਾਵੇ। ਮਹਾਰਾਜ ਕਹਿੰਦੇ ਪਰਮੇਸ਼ਰ ਰੂਪ ਸ਼ਾਹੂਕਾਰ ਨੇ ਤਾਂ ਇਹ ਜੀਵ ਤੇ ਆਪਣੇ ਨੌਕਰ ਤੇ ਚਾਕਰ ਤੇ ਆਪਣਾ ਦਾਸ ਜਾਣ ਕਰਕੇ, ਭਰੋਸੇਮੰਦ ਜਾਣ ਕੇ ਬੜਾ ਪਰਮਾਤਮਾ ਨੇ ਪ੍ਰਤੀਤ ਕੀਤੀ ਸੀ, ਭਰੋਸਾ ਕੀਤਾ ਸੀ। ਪਰ ਫਿਰ ਇਸ ਨੇ ਕੀ ਕੀਤਾ ਕਿ ਰੱਬ ਦੇ ਕੀਤੇ ਹੋ ਤੇ ਸ਼ਿਕਵੇ ਕਰਨ ਲੱਗ ਪਿਆ। ਪਰਮਾਤਮਾ ਨੇ ਕੋਈ ਇਮਾਨਤ ਆਪਣੀ ਮੰਗ ਲਈ, ਰੱਬ ਦੇ ਕੀਤੇ ਹੋਏ ਤੇ ਬਾਰ-ਬਾਰ ਸ਼ੰਕੇ ਕਰਨ ਲੱਗ ਪਿਆ। ਇਸ ਕਰਕੇ ਮਹਾਰਾਜ ਕਹਿੰਦੇ ਬਹੁਰ ਉਸਕਾ ਵਿਸ਼ਵਾਸ ਨਾ ਹੋਵੇ। ਮਹਾਰਾਜ ਕਹਿੰਦੇ ਫਿਰ ਦੁਬਾਰਾ ਇਹਦਾ ਕੋਈ ਭਰੋਸਾ ਨਹੀਂ ਹੈ, ਪਰਮਾਤਮਾ ਇਹਦੇ ਤੇ ਭਰੋਸਾ ਨਹੀਂ ਕਰਨ ਵਾਲਾ। ਜਿਸ ਕੀ ਬਾਸਤ ਤਿਸ ਆਗਾ ਰਾਖੈ। ਇਸ ਲਈ ਹੈ ਗੁਰਸਿੱਖ, ਜਿਸ ਪਰਮਾਤਮਾ ਦੀ ਬਖਸ਼ੀ ਹੋਈ ਇਹ ਵਸਤੂ ਹੈ ਨਾ, ਜੋ ਕੁਝ ਵੀ ਜੀਵਨ ਅੰਦਰ ਬਖਸ਼ਿਆ ਪਰਮਾਤਮਾ ਦੇ ਅੱਗੇ ਰੱਖ ਦੇਣਾ ਕਰ। ਮਨ ਰੂਪੀ ਵਸਤੂ ਹੈ, ਸਵਾਸਾਂ ਰੂਪੀ ਵਸਤੂ ਹੈ, ਇਹ ਜ਼ਿੰਦਗੀ ਰੂਪ ਵਸਤੂ ਹੈ, ਪਰਮਾਤਮਾ ਦੇ ਸਨਮੁਖ ਹੋ ਕਰਕੇ ਰੱਖ ਦੇ। ਮਹਾਰਾਜ ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਾ ਸੌਂਪ ਤੇ ਕਿਆ ਲਾਗੈ ਮੇਰਾ। ਇਹ ਮਨ ਵਿੱਚ ਭਾਵਨਾ ਬਣਾ ਕੇ ਮਹਾਰਾਜ ਸਾਹਿਬ ਜੀ ਦੀ ਸਨਮੁਖ ਹੋ ਕਰਕੇ ਸਭ ਕੁਝ ਰੱਖ ਦੇਣਾ ਕਰ, ਅਰਪਣ ਕਰ ਦੇਣਾ ਕਰ। ਕੀ ਪਤਾ ਪਰਮਾਤਮਾ ਤਰੁੱਟ ਕੇ ਹੋਰ ਵੀ ਤੈਨੂੰ ਵੱਧ ਇਹਦੇ ਨਾਲ ਸੁੱਖ ਬਖਸ਼ਿਸ਼ ਕਰ ਦੇਵੇ, ਇਹਦੇ ਨਾਲ ਵੱਡਾ ਕਾਰੋਬਾਰ ਪਰਮਾਤਮਾ ਤੇਰੀ ਝੋਲੀ ਵਿੱਚ ਪਾ ਦੇਵੇ। ਇਸ ਕਰਕੇ ਮਹਾਰਾਜ ਕਹਿੰਦੇ ਸਭ ਕੁਝ ਗੁਰੂ ਚਰਨਾਂ ਵਿੱਚ ਅਰਪਣ ਕਰ ਦੇਣਾ ਕਰ। ਗਰੀਬ ਨਵਾਜ
ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਜਿਸ ਕੀ ਬਸਤ ਤਿਕ ਆਗੈ ਰਾਖੈ। ਜਿਵੇਂ ਸਾਧ ਸੰਗਤ ਜੀ ਦਸ਼ਮੇਸ਼ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਜਾਂ ਵਾਲੇ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਕਿੰਨਾ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਭਾਣੇ ਵਿੱਚ ਚੱਲਣਾ ਕੀਤਾ। ਸਭ ਕੁਝ ਵਾਹਿਗੁਰੂ ਦਾ ਜਾਣੇ ਹੈ, ਨਿਸ਼ਚੈ ਕਰਕੇ ਜਾਣੇ ਹੈ। ਜੇ ਜਾਣੇ ਹੈ ਤੇ ਅਰਪਣ ਵੀ ਕਰ ਦਿੱਤਾ, ਕੋਈ ਸ਼ਿਕਵਾ ਨਹੀਂ ਕੀਤਾ ਰੱਬ ਤੇ। ਅੱਖਾਂ ਦੇ ਸਾਹਮਣੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਦਾ ਜਾਮ ਪੀ ਰਹੇ ਹੈ ਤੇ ਮੁਖ ਤੋਂ ਉੱਚੀ ਆਵਾਜ਼ ਦੇ ਵੀ ਜੈਕਾਰੇ ਗਜਾਉਂਦੇ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਧੰਨਵਾਦ ਕਰਦੇ ਨੇ। ਮਹਾਰਾਜ ਆਪ ਜੀ ਦੀ ਬਖਸ਼ੀ ਮਹਾਰਾਜ ਇਹ ਇਮਾਨਤ ਸੀ, ਆਪ ਦੇ ਚਰਨਾਂ ਵਿੱਚ ਜਾ ਬਿਰਾਜੀ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੁਣਦੇ ਦੂਰੇ ਮਾਹੀ ਤੋਂ ਤੇ ਮਹਾਰਾਜ ਫੇਰ ਵੀ ਰੱਬ ਦਾ ਕੋਈ ਸ਼ਿਕਵਾ ਨਹੀਂ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਫੇਰ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਧੰਨਵਾਦ ਹੀ ਕਰਦੇ ਹਨ। हे ਮਹਾਰਾਜ ਜਿਸ ਕੀ ਬਸਤ ਤਿਸ ਆਗੈ ਰਾਖੈ। ਮਹਾਰਾਜ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਇਹ ਇਮਾਨਤਾਂ ਸਨ, ਆਪ ਜੀ ਦੇ ਚਰਨਾਂ ਵਿੱਚ ਜਾ ਬਿਰਾਜੀਆਂ ਨੇ, ਆਪ ਨੇ ਮਹਾਰਾਜ ਇਹ ਲੈ ਲਈਆਂ ਹਨ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਜੈਸਾ ਕੌਣ ਸੰਸਾਰ ਦੇ ਵਿੱਚ ਹੋ ਸਕਦਾ, ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕੇਗਾ। ਤਾਂ ਹੀ ਤਾਂ ਕਵੀ ਜਨਾਂ ਨੇ ਬੜੇ ਪਿਆਰ ਦੇ ਬਚਨ ਲਿਖੇ ਹੈ, ਕਹਿੰਦੇ ਹਨ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ, ਦੈਸੇ ਦਸ਼ਮੇਸ਼ ਪਾਤਾ ਗੁਜਰੀ ਦੇ ਲਾਲ ਜੀ। ਮਾਤਾ ਗੁਜਰ ਕੌਰ ਜੀ ਦੇ ਲਾਲ ਸਾਹਿਬਜ਼ਾਦਾ ਲਖ ਤੇ ਜਿਗਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਤਿਗੁਰੂ ਜੀ ਜੈਸਾ ਗੁਰੂ ਹੋਣਾ ਚਾਹੀਦਾ ਹੈ। ਦਇਆ ਦੇ ਘਰ ਦਇਆਵਾਨ ਮਹਾਰਾਜ ਸੱਚੇ ਪਾਤਸ਼ਾਹ ਜੈਸਾ ਪੂਰਾ ਗੁਰੂ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ। ਸਾਧ ਸੰਗਤ ਜੀ ਜਿੰਨੇ ਵੀ ਸੰਸਾਰ ਦੇ ਅੰਦਰ ਧਰਮ ਹਨ, ਧਰਮਾਂ ਦੇ ਪੈਰੋਕਾਰ ਪੈਗੰਬਰ ਸਭ ਸਤਿਕਾਰਯੋਗ ਹਨ, ਪਰ ਮਹਾਰਾਜ ਜੀ ਦੀ ਬਰਾਬਰਤਾ ਕਰਨ ਵਾਲਾ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕੇਗਾ। ਇਬਰਾਹਿਮ ਜੀ ਦੇ ਜੋ ਜੀਵਨ ਦੀ ਇੱਕ ਗਾਥਾ ਹੈ, ਕਹਿੰਦੇ ਕਿ ਖੁਦਾ ਨੇ ਆਕਾਸ਼ਬਾਣੀ ਕੀਤੀ ਕਿ ਕੁਝ ਭੇਟ ਕਰ। ਕਹਿੰਦਾ ਜੀ ਕੀ ਭੇਟ ਕਰਾਂ? ਤੇ ਕਹਿਣ ਲੱਗੇ ਜੋ ਤੈਨੂੰ ਸਭ ਤੋਂ ਜ਼ਿਆਦਾ ਪਿਆਰਾ ਹੈ। ਤੇ ਇਬਰਾਹਿਮ ਨੇ ਕਿਹਾ, ਕਹਿਣ ਲੱਗੇ ਐ ਖੁਦਾ ਮੇਰਾ ਪੁੱਤਰ ਹੀ ਸਭ ਤੋਂ ਜ਼ਿਆਦਾ ਮੈਨੂੰ ਪਿਆਰਾ ਹੈ, ਮੈਨੂੰ ਪੁੱਤਰ ਦੇ ਨਾਲੋਂ ਵੱਧ ਕਰਕੇ ਕੁਝ ਵੀ ਸੰਸਾਰ ਦੇ ਅੰਦਰ ਪਿਆਰਾ ਨਹੀਂ ਹੈ। ਤੇ ਫਿਰ ਕਹਿੰਦੇ ਪੁੱਤਰ ਦੀ ਬਲੀ ਚੜਾ ਦੇ, ਉਹ ਸਾਨੂੰ ਦੇ ਦੇ। ਤੇ ਕਹਿੰਦਾ ਜੀ ਠੀਕ ਹੈ, ਆਖ ਤੇ ਦਿੱਤਾ, ਪਰ ਜਦੋਂ ਬਲੀ ਚੜਾਉਣ ਲੱਗੇ ਕਹਿੰਦਾ ਮੇਰੇ ਤੋਂ ਦੇਖਿਆ ਨਹੀਂ ਜਾਣਾ, ਮੇਰੀ ਅੱਖਾਂ ਤੇ ਕਾਲੇ ਰੰਗ ਦੀ ਪੱਟੀ ਬੰਨ੍ਹ ਦੇਵੋ। ਪੱਟੀ ਬੰਨ੍ਹ ਦਿੱਤੀ। ਫੇਰ ਵੀ ਸਾਧ ਸੰਗਤ ਜੀ ਛੁਰੀ ਨਹੀਂ ਸੀ ਚਲਾਈ ਗਈ ਤੇ ਉਸ ਸਮੇਂ ਬੱਕਰੇ ਦੀ ਬਲੀ ਚੜਾ ਦਿੱਤੀ ਸੀ। ਤੇ ਕਿਹਾ ਜਾਂਦਾ ਕਿ ਉਦੋਂ ਦੇ ਇਹ ਰੀਤੀ ਰਿਵਾਜ ਬਣਿਆ ਹੋਏ ਬੱਕਰੀਆਂ ਸ਼ੱਕਰੀਆਂ ਦੀ ਜਿਹੜੀਆਂ ਬਲੀਆਂ ਚੜਾਉਂਦੇ ਆ ਨਾ, ਉਹ ਇਬਰਾਹਿਮ ਤੋਂ ਉਦੋਂ ਦੀ ਇਹ ਰੀਤੀ ਚੱਲਦੀ ਆ ਰਹੀ ਹੈ। ਰਹੋ ਵਿਚਾਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਬਖਸ਼ਿਸ਼ ਕਰ ਰਹੇ ਹੈ, ਜਿਸ ਕੀ ਬਸਤ ਤਿਸ ਆਗੈ ਰਾਖੈ। ਇਹ ਜੀਵ ਜਿਸ ਪਰਮਾਤਮਾ ਦੀ ਇਹ ਅਮੋਲਕ ਸਵਾਸਾਂ ਰੂਪੀ ਵਸਤੂ ਬਖਸ਼ੀ ਹੈ, ਇਹ ਪ੍ਰਮਾਤਮਾ ਨੇ ਆਤਮਾ ਰੂਪ ਮਨ ਰੂਪੀ ਵਸਤੂ ਬਖਸ਼ੀ ਹੈ, ਉਸ ਵਾਹਿਗੁਰੂ ਦੇ ਚਰਨਾਂ ਵਿੱਚ ਰੱਖਣਾ ਕਰ। ਪ੍ਰਭ ਕੀ ਆਗਿਆ ਮਾਨੈ ਮਾਥੈ। ਜੋ ਵੀ ਪ੍ਰਮਾਤਮਾ ਦੀ ਜੀਵਨ ਦੇ ਵਿੱਚ ਆਗਿਆ ਹਨ ਉਹਨੂੰ ਸਿਰ ਮੱਥੇ ਮੰਨਣਾ ਕਰ। ਜੋ ਮਹਾਰਾਜ ਸੱਚੇ ਪਾਤਸ਼ਾਹੀ ਦਾ ਹੁਕਮ ਹੈ ਉਹਨੂੰ ਸਤ ਬਚਨ ਕਰਕੇ ਮੰਨ, ਇਹਦੇ ਵਿੱਚ ਹੀ ਤੇਰਾ ਭਲਾ ਹੈ। ਐਵੇਂ ਕਾਨ ਕਨੌਟ ਨਾ ਕਰਿਆ ਕਰ, ਗੁਰੂ ਕੇ ਬਚਨਾਂ ਨੂੰ ਮੰਨਣ ਤੋਂ ਅਵੇਸਲਾ ਨਾ ਹੋਇਆ ਕਰ, ਮਹਾਰਾਜ ਦੀ ਬਖਸ਼ੀ ਹੋਈ ਮਰਜ਼ਾਦਾ ਦੀ ਉਲੰਘਣਾ ਨਾ ਕਰਿਆ ਕਰ, ਐਵੇਂ ਕਿੰਤੂ ਪਰੰਤੂ ਨਾ ਕਰਦਾ ਰਿਹਾ ਕਰ। ਮਹਾਰਾਜ ਕਹਿੰਦੇ ਜੋ ਸਤਿਗੁਰੂ ਜੀ ਦਾ ਹੁਕਮ ਹੈ ਨਾ, ਜੋ ਗੁਰੂ ਕੀ ਆਗਿਆ ਹੈ ਉਹਨੂੰ ਸਤ ਕਰਕੇ ਮੰਨਿਆ ਕਰ। ਸਿਰ ਮੱਥੇ ਮੰਨਣ ਤੋਂ ਭਾਵ ਸਤ ਕਰਕੇ ਮੰਨਣਾ। ਮਹਾਰਾਜ ਜੋ ਆਪ ਜੀ ਨੇ ਬਚਨ ਕੀਤਾ ਹੈ ਨਾ, ਜੋ ਮੈਨੂੰ ਉਪਦੇਸ਼ ਦਿੱਤਾ ਹੁਕਮਨਾਮੇ ਸਾਹਿਬ ਦੀ ਦਾਤ ਬਖਸ਼ੀ, ਇਹਦੇ ਵਿੱਚ ਮੇਰਾ ਭਲਾ ਹੈ। ਮਹਾਰਾਜ ਸਤ ਬਚਨ ਹੈ, ਜਿਵੇਂ ਮਰਜੀ ਮਹਾਰਾਜ ਆਪ ਜੀ ਭਲਾ ਹੀ ਕਰਨ ਵਾਲੇ ਹੋ, ਕਿਉਂਕਿ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਮਹਾਰਾਜ ਸਭ ਦਾ ਭਲਾ ਹੀ ਮਨਾਉਣ ਵਾਲੇ ਹੈ, ਇਸ ਕਰਕੇ ਗੁਰੂ ਕੇ ਬਚਨ ਨੂੰ ਸਿਰ ਮੱਥੇ ਸਤ ਕਰਕੇ ਮੰਨਿਆ ਕਰ। ਉਸਤੇ ਚਾਗੁਣ ਕਰੈ ਨਿਹਾਲ। हे ਮਹਾਰਾਜ ਜੀ ਫਿਰ ਦਾਤ ਕੀ ਪ੍ਰਾਪਤ ਹੁੰਦੀ ਹੈ? ਸਤਿਗੁਰੂ ਜੀ ਕਹਿੰਦੇ ਜੋ ਪ੍ਰਮਾਤਮਾ ਦੇ ਬਾਣੀ ਨੂੰ ਸਤ ਕਰਕੇ ਮੰਨਦਾ ਨਾ, ਸਿਰ ਮੱਥੇ ਮੰਨਦਾ, ਮਹਾਰਾਜ ਉਹਦੇ ਤੇ 4 ਗੁਣਾ ਵੱਧ ਨਿਹਾਲ ਹੋ ਜਾਂਦੇ ਹੈ। ਉਹਨੂੰ ਮਹਾਰਾਜ ਹੋਰ ਵੀ 4 ਗੁਣਾ ਵੱਧ ਖੁਸ਼ੀਆਂ ਦੀਆਂ ਦਾਤਾਂ ਬਖਸ਼ਿਸ਼ ਕਰਦੇ ਹਨ। 4 ਗੁਣਾ ਹੋਰ ਵੀ ਵੱਧ ਮਹਾਰਾਜ ਹਿਰਦੇ ਦੇ ਅੰਦਰ ਆਨੰਦ ਬਖਸ਼ਿਸ਼ ਕਰਦੇ ਹੈ। ਜੇ ਪ੍ਰਮਾਤਮਾ ਦੇ ਬਾਣੀ ਨੂੰ ਗੁਰੂ ਕੇ ਬਚਨਾਂ ਨੂੰ ਸਿਰ ਮੱਥੇ ਸਤ ਕਰਕੇ ਮੰਨਦਾ ਹੈ। ਸਾਧ ਸੰਗਤ ਜੀ, ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਜਾਂ ਵਾਲੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਇੱਕ ਬਜ਼ੁਰਗ ਮਾਤਾ ਆਈ। ਉਹਦਾ ਇੱਕੋ ਇੱਕ ਨੌਜਵਾਨ ਪੁੱਤਰ ਸੀ। ਸਿੰਘਾਂ ਦੇ ਨਾਲ ਰਹਿ ਕੇ ਜੋ ਦੁਸ਼ਮਣਾਂ ਦੇ ਨਾਲ, ਮੁਗਲਿਆਂ ਪਠਾਣਾਂ ਦੇ ਨਾਲ ਲੜਦਿਆਂ ਹੋਇਆ ਸ਼ਹੀਦ ਹੋ ਗਿਆ। ਤੇ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਬੜੇ ਪਿਆਰ ਦੇ ਨਾਲ ਨਮਸਕਾਰ ਕਰਕੇ ਬੇਨਤੀ ਕੀਤੀ, ਮਹਾਰਾਜ ਮੇਰਾ ਪੁੱਤਰ ਆਪ ਜੀ ਦੇ ਚਰਨਾਂ ਵਿੱਚ ਆਇਆ ਸੀ, ਸੇਵਾ ਵਿੱਚ ਮਹਾਰਾਜ ਲੇਖੇ ਲੱਗ ਗਿਆ ਹੈ। ਮੈਨੂੰ ਬੜੀ ਖੁਸ਼ੀ ਹੈ ਮਹਾਰਾਜ, ਮੌਤ ਤਾਂ ਉਵੇਂ ਵੀ ਮੇਰੇ ਪੁੱਤਰ ਦੀ ਹੋ ਜਾਣੀ ਸੀ, ਪਰ ਆਪ ਜੀ ਦਾ ਬਚਨ ਮੰਨਿਆ, ਦੁਸ਼ਮਣਾਂ ਦੇ ਨਾਲ ਲੜ ਕੇ ਮਹਾਰਾਜ ਮੈਦਾਨੇ ਜੰਗ ਦੇ ਵੀ ਸ਼ਹੀਦ ਹੋਇਆ। ਇਸ ਕਰਕੇ ਮਹਾਰਾਜ ਆਪ ਜੀ ਦੀ ਸੇਵਾ ਵਿੱਚ ਲੱਗ ਗਿਆ, ਉਹ ਸਫਲ ਹੋ ਗਿਆ ਹੈ। ਤੇ ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਵਚਨ ਕੀਤਾ ਸੀ, ਹੇ ਮਾਤਾ ਤੇਰੇ ਘਰ ਦੇ ਵਿੱਚ 4 ਪੁੱਤਰ ਪੈਦਾ ਹੋਣਗੇ, ਤੂੰ ਪ੍ਰਮਾਤਮਾ ਦੇ ਭਾਣੇ ਨੂੰ ਸਤ ਕਰਕੇ ਮੰਨਿਆ। ਗਰੀਬ ਨਵਾਜ ਮਹਾਰਾਜ ਦੇ ਬਚਨ ਹੋਏ, 4 ਪੁੱਤਰ ਉਹ ਮਾਤਾ ਦੇ ਘਰ ਦੇ ਵੀ ਜਨਮੇ ਹੀ ਸਨ। ਸਾਧ ਸੰਗਤ ਜੀ, ਇਸ ਲਈ ਮਹਾਰਾਜ ਕਹਿੰਦੇ ਜੋ ਰੱਬੀ ਭਾਣਾ ਮੰਨਦੇ ਨਾ ਉਸ ਤੇ ਚੌਗੁਣ ਕਰੇ ਨਿਹਾਲ। 4 ਗੁਣਾ ਵੱਧ ਹੋਰ ਪ੍ਰਮਾਤਮਾ ਖੁਸ਼ੀਆਂ ਬਖਸ਼ਿਸ਼ ਕਰ ਦਿੰਦਾ, ਵਾਹਿਗੁਰੂ ਮੁਕਤੀ ਦੀ ਦਾਤ ਬਖਸ਼ਿਸ਼ ਕਰ ਦਿੰਦਾ। ਚੌਗੁਣ ਜਾਂ ਫਿਰ 4 ਪਦਾਰਥ ਧਰਮ ਅਰਥ ਕਾਮ ਮੋਕਸ਼ ਪ੍ਰਮਾਤਮਾ ਇਹ ਵਾਹਿਗੁਰੂ ਦਾਤਾ ਬਖਸ਼ਿਸ਼ ਕਰਕੇ ਨਿਹਾਲ ਕਰ ਦਿੰਦਾ ਹੈ। ਨਾਨਕ ਸਾਹਿਬ ਸਦਾ ਦਿਆਲ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਕਿਉਂਕਿ ਉਹ ਪ੍ਰਮਾਤਮਾ ਸਦਾ ਦਿਆਲੂ ਹੈ। ਉਸ ਪ੍ਰਮਾਤਮਾ ਜੈਸਾ ਕੋਈ ਦਇਆਵਾਨ ਕੋਈ ਨਹੀਂ ਹੋ ਸਕਦਾ, ਨਾ ਸੀ ਨਾ ਹੈ ਨਾ ਆਉਣ ਵਾਲੇ ਸਮੇਂ ਵਿੱਚ ਹੋ ਸਕੇਗਾ। ਅਨੇਕ ਭਾਤ ਮਾਇਆ ਕੇ ਹੇਤ। ਪਰ ਇਹ ਅਗਿਆਤ ਜੀਵ ਅਨੇਕਾਂ ਯਤਨ ਕਰਦਾ ਹੈ ਮਾਇਆ ਦੀ ਪ੍ਰਾਪਤੀ ਵਾਸਤੇ, ਧਨ ਦੌਲਤ ਦੇ ਲਈ ਬੜੇ ਯਤਨ ਕਰਦਾ ਹੈ। ਸਰ ਪਰ ਹੋਵਤ ਜਾਨ ਅਨੀਤ। ਇਹ ਪਤਾ ਵੀ ਹੈ ਸਰ ਪਰ ਜ਼ਰੂਰ ਪਰ ਜ਼ਰੂਰ ਇਹ ਨਾਸ਼ਵਾਨ ਹਨ। ਅਨੇਤ ਨਿਤ ਰਹਿਣ ਵਾਲੇ ਨਹੀਂ ਹੈ, ਇਹ ਸਦਾ ਰਹਿਣ ਵਾਲੇ ਨਹੀਂ ਹੈ ਧਨ ਪਦਾਰਥ ਦੌਲਤ। ਪਰ ਮਹਾਰਾਜ ਕਹਿੰਦੇ ਫਿਰ ਵੀ ਜ਼ਿੰਦਗੀ ਪਰ ਬਹੁਤੇ ਤਰ੍ਹਾਂ ਤਰ੍ਹਾਂ ਕਰਕੇ ਯਤਨ ਕਰਦਾ ਰਹਿੰਦਾ ਹੈ। ਪਰਮੇਸ਼ਰ ਦੇ ਨਾਮ ਰੂਪ ਧਨ ਨੂੰ ਇਕੱਠਾ ਕਰਨ ਦੇ ਲਈ ਕੋਈ ਵੀ ਯਤਨ ਨਹੀਂ ਕਰਦਾ, ਉਹਦਾ ਬਹਾਨੇ ਹੀ ਮਾਰਦਾ ਰਹਿੰਦਾ ਕਿ ਜਾ ਰੱਬਾ ਝੂਠ ਹੀ ਹੋ ਜਾਵੇ। ਕਦੇ ਸਿਰ ਪੀੜ ਕਰਦਾ, ਕਦੇ ਲੱਤਾਂ ਦੁਖਦੀਆਂ, ਕਦੇ ਢਿੱਡ ਪੀੜ ਹੁੰਦੀ ਹੈ। ਸੰਗਤ ਵਿੱਚ ਬਹਿਣਾ ਪਸੰਦ ਕਰਦਾ ਹੀ ਨਹੀਂ ਹੈ, ਕੋਈ ਨਹੀਂ ਯਤਨ ਕਰਦਾ। ਪਰ ਮਹਾਰਾਜ ਕਹਿੰਦੇ ਅਨੇਕ ਭਾਤ ਮਾਇਆ ਕੇ ਹੇਤ। ਸੰਸਾਰ ਦਾ ਦੁਨਿਆਵੀ ਧਨ ਮਾਇਆ ਇਕੱਠੇ ਕਰਨ ਵਾਸਤੇ ਤਾਂ ਪਤਾ ਨਹੀਂ ਕਿੱਥੇ ਸਿਰ ਪੀੜ ਉੱਡ ਜਾਂਦੀ ਹੈ, ਪਤਾ ਨਹੀਂ ਮਹਾਰਾਜ ਕਹਿੰਦੇ ਲੱਤਾਂ ਵਿੱਚ ਕਿੱਥੋਂ ਇੰਨਾ ਬਲ ਆ ਜਾਂਦਾ, ਭੱਜਾ ਫਿਰਦਾ ਜ਼ਿੰਦਗੀ ਭਰ, ਭੱਜ ਦੌੜੀ ਕਰਦਾ ਰਹਿੰਦਾ। ਸਾਰਾ ਦਿਨ ਵੀ ਸੁੱਤਿਆਂ ਵੀ ਸੁਪਨੇ ਵਿੱਚ ਵੀ ਭੱਜਿਆ ਫਿਰਦਾ, ਮਾਇਆ ਮਾਇਆ ਕਰਦਾ ਰਹਿੰਦਾ ਹੈ। ਜੋ ਕਿ ਮਹਾਰਾਜ ਕਹਿੰਦੇ ਬਚਨ ਆਉਂਦਾ ਨਾ ਗੁਰੂ ਕਾ, ਸਤਿਗੁਰੂ ਜੀ ਨੇ ਫਰਮਾਨ ਕੀਤਾ, ਮਾਇਆ ਮਾਇਆ ਕਰਮੋਏ ਮਾਇਆ ਕਿਸੇ ਨਾ ਸਾਥ। ਮਾਇਆ ਮਾਇਆ ਕਰਦੇ ਜੀਵ ਤੇਰੇ ਵੱਡੇ ਵਡੇਰੇ ਵੀ ਮਰ ਚੁੱਕੇ ਹੈ, ਮੋਏ ਹੋ ਗਏ ਹੈ, ਪਰ ਮਾਇਆ ਕਿਸੇ ਦੇ ਨਾਲ ਥੋੜਾ ਗਈ ਹੈ। ਪਰ ਅਗਿਆਤ ਹੋਣੇ ਕਰਕੇ ਬਾਰ-ਬਾਰ ਯਤਨ ਹੀ ਕਰਦਾ ਰਹਿੰਦਾ ਹੈ, ਯਤਨ ਹੀ ਕਰਦਾ ਰਹਿੰਦਾ ਹੈ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੇ ਜੀਵ ਸਰ ਪਰ ਜ਼ਰੂਰ ਬਰ ਜ਼ਰੂਰ ਜਾਣ, ਨਿਸ਼ਚੇ ਕਰਕੇ ਜਾਣ, ਸਰ ਪਰ ਹੋਵਤ ਜਾਨ ਅਨੇਤ। ਇਹ ਨਾਸ਼ਵਾਨ ਹੋ ਜਾਣ ਵਾਲੀ ਹੈ, ਸਦਾ ਰਹਿਣ ਵਾਲੀ ਨਹੀਂ ਹੈ। ਬਿਰਖ ਕੀ ਛਾਇਆ ਸਿਓ ਰੰਗ ਲਾਵੈ। ਬਿਰਖ ਕੀ ਛਾਇਆ ਸਿਓ ਰੰਗ ਲਾਵੈ, ਸਿਓ ਤੇ ਵਿਸਰਾਮ ਹੈ। ਮਹਾਰਾਜ ਫਰਮਾਨ ਕਰ ਰਹੇ ਹੈ ਉਦਾਹਰਨ ਦੇ ਕਰਕੇ ਕਿ ਜਿਵੇਂ ਕੋਈ ਮਨੁੱਖ ਰੁੱਖ ਦੀ ਛਾਂ ਦੇ ਨਾਲ ਪਿਆਰ ਪਾ ਲਵੇ, ਜਿਵੇਂ ਝੁਲਸਿਆ ਹੋਇਆ ਗਰਮੀ ਦੇ ਨਾਲ, ਗਰਮੀ ਦੀ ਤਪਸ਼ ਦੇ ਨਾਲ ਝੁਲਸਿਆ ਹੋਇਆ ਜੀਵ ਰੁੱਖ ਦੀ ਛਾਂ ਹੇਠ ਆ ਕੇ ਬੈਠ ਜਾਵੇ ਤੇ ਉਹਦੇ ਨਾਲ ਹੀ ਪਿਆਰ ਪਾ ਲਵੇ ਕਿ ਮੈਂ ਇਹ ਛਾਂ ਤੈਨੂੰ ਮੈਂ ਆਪਣੇ ਗੱਠ ਵਿੱਚ ਬੰਨ੍ਹ ਕੇ ਤੇ ਨਾਲ ਲੈ ਜਾਵਾਂ, ਇਹ ਨਾਮੁਮਕਿਨ ਹੈ। ਜੀਵ ਦੀ ਅਗਿਆਨਤਾ ਹੈ, ਬੇਸਮਝਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਕਿਤੇ ਰੁੱਖ ਨੂੰ ਛੱਡ ਕੇ ਛਾਂ ਦੇ ਨਾਲ ਮਹਾਰਾਜ ਕਹਿੰਦੇ ਪਿਆਰ ਲਾ ਲੈਣਾ ਕਰੇ। ਉਹ ਬਿਨਸੈ ਉਹ ਮਨ ਪਛਤਾਵੈ। ਉਹ ਬਿਨਸੈ ਉਹ ਮਨ ਪਛਤਾਵੈ, ਊੜੇ ਹੋੜਾ ਉਹ ਪਾਠ ਕਰਨਾ। ਉਹ ਬਿਨਸੈ ਉਹ ਮਨ ਪਛਤਾਵੈ, ਔਂਕੜ ਦੇ ਨਾਲ ਉਹਨੂੰ ਉਹ ਪਾਠ ਕਰਨਾ ਹੈ। ਉਹ ਬਿਨਸੈ ਮਹਾਰਾਜ ਕਹਿੰਦੇ ਜਦੋਂ ਛਾਂ ਬਿਨਸ ਗਈ ਹੈ ਨਾ, ਭਾਵ ਪੂਰਬ ਦੀ ਦਿਸ਼ਾ ਤੋਂ ਪੱਛਮ ਵੱਲ ਚਲੀ ਗਈ, ਉਹ ਮਨ ਪਛਤਾਵੈ। ਤੇ ਜਿਹਨੇ ਪ੍ਰੇਮ ਲਾਇਆ ਸੀ ਨਾ, ਪਿਆਰ ਲਾਇਆ ਸੀ ਛਾਂ ਦੇ ਨਾਲ, ਫਿਰ ਮਨ ਵਿੱਚ ਪਛਤਾਤਾਪ ਕਰਦਾ। ਉਹ ਮਨਾ ਮੈਂ ਕਿੱਥੇ ਪ੍ਰੇਮ ਲਾਗ ਕਰਕੇ ਬੈਠ ਗਿਆ,
ਕਿਹੜੀ ਛਾਂ ਦੇ ਵਿੱਚ ਹੀ ਮੈਂ ਰੁੱਝ ਕਰਕੇ ਬੈਠ ਗਿਆ, ਇਹਨੇ ਤਾਂ ਟਿਕਣਾ ਹੀ ਨਹੀਂ ਸੀ। ਸੂਰਜ ਨੇ ਜਦੋਂ ਆਪਣੀ ਦਿਸ਼ਾ ਤਬਦੀਲ ਕਰਨੀ ਸੀ, ਇਹਨੇ ਵੀ ਚਲੀ ਜਾਣਾ ਸੀ ਦੂਜੀ ਦਿਸ਼ਾ ਦੇ ਵੱਲ। ਇਹ ਮਹਾਰਾਜ ਉਦਾਹਰਣ ਦੇ ਕਰਕੇ ਅੰਤਰੀਵ ਭਾਵ ਵਿੱਚ ਫਰਮਾਉਂਦੇ ਆ। ਫਿਰ ਪੜੋ ਜੀ। ਬਿਰਖੀ ਛਾਇਆ ਸਿਓ ਰੰਗ ਲਾਵੈ। ਬਿਰਖ ਕੀ ਹੈ? ਰੁੱਖ ਕੀ ਹੈ? ਪਰਮਾਤਮਾ। ਤੇ ਛਾਂ ਕੀ ਹੈ? ਸੰਸਾਰ ਦੇ ਅੰਦਰ ਰੰਗਾਂ ਰੰਗਾਂ ਦੀ ਮਾਇਆ। ਮਹਾਰਾਜ ਕਹਿੰਦੇ ਇਹ ਅਗਿਆਤ ਜੀਵ ਰੁੱਖ ਨੂੰ, ਪਰਮਾਤਮਾ ਨੂੰ ਛੱਡ ਕੇ ਰੰਗਾਂ ਰੰਗਾਂ ਦੀ ਮਾਇਆ ਰੂਪ ਛਾਂ ਦੇ ਵਿੱਚ ਪ੍ਰੇਮ ਲਾਗ ਕਰਕੇ ਬੈਠਾ ਹੈ। ਉਹ ਬਿਨਸੈ ਉਹ ਮਨ ਪਛਤਾਵੈ। ਸੂਰਜ ਦੇ ਸਾਧ ਸੰਗਤ ਜੀ ਦਿਸ਼ਾ ਤਬਦੀਲ ਕਰਨ ਦੀ ਤਰ੍ਹਾਂ ਜਦੋਂ ਜੀਵ ਦੇ ਪੁੰਨ ਨਾਸ਼ ਹੋ ਜਾਂਦੇ ਹਨ, ਪੁੰਨ ਕਰਮ ਪੁੰਨਾਂ ਦਾ ਫਲ ਜਦੋਂ ਮੁੱਕ ਜਾਂਦਾ ਹੈ, ਪਾਪ ਕਰਮ ਅੱਗੇ ਆ ਜਾਂਦੇ ਆ, ਤੇ ਫਿਰ ਜਿਹੜੇ ਹੋਰ ਪੁੰਨੀ ਹੁੰਦੇ ਆ ਨਾ, ਉਹ ਮਾਇਆ ਉਹਨਾਂ ਦੇ ਕੋਲ ਹੀ ਚਲੀ ਜਾਂਦੀ। ਇਹ ਮਹਾਰਾਜ ਕਹਿੰਦੇ ਸ਼ਾਮ ਬਦਲਣ ਦੀ ਤਰ੍ਹਾਂ ਹੈ। ਜਦੋਂ ਤੱਕ ਜੀਵ ਦੇ ਪੁੰਨ ਕਰਮ ਹੁੰਦੇ ਉਦੋਂ ਤੱਕ ਮਾਇਆ ਦਾ ਸੁੱਖ ਮਿਲਦਾ ਰਹਿੰਦਾ, ਬੜੇ ਧਨ ਪਦਾਰਥ ਬੜਾ ਸੁੱਖ ਮਾਣਦਾ। ਪਰ ਜਦੋਂ ਪੁੰਨ ਖਤਮ ਹੋ ਜਾਂਦੇ ਆ, ਫਿਰ ਉਹ ਪੁੰਨਾਂ ਦਾ ਫਲ ਵੀ ਖਤਮ ਹੋ ਜਾਂਦਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਫਿਰ ਇਹ ਜੀਵ ਪਛਤਾਤਾਪ ਕਰਦਾ, ਬਾਅਦ ਵਿੱਚ ਅੰਤ ਸਮੇਂ ਝੂਰਦਾ ਹੈ, ਪਛਤਾਉਂਦਾ। ਉਹ ਮਨਾ, ਮੈਂ ਤੇ ਜ਼ਿੰਦਗੀ ਭਰ ਮਾਇਆ ਰੂਪ ਛਾਂ ਦੇ ਵਿੱਚ ਚਿੱਤ ਨੂੰ ਲਾਗ ਕਰਕੇ ਬੈਠਾ ਰਿਹਾ ਕਿ ਸਭ ਕੁਝ ਮੈਂ ਆਪਣੇ ਨਾਲ ਹੀ ਬੰਨ੍ਹ ਕੇ ਲੈ ਜਾਣਾ। ਪਰ ਮਹਾਰਾਜ ਕਹਿੰਦੇ ਇਹ ਅਸਲ ਦੇ ਵਿੱਚ ਸੱਚ ਨਹੀਂ ਹੈ। ਸੱਚ ਤਾਂ ਇਹ ਹੈ ਕਿ ਜੋ ਕੋਈ ਸੰਸਾਰ ਦੇ ਅੰਦਰ ਨਜ਼ਰ ਆ ਰਿਹਾ ਹੈ, ਸਭ ਕੁਝ ਇੱਥੇ ਰਹਿ ਜਾਣਾ ਹੈ। ਤੇਰੇ ਕੀਤੇ ਹੋ ਕਰਮ ਚੰਗੇ ਮਾੜੇ, ਕੀਤੇ ਹੋ ਕਰਮਾਂ ਨੇ ਤੇਰੇ ਨਾਲ ਜਾਣਾ ਹੈ। ਨਾ ਕਿਸੇ ਜਾਤ ਪੁੱਛਣੀ ਹੈ ਰੱਬ ਦੇ ਦਰ ਤੇ, ਨਾ ਕੋਈ ਧਨ ਪਦਾਰਥ ਨਾਲ ਜਾਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਉਹ ਬਿਨਸੈ ਉਹ ਮਨ ਪਛਤਾਵੇ। ਬਾਅਦ ਵਿੱਚ ਜੀਵ ਪਛਤਾਤਾਪ ਕਰ ਜਾਂਦਾ ਹੈ। ਜੋ ਦੀਸੈ ਸੋ ਚਾਲਨ ਹਾਰ। ਜੋ ਕੁਝ ਵੀ ਦਿਸ ਰਿਹਾ ਹੈ ਸਭ ਕੁਝ ਚੱਲਣ ਹਾਰਾ ਹੈ, ਸਭ ਕੁਝ ਨਾਸ਼ਵਾਨ ਹੈ। ਸੰਸਾਰ ਇਹ ਚੱਲੋ ਚੱਲੀ ਦਾ ਮੇਲਾ ਹੈ। ਆਪੋ ਆਪਣੀ ਵਾਰੀ ਅਨੁਸਾਰ ਤੁਰੇ ਜਾ ਰਹੇ ਹੈ, ਕੋਈ ਅੱਜ ਜਾ ਰਿਹਾ, ਕੋਈ ਕੱਲ ਜਾ ਰਿਹਾ ਹੈ। ਇਹ ਪ੍ਰਮਾਤਮਾ ਨੇ ਚੱਲੋ ਚੱਲੀ ਦਾ ਮੇਲਾ ਬਣਾਇਆ। ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਲਪਟ ਰਹਿਓ ਤਹ ਅੰਧ ਅੰਧਾਰ। ਪਰ ਹਿਰਦੇ ਦੇ ਅਗਿਆਨ ਦੀ ਅੰਧਤਾਈ ਕਰਕੇ ਫਿਰ ਵੀ ਅਗਿਆਤ ਜੀਵ ਅੰਨਿਆਂ ਦੀ ਤਰ੍ਹਾਂ ਬਾਰ-ਬਾਰ ਇਹਦੇ ਵਿੱਚ ਹੀ ਲਪਟਿਆ ਹੈ, ਲਪਟਿਆ ਚੰਬੜਿਆ ਰਹਿੰਦਾ ਹੈ। ਲਪਟ ਰਹਿਓ ਤਹ ਅੰਧ ਅੰਧਾਰ। ਮਹਾਰਾਜ ਕਹਿੰਦੇ ਅਗਿਆਤ ਹੋਣੇ ਕਰਕੇ ਫਿਰ ਵੀ ਇਹ ਜੀਵ ਮਾਇਆ ਦੇ ਰੰਗਾਂ ਵਿੱਚ ਹਰ ਸਮੇਂ ਲਪਟਿਆ ਰਹਿੰਦਾ। ਪਤਾ ਵੀ ਹੈ ਨਾਲ ਕੁਝ ਵੀ ਨਹੀਂ ਜਾਣਾ, ਕਹਿੰਦਾ ਤੇ ਹੈ ਪਰ ਮਨ ਕਰਕੇ ਭਰੋਸਾ ਨਹੀਂ ਵੱਜਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਲ ਹੀ ਚੰਬੜਿਆ ਰਹਿੰਦਾ, ਪਦਾਰਥਾਂ ਦੇ ਵਿੱਚ ਚਿੱਤ ਕਰਕੇ ਚੰਬੜਿਆ ਰਹਿੰਦਾ ਹੈ। ਬਟਾਉ ਸਿਓ ਜੋ ਲਾਵੈ ਨੇਹ। ਹਜੂਰ ਹੋਰ ਉਪਦੇਸ਼ ਦੇ ਰਹੇ ਆ ਦੁਨਿਆਵੀ ਉਦਾਹਰਣ ਦੇ ਕਰਕੇ। ਬਟਾਉ ਸਾਧ ਸੰਗਤ ਜੀ ਰਾਹੀਗਾਰ ਨੂੰ ਕਿਹਾ ਜਾਂਦਾ ਹੈ। ਇਹ ਰਾਜਸਥਾਨ ਦੇ ਬੀਕਾਨੇਰ ਦੇ ਇਲਾਕੇ ਦੀ ਬੋਲੀ ਹੈ, ਉੱਥੇ ਬਟਾਉ ਰਾਹੀਗਾਰ ਨੂੰ ਕਿਹਾ ਜਾਂਦਾ ਹੈ। ਜਿਵੇਂ ਰਸਤੇ ਵਿੱਚ ਤੁਰਦਾ ਹੋਵੇ ਇਹਨੂੰ ਰਾਹੀਗਾਰ ਕਿਹਾ ਜਾਂਦਾ, ਰਾਹੀ ਕਹਿ ਦਿੱਤਾ ਜਾਂਦਾ। ਇਹ ਮਹਾਰਾਜ ਕਹਿੰਦੇ ਬਟਾਉ ਸਿਓ ਜੋ ਲਾਵੈ ਨੇਹ। ਨੇਹ ਕਹਿੰਦੇ ਨੇ ਪਿਆਰ ਨੂੰ। ਜੇ ਰਸਤੇ ਤੇ ਚੱਲਣ ਵਾਲੇ ਦੇ ਨਾਲ ਪਿਆਰ ਕਰਨਾ ਕਰੇ ਤਾ ਕਉ ਹਾਥ ਨਾ ਆਵੈ ਕੇਹ। ਮਹਾਰਾਜ ਕਹਿੰਦੇ ਉਹਦੇ ਹੱਥ ਵਿੱਚ ਕੁਝ ਵੀ ਆਉਣ ਵਾਲਾ ਨਹੀਂ ਹੈ, ਕਿਉਂਕਿ ਉਹ ਤਾਂ ਪੂਰਬ ਦੀ ਦਿਸ਼ਾ ਨੂੰ ਜਾ ਰਹੇ ਹੈ, ਆਪਾਂ ਪੱਛਮ ਦੀ ਦਿਸ਼ਾ ਵੱਲ ਜਾਣਾ। ਉਹਦੇ ਨਾਲ ਸਾਡਾ ਕੀ ਸਾਥ ਹੈ? ਉਹਦੇ ਨਾਲ ਕਿੰਨਾ ਕੁ ਸਾਡਾ ਪਿਆਰ, ਕਿੰਨਾ ਕੁ ਸਮਾਂ ਟਿਕ ਸਕਦਾ? 4 ਘੜੀਆਂ ਚੰਦ ਕੋ ਮਿੰਟ ਕੋ ਖਲੋਤਾ ਹੋਵੇ, 1-2 ਘੜੀ ਖਲੋ ਜਾਊਗਾ, ਕਿੰਨਾ ਕੁ ਸਮਾਂ ਟਿਕੇਗਾ? ਨਾ, ਉਹਨੇ ਚਲੇ ਜਾਣਾ। ਇਸ ਕਰਕੇ ਮਹਾਰਾਜ ਹਜੂਰ ਨੇ ਉਚਾਰਨ ਕੀਤਾ ਬਟਾਉ ਸਿਓ ਜੋ ਲਾਵੈ ਨੇਹ। ਰਾਹੀਗਾਰ ਦੇ ਨਾਲ ਜੇ ਪਿਆਰ ਲਾਉਣਾ ਕਰੇ ਤੇ ਕੀ ਹੱਥ ਆਵੇਗਾ? ਕੁਝ ਵੀ ਆਉਣ ਵਾਲਾ ਨਹੀਂ ਹੈ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਇਸ ਕਰਕੇ ਇਹ ਮੇਰੇ ਪਿਆਰੇ ਮਨਾ, ਵਾਹਿਗੁਰੂ ਦੇ ਨਾਮ ਦੇ ਨਾਲ ਜਿਹੜੀ ਪ੍ਰੀਤ ਕਰਨੀ ਹੈ ਨਾ ਮਨ ਕਰਕੇ, ਇਹ ਸੁਖਦਾਇਕ ਹੈ। ਵਾਹਿਗੁਰੂ ਦੇ ਸਿਮਰਨ ਦੇ ਨਾਲ, ਨਾਮ ਦੇ ਨਾਲ ਪਿਆਰ ਕਰਨਾ ਹੈ। ਪਿਆਰ ਦੇ ਵਿੱਚ ਭੇਜ ਕੇ ਵਾਹਿਗੁਰੂ ਨੂੰ ਪ੍ਰੀਤ ਰੂਪ ਰਸਨਾ ਦੇ ਨਾਲ ਨਾਮ ਜਪਣਾ, ਇਹ ਬੜੀ ਸੁਖਦਾਇਕ ਹੈ। ਕਿਉਂਕਿ ਜੋ ਕੁਝ ਵੀ ਹੈ ਇਹ ਰਾਹੀਗਰਾਂ ਦੀ ਤਰ੍ਹਾਂ ਤੁਰਿਆ ਜਾ ਰਿਹਾ ਹੈ, ਤੁਰਿਆ ਜਾ ਰਿਹਾ ਹੈ। ਇਹ ਸੰਸਾਰ ਦੇ ਅੰਦਰ ਹੀ ਰਹਿ ਜਾਣ ਵਾਲਾ ਹੈ।
हे मेरे ਮਨਾ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤ ਸੁਖਦਾਇਕ ਹੈ, ਇਸ ਕਰਕੇ ਨਾਮ ਦੇ ਨਾਲ ਪਿਆਰ ਕਰਿਆ ਕਰ। ਕਰ ਕਿਰਪਾ ਨਾਨਕ ਆਪ ਲਏ ਲਾਈ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਕਿਰਪਾ ਕਰੇ ਨਾ, ਜੀਵ ਦੀ ਮਨ ਦੀ ਪ੍ਰੀਤ ਆਪਣੇ ਚਰਨਾਂ ਵਿੱਚ ਲਾ ਦੇਵੇ ਤਾਂ ਲੱਗਦੀ ਹੈ। ਜੇ ਕਿਤੇ ਵਾਹਿਗੁਰੂ ਦਾ ਪਿਆਰ ਹਿਰਦੇ ਵਿੱਚ ਲੱਗ ਜਾਵੇ ਨਾ, ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ, ਮਹਾਰਾਜ ਕਹਿੰਦੇ ਫਿਰ ਸਦੀਵੀ ਕਾਲ ਦੀ ਪਰਮ ਸੁਖ ਮਿਲ ਜਾਂਦਾ ਹੈ। ਸਾਰੇ ਸੁਖ ਜੀਵ ਦੀ ਝੋਲੀ ਵਿੱਚ ਪੈ ਜਾਂਦੇ ਜੇ ਵਾਹਿਗੁਰੂ ਦੇ ਨਾਲ ਹਿਰਦੇ ਦੀ ਪ੍ਰੀਤ ਬਣ ਜਾਵੇ, ਪਰ ਤਾਂ ਬਣਦੀ ਜੇ ਵਾਹਿਗੁਰੂ ਆਪ ਕਿਰਪਾ ਕਰਕੇ ਲਾਵੇ। ਮਿਥਿਆ ਤਨ ਧਨ ਕੁਟੰਬ ਸਬਾਇਆ। ਸਤਿਗੁਰੂ ਜੀ ਆਖ ਰਹੇ ਐ ਜੀਵ, ਜੋ ਕੁਝ ਵੀ ਜੀਵਨ ਦੇ ਵਿੱਚ ਹੈ ਨਾ ਮਿਥਿਆ ਹੈ, ਨਾ ਹੋਇਆ ਵਰਗਾ ਹੈ। ਇੱਕ ਸਾਧ ਸੰਗਤ ਜੀ ਹੁੰਦਾ ਝੂਠ ਤੇ ਇੱਕ ਹੁੰਦਾ ਮਿਥਿਆ। ਝੂਠ ਤੇ ਪਤਾ ਹੈ ਝੂਠ ਹੈ, ਤੇ ਮਿਥਿਆ ਉਹ ਹੁੰਦਾ ਜਿਵੇਂ ਮ੍ਰਿਗ ਤ੍ਰਿਸ਼ਨਾ ਹੈ। ਜਿਵੇਂ ਸਾਧ ਸੰਗਤ ਜੀ ਸਿੱਪੀ ਦੇ ਵਿੱਚ ਚਾਂਦੀ ਨਜ਼ਰ ਆਉਂਦੀ ਨਾ, ਚਮਕਾ ਮਾਰਦੀ ਹੁੰਦੀ ਨਹੀਂ ਹੈ, ਪ੍ਰਤੀਤ ਹੁੰਦਾ ਕਿ ਇਹਦੇ ਵਿੱਚ ਚਾਂਦੀ ਹੈ। ਔਰ ਮ੍ਰਿਗ ਤ੍ਰਿਸ਼ਨਾ ਜਿਵੇਂ ਹਿਰਨ ਨੂੰ ਇਉਂ ਪ੍ਰਤੀਤ ਹੁੰਦਾ ਹੈ, ਮਾਰੂ ਥਲੇ ਇਲਾਕਿਆਂ ਦੇ ਵਿੱਚ ਜਦੋਂ ਪਿਆਸ ਲੱਗਦੀ ਹੈ ਨਾ, ਸੂਰਜ ਦੀਆਂ ਕਿਰਨਾਂ ਦੇ ਨਾਲ ਰੇਤਾ ਚਮਕਦੀ ਹੈ, ਇਉਂ ਪ੍ਰਤੀਤ ਹੁੰਦਾ ਹੈ ਕਿ ਉੱਥੇ ਪਾਣੀ ਭੱਜ ਕੇ ਜਾਂਦਾ, ਕਾਲੀ ਦੇ ਨਾਲ ਪਾਣੀ ਉੱਥੇ ਹੁੰਦਾ ਨਹੀਂ, ਕੇਵਲ ਪ੍ਰਤੀਤ ਹੀ ਹੁੰਦਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਉਹਨੂੰ ਕਿਹਾ ਜਾਂਦਾ ਮਿਥਿਆ। ਮਿਥਿਆ ਤਨ ਧਨ ਕੁਟੰਬ ਸਬਾਇਆ। ਹੇ ਜੀਵ ਤੇਰਾ ਆਪਣਾ ਸਰੀਰ ਵੀ ਜਿਹੜਾ ਨਾ ਹੋਇਆ ਵਰਗਾ ਹੈ, ਧਨ ਵੀ ਨਾ ਹੋਇਆ ਵਰਗਾ ਹੈ, ਫਿਰ ਪਰਿਵਾਰ ਕੁਟੰਬ ਸਾਰਾ ਪਰਿਵਾਰ ਵੀ ਸਭ ਜਿੰਨੇ ਵੀ ਸਖੇ ਸੰਬੰਧੀ ਹੈ ਇਹ ਅਣਹੋਏ, ਇਹਨਾਂ ਨੂੰ ਜਾਣਨਾ ਕਰ। ਮਿਥਿਆ ਹਉਮੈ ਮਮਤਾ ਮਾਇਆ। ਜੋ ਆਪਣੇ ਗੁਣਾਂ ਦੀ ਹਉਮੈ ਕਰਦਾ, ਸਰੀਰ ਦੀ ਹੰਗਤਾ ਜਾਂ ਪਦਾਰਥਾਂ ਦੀ ਮਮਤਾ ਕਰਦਾ ਹੈ ਨਾ, ਜਾਂ ਉੱਚੀ ਕੁਲ ਦਾ ਹੀ ਹਉਮੈ ਕਰਦਾ ਰਹਿੰਦਾ, ਬਹੁਤੇ ਧਨ ਦਾ ਹੀ ਹੰਕਾਰ ਕਰਦਾ ਰਹਿੰਦਾ, ਜਾਂ ਮਹਾਰਾਜ ਕਹਿੰਦੇ ਪਦਾਰਥਾਂ ਦੀ ਮਮਤਾ ਕਰਦਾ ਰਹਿੰਦਾ, ਇਹ ਪ੍ਰਕਾਰ ਹਜੂਰ ਕਹਿੰਦੇ ਸਭ ਕੁਝ ਮਿਥਿਆ ਨਾ ਹੋਇਆ ਵਰਗਾ ਹੀ ਹੈ, ਅਣਹੋਇਆ ਹੈ, ਸਦਾ ਵਾਸਤੇ ਰਹਿਣ ਵਾਲਾ ਨਹੀਂ ਹੈ। ਮਿਥਿਆ ਹਉਮੈ ਮਮਤਾ ਮਾਇਆ। ਰੰਗਾ ਰੰਗਾਂ ਦੀ ਭਾਵੇਂ ਜੜ ਮਾਇਆ ਹੈ, ਚਾਹੇ ਚੇਤਨ ਮਾਇਆ ਹੈ, ਇਹ ਸਭ ਅਣਹੋਏ ਹੀ ਹਨ। ਮਿਥਿਆ ਰਾਜ ਜੋਬਨ ਧਨ ਮਾਲ। ਇਹ ਜੀਵ ਜੇ ਤੈਨੂੰ ਰਾਜ ਭਾਗ ਮਿਲਿਆ ਇਹ ਵੀ ਅਣਹੋਇਆ ਹੈ, ਮਿਥਿਆ ਹੈ। ਰਾਜ ਜੋਬਨ ਜਵਾਨੀ ਦੀ ਅਵਸਥਾ ਪ੍ਰਾਪਤ ਹੋਈ ਇਹ ਵੀ ਮਿਥਿਆ ਹੈ। ਧਨ ਰੋਕੜੀ ਆਦਿਕ ਹੈ, ਮਾਲ ਹਾਥੀ ਘੋੜੇ ਆਦਿਕ ਜੋ ਕੁਝ ਵੀ ਹੈ ਨਾ ਜੀਵਨ ਦੇ ਅੰਦਰ, ਇਹ ਸਭ ਮਿਥਿਆ ਹੈ, ਨਾਸ਼ਵਾਨ ਹੈ। ਮਿਥਿਆ ਕਾਮ ਕ੍ਰੋਧ ਵਿਕਰਾਲ। ਇਹ ਜੀਵ ਜਿਹੜੇ ਮੰਦ ਕਰਮ ਕਰਨੇ ਹੈ, ਮੰਦੀ ਵਾਸ਼ਨਾ ਮਨ ਵਿੱਚ ਧਾਰਨ ਕਰਨੀ, ਇਹ ਵੀ ਮਿਥਿਆ ਹੈ, ਸਦਾ ਵਾਸਤੇ ਰਹਿਣ ਵਾਲੀ ਨਹੀਂ ਹੈ। ਫਿਰ ਕ੍ਰੋਧੀ ਹੋ ਜਾਣਾ, ਗੁੱਸੇ ਖੋਰ ਸੁਭਾਅ ਬਣਾ ਲੈਣਾ, ਕ੍ਰੋਧ ਵੀ ਨਾਸ਼ਵਾਨ ਹੈ। ਮਿਥਿਆ ਕਾਮ ਕ੍ਰੋਧ ਵਿਕਰਾਲ। ਬੜਾ ਭਿਆਨਕ ਸੁਭਾਅ ਬਣਾ ਲੈਣਾ, ਬੜਾ ਭਿਆਨਕ ਡਰਾਉਣਾ ਸਰੂਪ ਬਣਾ ਲੈਣਾ, ਇਹ ਸਭ ਮਿਥਿਆ ਨਾਸ਼ਵਾਨ ਹਨ। ਮਿਥਿਆ ਰਥ ਹਸਤੀ ਅਸਵ ਬਸਤਰਾ। ਔਰ ਇਸੇ ਤਰ੍ਹਾਂ ਹਜੂਰ ਕਹਿੰਦੇ ਭਾਵੇਂ ਜਿੰਨੇ ਮਰਜ਼ੀ ਤੇਰੇ ਕੋਲ ਰੱਥ ਹੈ, ਬੜੇ ਬੜੇ ਸੁੱਖਾਂ ਵਾਲੀਆਂ ਪਾਲਕੀਆਂ ਰੱਥ ਹੈ, ਮਿਥਿਆ ਰਥ ਹਸਤੀ, ਬੜੇ ਬੜੇ ਉੱਚੇ ਉੱਚੇ ਹਾਥੀ ਜਿਨ੍ਹਾਂ ਨੂੰ ਸ਼ਿੰਗਾਰ ਕੇ ਰੱਖਦਾ। ਫਿਰ ਮਿਥਿਆ ਰਥ ਹਸਤੀ ਅਸਵ ਬਸਤਰਾ। ਅਸਵ ਕਹਿੰਦੇ ਨੇ ਘੋੜਿਆਂ ਨੂੰ, ਤੇ ਬਸਤਰਾ ਚੰਗੇ ਚੰਗੇ ਬਿਸਤਰੇ ਵੀ ਆ, ਜਾਂ ਚੰਗੇ ਚੰਗੇ ਮਹਾਰਾਜ ਕਹਿੰਦੇ ਬਸਤਰ ਵੀ ਤਨ ਤੇ ਧਾਰਨ ਕਰਦਾ ਨਾ, ਮਖਮਲੀ ਮਹਿੰਗੇ ਮਹਿੰਗੇ ਮੁੱਲ ਦੀਆਂ ਪੋਸ਼ਾਕਾਂ ਪਾਉਣਾ, ਇਹ ਸਭ ਕੁਝ ਅਣਹੋਏ ਜਾਣਨਾ ਕਰ। ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਇਹ ਜੀਵ ਜੋ ਰੰਗਾ ਰੰਗਾਂ ਦੀ ਮਾਇਆ ਨੂੰ ਦੇਖ ਕਰਕੇ ਹੱਸਦਾ, ਹਰ ਸਮੇਂ ਰੰਗ ਪ੍ਰੇਮ ਲਾਗ ਕਰਕੇ ਰੱਖਦਾ, ਮਾਇਆ ਦੇ ਮਾਇਆ ਧਾਰੀਆਂ ਦੀ ਹਰ ਵੇਲੇ ਸੰਗਤ ਕਰਦਾ ਰਹਿੰਦਾ, ਬੜਾ ਪ੍ਰਸੰਨ ਹੁੰਦਾ ਰਹਿੰਦਾ ਹੈ, ਇਹ ਸਭ ਅਣਹੋਏ ਹੀ ਹੈ, ਨਾਸ਼ਵਾਨ ਹੈ, ਸਦਾ ਵਾਸਤੇ ਰਹਿਣ ਵਾਲੇ ਨਹੀਂ ਹਨ। ਮਿਥਿਆ ਧਰੋਹ ਮੋਹ ਅਭਿਮਾਨ। ਇਹ ਜੀਵ ਜਿਹੜਾ ਬਾਰ-ਬਾਰ ਕਦੇ ਕਿਸੇ ਨਾਲ ਧਰੋਹ ਕਰਦਾ, ਕਿਸੇ ਨਾਲ ਛਲ ਕਰਦਾ, ਕਦੇ ਕਿਸੇ ਨਾਲ ਛਲ ਕਰਦਾ, ਇਹ ਵੀ ਮਿਥਿਆ ਹੈ। ਫਿਰ ਮੋਹ ਸਰੀਰਾਂ ਦਾ ਮੋਹ ਕਰਦਾ ਰਹਿੰਦਾ ਹੈ। ਔਰ ਇਸੇ ਪ੍ਰਕਾਰ ਜਿਹੜਾ ਅਪਮਾਨ ਕਰਨਾ, ਕਿਸੇ ਦਾ ਨਿਰਾਦਰ ਕਰਨਾ, ਮਿਥਿਆ ਧਰੋਹ ਮੋਹ ਅਭਿਮਾਨ।
ਦੇਹੀ ਦਾ ਅਭਿਮਾਨ ਕਰਨਾ, ਗੁਣਾ ਦਾ ਮਾਣ ਕਰਨਾ, ਇਹ ਸਭ ਅਣਹੋਏ ਹਨ। ਮਿਥਿਆ ਆਪਸ ਉਪਰ ਕਰਤ ਗੁਮਾਨ। ਜੇ ਆਪਣੇ ਉੱਪਰ ਹੀ ਗੁਮਾਨ ਹੰਕਾਰ ਕਰੀ ਜਾਵੇ, ਉਹ ਕਿਹੜਾ ਸਦਾ ਵਾਸਤੇ ਰਹਿੰਦਾ ਹੈ? ਆਪਣੇ ਸਰੀਰ ਦਾ, ਆਪਣੇ ਬਲ ਦਾ, ਆਪਣੇ ਗੁਣਾ ਦਾ, ਗਿਆਨ ਦਾ, ਸਿਆਣਪਾ ਦਾ, ਚਤੁਰਾਈਆਂ ਦਾ, ਚਲਾਕੀਆਂ ਦਾ ਹੀ ਕਈ ਵਾਰ ਜੀਵ ਹੰਕਾਰ ਕਰਦਾ ਰਹਿੰਦਾ। ਮਹਾਰਾਜ ਕਹਿੰਦੇ ਚਲਾਕੀਆਂ ਹੀ ਬੰਦੇ ਨੂੰ ਲੈ ਡੁੱਬਦੀਆਂ, ਉਹਦਾ ਹੰਕਾਰ ਹੀ ਕਰਦਾ ਰਹਿੰਦਾ। ਪਰ ਸਤਿਗੁਰੂ ਜੀ ਕਹਿੰਦੇ ਇਹ ਵੀ ਅਣਹੋਇਆ ਹੈ, ਇਹ ਵੀ ਨਾਸ਼ਵਾਨ ਹੈ। ਅਸਥਿਰ ਭਗਤ ਸਾਧ ਕੀ ਸਰਨ। ਕੇਵਲ ਪਰਮਾਤਮਾ ਦੀ ਭਗਤੀ ਹੈ ਜੋ ਸਦੀਵੀ ਕਾਲ ਵਾਸਤੇ ਟਿਕੀ ਰਹਿਣ ਵਾਲੀ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਪਰਮੇਸ਼ਰ ਦਾ ਨਾਮ, ਵਾਹਿਗੁਰੂ ਦੀ ਭਗਤੀ ਸਦਾ ਵਾਸਤੇ ਰਹਿਣ ਵਾਲੀ ਹੈ। ਪਰ ਮਹਾਰਾਜ ਕਹਿੰਦੇ ਪ੍ਰਾਪਤ ਕਿਤੋਂ ਹੁੰਦੀ? ਸਾਧ ਕੀ ਸ਼ਰਨ, ਸਾਧ ਸੰਗਤ ਕਰਨੇ ਕਰਕੇ, ਭਲੇ ਪੁਰਸ਼ਾਂ ਦੀ ਸ਼ਰਨ ਧਾਰਨ ਕਰਕੇ ਵਾਹਿਗੁਰੂ ਦੀ ਭਗਤੀ ਦੀ ਪ੍ਰਾਪਤੀ ਹੁੰਦੀ ਹੈ। ਅਸਥਿਰ ਭਗਤ ਸਾਧ ਕੀ ਸ਼ਰਨ, ਜਾਂ ਫਿਰ ਜੋ ਭਗਤੀ ਵਿੱਚ ਟਿਕਾਓ ਬਣਾਉਣ ਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਜੀਵ ਸਾਧ ਸੰਗਤ ਕਰਿਆ ਕਰ। ਅਸਥਿਰ ਭਗਤ, ਜੇ ਭਗਤੀ ਵਿੱਚ ਟਿਕਾਓ ਪ੍ਰਾਪਤ ਕਰਨਾ ਹੈ ਨਾ, ਮਨ ਦਾ ਟਿਕਾਓ ਬਣਾਉਣਾ, ਸਾਧ ਕੀ ਸ਼ਰਨ, ਭਲੇ ਪੁਰਸ਼ਾਂ ਦੀ, ਇਕਾਗਰਤਾ ਵਾਲਿਆਂ ਦੀ ਸੰਗਤ ਕਰਿਆ ਕਰ। ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਜੋ ਵਾਹਿਗੁਰੂ ਦੇ ਨਾਮ ਦੇ ਪਿਆਸੇ ਹੈ ਨਾ, ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦੀ ਪਿਆਸ ਹੈ, ਉਹ ਵਾਹਿਗੁਰੂ ਦਾ ਨਾਮ ਜਪ ਜਪ ਕਰਕੇ ਜੀਵਤ ਭਾਵ ਵਿੱਚ ਰਹਿੰਦੇ ਹਨ। ਮਹਾਰਾਜ ਆਪ ਜੀ ਦਾ ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ, ਆਖਾਂ ਜੀਵਾ ਵਿਸਰੈ ਮਰ ਜਾਓ। ਮਿਥਿਆ ਸਵਰਨ ਪਰ ਨਿੰਦਾ ਸੁਨਹਿ। ਸਵਰਨ ਨਹੀਂ, ਫੇਰ ਪੜੋ। ਮਿਥਿਆ ਸਵਰਨ ਪਰ ਨਿੰਦਾ ਸੁਨਹਿ। ਮਿਥਿਆ ਸ਼ਰਵਨ ਪਰ ਨਿੰਦਾ ਸੁਨਹਿ। ਸਵਰਨ ਨਹੀਂ, ਸ਼ਰਵਨ ਪਾਠ ਕਰਨਾ ਹੈ। ਸ਼ਰਵਨ ਕੰਨ ਹੁੰਦੇ ਆ ਤੇ ਸਵਰਨ ਸੋਨੇ ਨੂੰ ਕਿਹਾ ਜਾਂਦਾ ਹੈ, ਕੰਚਨ ਨੂੰ ਸਵਰਨ ਕਿਹਾ ਜਾਂਦਾ ਹੈ। ਇਸ ਕਰਕੇ ਅਰਥ ਦਾ ਅਨਰਥ ਹੋ ਜਾਂਦਾ ਹੈ। ਮਿਥਿਆ ਸ਼ਰਵਨ ਪਰ ਨਿੰਦਾ ਸੁਨਹਿ। ਮਹਾਰਾਜ ਕਹਿੰਦੇ ਜਿਹੜੇ ਪਰਾਈ ਨਿੰਦਿਆ ਸੁਣਦੇ ਵੀ ਜਿਹੜੇ ਸ਼ਰਵਨ ਕੰਨ ਲੱਗੇ ਰਹਿੰਦੇ ਆ ਨਾ, ਇਹ ਵੀ ਮਿਥਿਆ ਅਣਹੋਏ ਹਨ, ਇਹ ਵੀ ਨਾਸ਼ਵਾਨ ਹੈ। ਹਰ ਸਮੇਂ ਰਸ ਲੈਂਦੇ ਆ ਪਰਾਈ ਨਿੰਦਿਆ ਸੁਣਨੇ ਦਾ। ਮਿਥਿਆ ਹਾਸਤ ਪਰ ਦਰਬ ਕਉ ਹਿਰਹਿ। ਇਹ ਵੀ ਹੱਥ ਵੀ ਮਹਾਰਾਜ ਕਹਿੰਦੇ ਮਿਥਿਆ ਨਾ ਹੋਇਆਂ ਵਰਗੇ ਅਣਹੋਏ ਹੀ ਹੈ, ਅਕਾਰਤ ਹੀ ਹਨ, ਅਸਫਲ ਹੀ ਹਨ, ਜਿਹੜੇ ਪਰਾਈ ਧਨ ਨੂੰ ਚੁਰਾਉਣ ਦੇ ਵਿੱਚ ਲੱਗੇ ਰਹਿੰਦੇ ਹਨ। ਮਿਥਿਆ ਹਸਤ ਪਰ ਦਰਬ ਕੋ ਹਿਰਹਿ। ਹਿਰਹਿ ਕਹਿੰਦੇ ਨੇ ਚੁਰਾਉਣ ਨੂੰ, ਚੋਰੀ ਕਰਨੇ ਨੂੰ। ਜਿਨ੍ਹਾਂ ਹੱਥਾਂ ਦੇ ਨਾਲ ਪਰਾਇਆ ਧਨ ਚੋਰੀ ਕੀਤਾ ਜਾਂਦਾ, ਮਹਾਰਾਜ ਕਹਿੰਦੇ ਉਹ ਵੀ ਅਸਫਲ ਹੀ ਹੈ, ਉਹ ਵੀ ਅਕਾਰਤ ਹੀ ਅਣਹੋਏ ਜਾਣਨਾ ਕਰੋ। ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ। ਫਿਰ ਮਹਾਰਾਜ ਕਹਿੰਦੇ ਨੇਤਰ ਉਹ ਜਿਹੜੀ ਅੱਖਾਂ ਹੈ ਨਾ, ਜਿਨ੍ਹਾਂ ਦੇ ਨਾਲ ਪਰਾਏ ਰੂਪਾਂ ਨੂੰ ਤੱਕਿਆ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਮਿਥਿਆ ਅਣਹੋਏ ਹੀ ਹੈ, ਅਕਾਰਤ ਹੀ ਹੈ, ਕਦੇ ਸਕਾਰਤ ਨਹੀਂ ਹੋ ਸਕਦੇ। ਨੇਤਰ ਉਹ ਸਫਲੇ ਹੈ ਜੋ ਮਹਾਰਾਜ ਸਾਹਿਬ ਜੀ ਦੇ ਦੀਦਾਰ ਕਰਦੇ ਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇਤਰਾਂ ਦੇ ਨਾਲ ਪਰਾਏ ਰੂਪਾਂ ਨੂੰ ਹਰ ਸਮੇਂ ਤੱਕਣ ਵਿੱਚ ਲੱਗਾ ਰਹਿੰਦਾ, ਗਰੀਬ ਨਵਾਜ ਮਹਾਰਾਜ ਕਹਿੰਦੇ ਉਹ ਕਦੇ ਸਫਲੇ ਨਹੀਂ ਹੋ ਸਕਦੇ, ਅਣਹੋਏ ਜਾਣਨਾ ਕਰ। ਮਿਥਿਆ ਰਸਨਾ ਭੋਜਨ ਅਨੁਸਵਾਦ। ਇੱਕ ਵਾਹਿਗੁਰੂ ਦੇ ਨਾਮ ਰਸ ਚਖਣ ਤੋਂ ਬਿਨਾ ਜਿਹੜੀ ਰਸਨਾ ਹੋਰ ਹੀ ਦੁਨੀਆ ਦੇ ਪਦਾਰਥਾਂ ਨੂੰ ਚਖਣ ਦੇ ਵਿੱਚ ਲੱਗੀ ਰਹਿੰਦੀ ਹੈ, ਦੁਨੀਆ ਦੇ ਸਵਾਦਿਸ਼ਟ ਪਦਾਰਥਾਂ ਨੂੰ ਖਾਣ ਦੇ ਵਿੱਚ ਹੀ ਲੱਗੀ ਰਹਿੰਦੀ ਹੈ। ਮਹਾਰਾਜ ਕਹਿੰਦੇ ਉਹ ਰਸਨਾ ਵੀ ਅਕਾਰਤ ਹੈ, ਉਹ ਰਸਨਾ ਵੀ ਅਣਹੋਈ ਹੈ, ਸਦਾ ਵਾਸਤੇ ਰਹਿਣ ਵਾਲੀ ਨਹੀਂ ਹੈ। ਮਿਥਿਆ ਚਾਰਨ ਪਰ ਵਿਕਾਰ ਕਉ ਧਾਵਹਿ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਐ ਗੁਰਸਿੱਖੋ, ਜਿਨ੍ਹਾਂ ਪੈਰਾਂ ਦੇ ਨਾਲ ਵਿਕਾਰਾਂ ਨੂੰ ਭੋਗਣ ਦੇ ਵਿੱਚ ਧਾ ਕੇ ਭੱਜ ਕਰਕੇ ਚੱਲ ਕੇ ਜਾਇਆ ਜਾਂਦਾ ਹੈ ਨਾ, ਉਹ ਪੈਰ ਵੀ ਮਹਾਰਾਜ ਕਹਿੰਦੇ ਸਫਲੇ ਨਹੀਂ ਹੋ ਸਕਦੇ, ਮਿਥਿਆ ਹਨ, ਅਣਹੋਏ ਹੈ, ਅਕਾਰਤ ਹੀ ਹਨ। ਮਿਥਿਆ ਮਨ ਪਰ ਲੋਭ ਲੁਭਾਵਹਿ। ਮਿਥਿਆ ਮਨ ਪਰ ਲੋਭ ਲੁਭਾਵਹਿ। ਮਨ ਤੇ ਵਿਸਰਾਮ ਹੈ। ਮਹਾਰਾਜ ਕਹਿੰਦੇ ਉਹ ਜਿਹੜਾ ਮਨ ਹੈ ਨਾ, ਉਹ ਵੀ ਸਫਲਾ ਨਹੀਂ ਹੋਣ ਵਾਲਾ। ਮਿਥਿਆ ਮਨ ਪਰ ਲੋਭ ਲੁਭਾਵਹਿ। ਪਰਾਇਆਂ ਦੇ
ਜੋ ਲੋਭ ਦੇ ਅਧੀਨ ਹੋ ਕਰਕੇ ਪਰਾਇਆ ਧਨ ਦੇ ਉੱਪਰ ਲੋਭੀ ਹੋ ਜਾਵੇ, ਪਰਾਏ ਪਦਾਰਥ ਦੇਖ ਕਰਕੇ ਪਦਾਰਥਾਂ ਤੇ ਲੋਭੀ ਹੋ ਜਾਵੇ, ਵਸਤੂਆਂ ਤੇ ਧਨ ਤੇ ਲੋਭੀ ਹੋ ਜਾਵੇ, ਮਹਾਰਾਜ ਕਹਿੰਦੇ ਮਨ ਵੀ ਜਿਹੜਾ ਇਹ ਵੀ ਅਕਾਰਤ ਹੀ ਅਣਹੋਇਆ ਹੀ ਜਾਣਨਾ ਕਰੋ। ਮਿਥਿਆ ਤਨ ਨਹੀਂ ਪਰਉਪਕਾਰਾ। ਮਿਥਿਆ ਤਨ ਨਹੀਂ ਪਰ ਉਪਕਾਰਾ। ਤਨ ਤੇ ਵਿਸਰਾਮ ਹੈ। ਮਹਾਰਾਜ ਕਹਿੰਦੇ ਇਹ ਜਿਹੜਾ ਤਨ ਸਰੀਰ ਹੈ ਨਾ, ਇਹ ਵੀ ਨਾ ਹੋਇਆ ਵਰਗਾ ਹੀ ਹੈ। ਇਹਨੂੰ ਸਦਾ ਵਾਸਤੇ ਨਾ ਜਾਣਨਾ ਕਰ ਕਿ ਮੇਰਾ ਸਰੀਰ ਹੈ। ਬੜਾ ਮਾਣ ਕਰਦਾ ਰਹਿੰਦਾ, ਹੰਕਾਰ ਕਰਦਾ ਰਹਿੰਦਾ। ਮਹਾਰਾਜ ਕਹਿੰਦੇ ਜਿਹੜੇ ਪਰਾਇਆਂ ਤੇ ਉਪਕਾਰ ਕਰਨ ਦੇ ਵਿੱਚ ਸਰੀਰ ਨਹੀਂ ਨਾ ਕੰਮ ਆਇਆ, ਉਹ ਵੀ ਜਾਣੋ ਕਿ ਅਣਹੋਇਆ ਹੈ, ਅਕਾਰਤ ਹੈ, ਕਦੇ ਸਕਾਰਤ ਨਹੀਂ ਹੋ ਸਕਦਾ, ਕਦੇ ਸਫਲ ਨਹੀਂ ਹੋ ਸਕਦਾ। ਜ਼ਿੰਦਗੀ ਵਿੱਚ ਜਿਹਨੇ ਕਦੇ ਵੀ ਕਿਸੇ ਤੇ ਕੋਈ ਉਪਕਾਰ ਨਾ ਕੀਤਾ ਹੋਵੇ, ਇਹ ਪ੍ਰਮਾਤਮਾ ਨੇ ਸਰੀਰ ਦੇ ਵਿੱਚ ਬਲ ਦਿੱਤਾ ਹੈ, ਸਮਰੱਥਾ ਕੋਲ ਹੋਵੇ ਤੇ ਕਿਸੇ ਦਾ ਭਲਾ ਨਾ ਕਰੇ, ਮਹਾਰਾਜ ਕਹਿੰਦੇ ਉਹਦਾ ਆਪਣਾ ਵੀ ਭਲਾ ਨਹੀਂ ਕਦੇ ਹੋ ਸਕਦਾ। ਜਿਵੇਂ ਸਿਆਣੇ ਆਖਦੇ ਆ ਨਾ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਜੇ ਕਿਸੇ ਦਾ ਭਲਾ ਕਰੀਏ, ਆਪਣਾ ਆਪ ਵੀ ਸੁਭਾਵਿਕ ਹੀ ਭਲਾ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ, ਮਿਥਿਆ ਤਨ ਨਹੀਂ ਪਰ ਉਪਕਾਰਾ। ਜੋ ਪਰ ਪਰਾਇਆਂ ਤੇ ਉਪਕਾਰ ਵਾਸਤੇ ਭਲੇ ਦੇ ਕੰਮ ਨਹੀਂ ਨੇ, ਜਿਹੜਾ ਸਰੀਰ ਆਉਂਦਾ ਉਹ ਵੀ ਨਾ ਹੋਇਆ ਵਰਗਾ ਜਾਣਨਾ ਕਰੋ। ਉਹ ਵੀ ਮਿਥਿਆ ਹੈ, ਉਹ ਵੀ ਅਣਹੋਇਆ ਹੈ, ਉਹ ਕਦੇ ਸਫਲ ਨਹੀਂ ਹੋ ਸਕੇਗਾ। ਮਿਥਿਆ ਬਾਸ ਲੇਤ ਵਿਕਾਰਾ। ਹਜੂਰ ਕਹਿੰਦੇ ਨਾਸਕਾ ਉਹ ਜੀਵ ਦੇ ਤਨ ਦੇ ਨਾਲ, ਸਰੀਰ ਦੇ ਨਾਲ ਲੱਗਾ ਹੋਇਆ ਜਿਹੜਾ ਨੱਕ ਹੈ ਨਾ, ਉਹ ਵੀ ਮਿਥਿਆ ਅਣਹੋਇਆ ਹੀ ਜਾਣਨਾ ਕਰੋ। ਜਿਹੜੇ ਹਰ ਸਮੇਂ ਵਿਸ਼ਿਆਂ ਵਿਕਾਰਾਂ ਨੂੰ ਭੋਗਣ ਦੀ ਵਾਸ਼ਨਾ ਲੈਂਦਾ ਰਹਿੰਦਾ ਹੈ, ਕਦੇ ਇਤਰ ਕਦੇ ਕਿਸੇ ਤਰ੍ਹਾਂ ਦੇ ਸੈਂਟ ਪਰਫਿਊਮ ਬਾਰ-ਬਾਰ ਛਿੜਕਦਾ, ਫਿਰ ਉਹਨਾਂ ਦੀ ਸੁਗੰਧੀ ਮਾਣਦਾ ਤੇ ਵਿਕਾਰਾਂ ਨੂੰ ਭੋਗਣ ਦੇ ਵਿੱਚ ਲੱਗਾ ਰਹਿੰਦਾ। ਮਹਾਰਾਜ ਕਹਿੰਦੇ ਉਹ ਮਿਥਿਆ ਨਸਵੀ ਨਾਸਕਾਂ ਵੀ ਜਾਣੋ ਕਿ ਅਕਾਰਤ ਹਨ, ਉਹ ਕਦੇ ਸਫਲ ਨਹੀਂ ਹੋ ਸਕਦੇ। ਬਿਨ ਬੂਝੇ ਮਿਥਿਆ ਸਭ ਭਏ। ਜਦੋਂ ਤੱਕ ਇਹ ਜੀਵ ਪਰਮਾਤਮਾ ਦੇ ਸਰੂਪ ਨੂੰ ਬੁੱਝਦਾ ਨਹੀਂ ਹੈ, ਉਦੋਂ ਤੱਕ ਸਭ ਕੁਝ ਇਹਦੇ ਵਾਸਤੇ ਅਣਹੋਇਆ ਹੀ ਹੈ। ਜੋ ਕੁਝ ਵੀ ਜੀਵਨ ਦੇ ਵਿੱਚ ਪ੍ਰਾਪਤ ਹੋਇਆ, ਸਭ ਕੁਝ ਨਾਸ਼ਵਾਨ ਹੈ। ਸਫਲ ਦੇਹ ਨਾਨਕ ਹਰ ਹਰ ਨਾਮ ਲਏ। ਤੇ ਮਹਾਰਾਜ ਜੀ ਦੇਹੀ ਨੂੰ ਸਫਲ ਐਵੇਂ ਕੀਤਾ ਜਾ ਸਕਦਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਤਾਂ ਸਫਲੀ ਹੋ ਸਕਦੀ ਹੈ ਜੇ ਹਰ ਇੱਕ ਜੀਵ ਵਿੱਚ ਵਰਤਣ ਵਾਲੇ ਹਰੀ ਪ੍ਰਮਾਤਮਾ ਦਾ ਨਾਮ ਲੈਣਾ ਕਰੇ। ਜਿਵੇਂ ਮਹਾਰਾਜ ਦਾ ਫਰਮਾਨ ਆਉਂਦਾ ਨਾ, ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਓ ਚਿਤ ਲਾਇਆ। ਮਹਾਰਾਜ ਕਹਿੰਦੇ ਉਹ ਸਰੀਰ ਵੀ ਪ੍ਰਵਾਨ ਹੋ ਜਾਂਦਾ, ਸਫਲਾ ਹੋ ਜਾਂਦਾ ਹੈ, ਜਿਸ ਕਰਕੇ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ। ਜੇ ਸਰੀਰ ਦੇ ਕਰਕੇ ਪ੍ਰਮਾਤਮਾ ਦੀ ਬੰਦਗੀ ਕੀਤੀ ਜਾਂਦੀ ਹੈ। ਬਿਰਥੀ ਸਾਖਤ ਕੀ ਆਰਜਾ। ਹਜੂਰ ਕਹਿੰਦੇ ਜਿਹੜਾ ਸਾਖਤ ਭਾਮਰ ਜੀਵ ਹੈ ਨਾ, ਮਹਾਰਾਜ ਜੀ ਤੋਂ ਬੇਮੁਖ ਹੋ ਕਰਕੇ ਰਹਿੰਦਾ ਹੈ, ਕਦੇ ਵੀ ਰੱਬ ਦਾ ਨਾਮ ਨਹੀਂ ਜਪਦਾ, ਕਦੇ ਪ੍ਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦਾ, ਉਹਦੀ ਆਰਜਾ ਜਿੰਨੀ ਮਰਜ਼ੀ ਲੰਬੀ ਉਮਰ ਹੋਵੇ, ਜਿੰਨੀ ਮਰਜ਼ੀ ਵੱਡੀ ਉਹਦੀ ਆਰਜਾ ਹੋਵੇ, ਸਾਰੀ ਵਿਅਰਥ ਹੈ। ਪਰਮੇਸ਼ਰ ਦੇ ਭਜਨ ਕੀਤੇ ਤੋਂ ਬਿਨਾਂ ਸਾਰੀ ਅਕਾਰਤ ਹੈ। ਸਾਚ ਬਿਨਾ ਕਹਿ ਹੋਵਤ ਸੂਚਾ। ਸੱਚੇ ਨਾਮ ਤੋਂ ਬਿਨਾਂ ਉਹ ਜੀਵ ਹਿਰਦੇ ਕਰਕੇ ਕਿੱਥੇ ਜਾ ਕੇ ਸੁੱਚਾ ਹੋਵੇਗਾ? ਕਿਵੇਂ ਮਹਾਰਾਜ ਕਹਿੰਦੇ ਪਵਿੱਤਰ ਹੋਵੇਗਾ? ਕਦੇ ਨਹੀਂ ਹੋ ਸਕਦਾ। ਭਾਵੇਂ ਤੀਰਥਾਂ ਤੇ ਇਸ਼ਨਾਨ ਕਰ ਕਰਕੇ ਵੀ ਦੇਖ ਲਵੇ, ਜੇ ਭਜਨ ਨਹੀਂ ਕਰਦਾ ਫਿਰ ਮਹਾਰਾਜ ਕਹਿੰਦੇ ਇਸ਼ਨਾਨ ਕਰਨੇ ਦਾ ਹੰਕਾਰ ਹੀ ਕਰਦਾ ਰਹਿੰਦਾ ਤੇ ਕੀਤੇ ਹੋਏ ਚੰਗੇ ਕਰਮਾਂ ਦਾ ਫਲ ਵੀ ਮੁਕਾ ਲੈਂਦਾ ਹੈ। ਬਿਰਥਾ ਨਾਮ ਬਿਨਾ ਤਨ ਅੰਧ। ਹਜੂਰ ਕਹਿੰਦੇ ਵਾਹਿਗੁਰੂ ਦੇ ਨਾਮ ਜਪਣ ਤੋਂ ਬਿਨਾ ਇਹ ਅੰਨਾ ਅਗਿਆਨੀ ਜੀਵ ਹੈ। ਬਿਰਥਾ ਨਾਮ ਬਿਨਾ ਤਨ ਅੰਧ, ਇਹ ਵਿਅਰਥ ਹੈ, ਕੋਈ ਲੇਖੇ ਵਿੱਚ ਨਹੀਂ ਪੈਣ ਵਾਲਾ। ਜਿਵੇਂ ਜ਼ੀਰੋ ਦਾ ਕੋਈ ਮੁੱਲ ਨਹੀਂ ਨਾ ਪੈਂਦਾ, ਇਵੇਂ ਮਹਾਰਾਜ ਕਹਿੰਦੇ ਉਹ ਬੰਦੇ ਦੀ ਜ਼ਿੰਦਗੀ ਜਿਹੜੀ ਜ਼ੀਰੋ ਹੈ ਪ੍ਰਮਾਤਮਾ ਦੀਆਂ ਨਜ਼ਰਾਂ ਵਿੱਚ। ਸੰਸਾਰ ਦੇ ਲੋਕ ਭਾਵੇਂ ਬੜਾ ਆਖਣ ਕਿ ਬਹੁਤ ਵੱਡਾ ਇਹ ਮਿਹਨਤੀ ਬੰਦਾ ਹੈ, ਬੜੇ ਕੰਮ ਧੰਦੇ ਕਰਦਾ, ਪਰ ਵਾਹਿਗੁਰੂ ਦੇ ਭਜਨ ਕੀਤੇ ਤੋਂ ਬਿਨਾਂ ਮਹਾਰਾਜ ਕਹਿੰਦੇ ਉਹ ਜ਼ੀਰੋ ਹੈ, ਕਿਸੇ ਲੇਖੇ ਵਿੱਚ ਨਹੀਂ, ਅਕਾਰਤ ਹੈ। ਮੁਖ ਆਵਤ ਤਾ ਕਾ ਦੁਰਗੰਧ। ਉਸ ਬੰਦੇ ਦੇ ਮੁਖ ਦੇ ਵਿੱਚੋਂ ਹਉਮੈ ਦੀ, ਹੰਕਾਰ ਦੀ, ਗੰਦਗੀ ਦੀ ਮਹਾਰਾਜ ਕਹਿੰਦੇ ਦੁਰਗੰਧੀ ਆਉਂਦੀ ਰਹਿੰਦੀ, ਐਸੀ ਗੰਦੀ ਦੁਰਗੰਧੀ ਆਉਂਦੀ ਹੈ।
ਹਰ ਸਮੇਂ ਹੰਕਾਰ ਦੇ ਬੋਲ ਬੋਲਦਾ ਜੀ, ਮੈਂ ਇੰਨੀਆਂ ਮੱਲਾਂ ਮਾਰੀਆਂ, ਮੈਂ ਜ਼ਿੰਦਗੀ ਵਿੱਚ ਇੰਨੀ ਕਮਾਈ ਕੀਤੀ, ਮੈਂ ਇੰਨੇ ਧਨ ਪਦਾਰਥ ਇਕੱਠੇ ਕੀਤੇ, ਮੈਂ ਇੰਨੀਆਂ ਜ਼ਮੀਨਾਂ ਜਾਇਦਾਦਾਂ ਬਣਾਈਆਂ ਨੇ। ਉਹ ਮੈਂ ਹੀ ਮਹਾਰਾਜ ਕਹਿੰਦੇ ਉਹ ਬਦਬੂ ਆਉਂਦੀ ਰਹਿੰਦੀ ਉਹਦੇ ਮੁਖ ਦੇ ਵਿੱਚੋਂ। ਮੁਖ ਆਵਤ ਤਾਂ ਕਿ ਦੁਰਗੰਧ। ਤੇ ਜਿਹੜਾ ਬੰਦਾ ਬਹੁਤ ਵੱਡਾ ਹੰਕਾਰੀ ਹੋਵੇ, ਵਿਕਾਰੀ ਵੀ ਸਿਰੇ ਦਾ ਉਹੋ ਹੀ ਹੁੰਦਾ ਹੈ। ਇਸ ਕਰਕੇ ਮਹਾਰਾਜ ਹਜੂਰ ਕਹਿੰਦੇ ਵਿਕਾਰਾਂ ਦੀਆਂ ਗੱਲਾਂ ਦੀ ਉਹਦੇ ਕੋਲੋਂ ਹਰ ਸਮੇਂ ਬਦਬੂ ਆਉਂਦੀ ਰਹਿੰਦੀ ਹੈ। ਜੇ ਕਦੇ ਨਾਮ ਜਪਿਆ ਹੋਵੇ ਤਾਂ ਹੀ ਨਾਮ ਦੀ ਗੱਲ ਕਰੇ, ਤਾਂ ਹੀ ਮਹਾਰਾਜ ਕਹਿੰਦੇ ਉਹਦੇ ਕੋਲੋਂ ਭਗਤੀ ਦੀ ਸੁਗੰਧੀ ਆਵੇ। ਤੇ ਜੇ ਜਿੱਦਾਂ ਦੇ ਕੰਮ ਕਰਨੇ ਉਦਾਂ ਦੀ ਉਹਦੇ ਕੋਲੋਂ ਬਦਬੂ ਆਉਂਦੀ ਹੈ। ਜੇਕਰ ਸਾਧ ਸੰਗਤ ਜੀ ਗੰਦਗੀ ਵਿੱਚ ਲੇਟ ਕੇ ਕੋਈ ਬੰਦਾ ਸਾਡੇ ਕੋਲ ਆ ਜਾਵੇ, ਉਹਦੇ ਕੋਲ ਇਤਰ ਦੀ ਜਾਂ ਚੰਦਨ ਦੀ ਸਮੈਲ ਖੁਸ਼ਬੂ ਥੋੜਾ ਆਵੇਗੀ, ਗੰਦਗੀ ਦੀ ਆਵੇਗੀ। ਇਸ ਪ੍ਰਕਾਰ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਭਗਤੀ ਰੂਪ ਇਹ ਸੁਗੰਧੀ ਨੂੰ ਧਾਰਨ ਕੀਤਾ ਨਾ, ਰੱਬ ਦਾ ਨਾਮ ਜਪਿਆ, ਅਕਾਲ ਪੁਰਖ ਵਾਹਿਗੁਰੂ ਦਾ ਜਾਪ ਕੀਤਾ ਹੈ, ਤਿਨਾਂ ਕੋਲ ਭਗਤੀ ਦੀ ਸੁਗੰਧੀ ਆਉਂਦੀ ਹੈ। ਉਹਨਾਂ ਦਾ ਜੀਵਨ ਹੀ ਸਾਧ ਸੰਗਤ ਜੀ ਇੱਕ ਭਗਤੀ ਦੀ ਸੁਗੰਧੀ ਦੀ ਤਰ੍ਹਾਂ ਹੁੰਦਾ ਹੈ। ਦੇਖਣ ਵਾਲੇ ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਭਗਤੀ ਦਾ ਸੁਗੰਧ ਦਾ ਆਨੰਦ ਮਾਣ ਲੈਂਦੇ ਆ। ਐਸਾ ਉਹਨਾਂ ਗੁਰਮੁਖਾਂ ਦਾ ਉੱਚਾ ਸੁੱਚਾ ਜੀਵਨ ਹੁੰਦਾ ਹੈ। ਪਰ ਜੋ ਰੱਬ ਦਾ ਨਾਮ ਨਹੀਂ ਜਪਦਾ, ਮੁਖ ਆਵਤ ਤਾਕੈ ਦੁਰਗੰਧ, ਉਹਦੇ ਮੂੰਹ ਦੇ ਵਿੱਚੋਂ ਵਿਕਾਰਾਂ ਦੀ ਗੰਦਗੀ ਦੀ ਹਰ ਸਮੇਂ ਬਦਬੂ ਆਉਂਦੀ ਹੈ। ਬਿਨ ਸਿਮਰਨ ਦਿਨ ਰੈਣ ਬਿਰਥਾ ਬਿਹਾਏ। ਮਹਾਰਾਜ ਕਹਿੰਦੇ ਹਨ ਕਿ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਿਨਾ ਰਾਤ ਦਿਨ ਬਿਰਥਾ ਬਿਹਾਏ। ਜਿਹੜੀ ਬਿਹਾਏ ਆਰਜਾ ਨਾ ਜ਼ਿੰਦਗੀ ਹੈ ਅਕਾਰਤ ਹੀ ਬਤੀਤ ਹੁੰਦੀ ਜਾ ਰਹੀ ਹੈ। ਮੇਘ ਬਿਨਾ ਜੋ ਖੇਤੀ ਜਾਏ। ਮਹਾਰਾਜ ਕਿਵੇਂ ਬਤੀਤ ਹੁੰਦੀ ਜਾਂਦੀ ਹੈ? ਕਹਿੰਦੇ ਹਨ ਕਿ ਜਿਵੇਂ ਮੇਘ ਬੱਦਲ ਵਰਸਣ ਤੋਂ ਬਿਨਾ, ਪਾਣੀ ਤੋਂ ਬਿਨਾ ਖੇਤੀ ਸੜ ਸੁੱਕ ਜਾਂਦੀ ਹੈ। ਇਸੇ ਤਰ੍ਹਾਂ ਜਿਸ ਜੀਵ ਨੇ ਪ੍ਰਮਾਤਮਾ ਦਾ ਸਿਮਰਨ ਨਹੀਂ ਕੀਤਾ, ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਦਾ ਪਾਤਰ ਨਹੀਂ ਬਣਿਆ, ਘਨ ਗਰਜਿਤ ਗੋਬਿੰਦ ਰੂਪ, ਸਤਿਗੁਰੂ ਜੀ ਬਦਦ ਰੂਪ ਹੋ ਕਰਕੇ ਵਰਖਾ ਕਰਦੇ ਹੈ। ਪਰ ਮਹਾਰਾਜ ਕਹਿੰਦੇ ਜਿਹੜਾ ਜੀਵ ਆਪ ਹੀ ਲੁਕਦਾ ਫਿਰੇ, ਛੱਤ ਥੱਲੇ ਜਾ ਕੇ ਓਹਲੇ ਹੋ ਕਰਕੇ ਲੁਕ ਜਾਵੇ, ਮਹਾਰਾਜ ਸੱਚੇ ਪਾਤਸ਼ਾਹੀ ਦੇ ਉਪਦੇਸ਼ ਰੂਪੀ ਵਰਖਾ ਦਾ ਧਾਰਨੀ ਨਾ ਬਣੇ, ਤੇ ਮਹਾਰਾਜ ਕਹਿੰਦੇ ਉਹਦੇ ਹਿਰਦੇ ਅੰਦਰ ਸ਼ੁਭ ਗੁਣਾ ਰੂਪੀ ਖੇਤੀ ਸੜ ਸੁੱਕ ਜਾਂਦੀ ਹੈ। ਇਸ ਕਰਕੇ ਮੇਘ ਬਿਨਾ ਜਿਉ ਖੇਤੀ ਜਾਏ। ਇਹੋ ਮਨੁੱਖ ਦੀ ਜ਼ਿੰਦਗੀ ਅਕਾਰਤ ਚਲੀ ਜਾਂਦੀ ਹੈ, ਜੀਵਨ ਦੀ ਸਫਲਤਾ ਨਹੀਂ ਬਣ ਸਕਦੀ ਜੇ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਨਹੀਂ ਜੀਵਨ ਦੇ ਵਿੱਚ ਧਾਰਨ ਕਰਦਾ, ਜੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਹੈ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ। ਬਿਰਥੇ ਨਹੀਂ, ਬਿਰਥੇ ਪਾਠ ਹੈ, ਚਰਨਾਂ ਵਿੱਚ ਰਾਰਾ ਹੈ, ਬਿਰਥੇ ਪਾਠ ਕਰਨਾ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਇਹ ਜੀਵ ਜਿੰਨੇ ਵੀ ਤੇਰੀ ਜ਼ਿੰਦਗੀ ਦੇ ਕੰਮ ਧੰਦੇ ਹਨ ਸਾਰੇ ਵਿਅਰਥ ਹਨ, ਕਿਸੇ ਲੇਖੇ ਵਿੱਚ ਪੈਣ ਵਾਲੇ ਨਹੀਂ ਹਨ। ਜੋ ਕਿਰਪਨ ਕੇ ਨਿਰਾਰਥ ਦਾਮ। ਉਹ ਏਦਾਂ ਹੈ ਜਿਵੇਂ ਕਿਸੇ ਸੂਮ ਦਾ ਧਨ ਹੋਵੇ, ਉਹਨੂੰ ਸਾਂਭ ਕਰਕੇ ਰੱਖਦਾ ਰਹਿੰਦਾ ਹੈ, ਜ਼ਿੰਦਗੀ ਭਰ ਰੱਖਦਾ ਰਹਿੰਦਾ ਹੈ, ਕਦੇ ਕਿਸੇ ਥਾਂ ਤੇ ਕਦੇ ਕਿਸੇ ਥਾਂ ਤੇ ਸਾਂਭ ਕੇ ਰੱਖਦਾ ਰਹਿੰਦਾ ਹੈ। ਪਰ ਜਦੋਂ ਮਰ ਜਾਂਦਾ ਉਹ ਫਿਰ ਮਹਾਰਾਜ ਕਹਿੰਦੇ ਕਿਸੇ ਲੇਖੇ ਵਿੱਚ ਨਹੀਂ ਪੈਂਦਾ, ਹੋਰ ਕੋਈ ਸਾਂਭ ਲੈਂਦਾ। ਤੇ ਫਿਰ ਇਦਾਂ ਝੂਰਦਾ ਹੀ ਸੰਸਾਰ ਤੋਂ ਚਲਿਆ ਜਾਂਦਾ। ਜੋ ਕੁਝ ਧਨ ਪਦਾਰਥ ਇਕੱਠੇ ਕੀਤੇ ਹੁੰਦੇ ਉਹਨਾਂ ਦਾ ਸੁੱਖ ਥੋੜਾ ਮਾਣ ਲੈਂਦਾ, ਤੇ ਜਾਂ ਫਿਰ ਕਿਹੜਾ ਕੋਈ ਨਾਲ ਲੈ ਜਾਂਦਾ, ਸਭ ਕੁਝ ਇੱਥੇ ਰਹਿ ਜਾਂਦਾ। ਇਸ ਪ੍ਰਕਾਰ ਜਿਵੇਂ ਮਹਾਰਾਜ ਜੀ ਦਾ ਬਚਨ ਵੀ ਆਉਂਦਾ ਹੈ ਨਾ ਕੋ ਲੈ ਆਇਓ ਇਹ ਧਨ, ਨਾ ਕੋ ਸਾਥ ਲੈ ਜਾਇਓ ਸਾਥ। ਕਹਿੰਦੇ ਨਾ ਤਾਂ ਕੋਈ ਨਾਲ ਲੈ ਕੇ ਆਇਆ ਸੀ ਤੇ ਨਾ ਹੀ ਸੰਸਾਰ ਦੇ ਵਿੱਚੋਂ ਕੋਈ ਸਾਥ ਲੈ ਕੇ ਜਾਵੇਗਾ। ਰਾਵਣ ਹੋ ਤੇ ਅਧਿਕ ਛਤਰਪਤ। ਮਹਾਰਾਜ ਕਹਿੰਦੇ ਰਾਵਣ ਤੋਂ ਵੱਡਾ ਕਿਹੜਾ ਕੋਈ ਛਤਰਪਤੀ ਹੋ ਸਕਦਾ? ਉਹ ਵੀ ਤਾਂ ਸਭ ਕੁਝ ਇੱਥੇ ਛੱਡ ਗਿਆ ਨਾ ਬਿਨਾਂ ਦੇਰੀ ਤੋਂ। ਸੋਨਾ ਗੱਡ ਲੰਕਾ ਕਾ ਭਈਆ, ਮੂਰਖ ਰਾਵਣ ਕਿਆ ਲੈ ਗਿਆ। ਲੰਕਾ ਗੱਡ ਸੋਨੇ ਕਾ ਭਈਆ। ਮਹਾਰਾਜ ਕਹਿੰਦੇ ਸੋਨੇ ਦੀ ਲੰਕਾ ਸੀ ਸਾਰੀ, ਤੇ ਸਭ ਕੁਝ ਇੱਥੇ ਰਹਿ ਗਿਆ, ਸਭ ਕੁਝ ਇੱਥੇ ਛੱਡ ਕਰਕੇ ਚਲਾ ਗਿਆ। ਨਾਂਗੇ ਆਵਨ ਨਾਂਗੇ ਜਾਣਾ, ਕੋਈ ਨਾ ਰਹਿ ਹੈ ਰਾਜਾ ਰਾਣਾ। ਜਿਵੇਂ ਆਇਆ ਸੀ ਉਵੇਂ ਹੀ ਸੰਸਾਰ ਤੋਂ ਚਲੇ ਜਾਣਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਜਿਉ ਕਿਰਪਨ ਕੇ ਨਿਰਾਰਥ ਧਾਮ। ਜਾਣੋ ਕਿ ਜਿਵੇਂ ਸੂਮ ਦਾ ਧਾਨੇ ਹੈ ਨਾ, ਦਾਮ ਦਮੜੇ ਹੈ,
ਇਦਾਂ ਮਨੁੱਖ ਦੀ ਜ਼ਿੰਦਗੀ ਹੈ ਵਾਹਿਗੁਰੂ ਦੇ ਭਜਨ ਕੀਤੇ ਤੋਂ ਬਿਨਾਂ। ਜਿੰਨੇ ਵੀ ਕੰਮ ਕਰਦਾ ਸਾਰੇ ਮਹਾਰਾਜ ਕਹਿੰਦੇ ਕਿਸੇ ਵੀ ਲੇਖੇ ਵਿੱਚ ਪੈਣ ਵਾਲੇ ਨਹੀਂ ਪਰਮੇਸ਼ਰ ਦੇ ਭਜਨ ਕੀਤੇ ਤੋਂ ਬਿਨਾਂ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਣ ਵੀ ਤਾਂ ਸੂਮ ਦੇ ਧਨ ਪੈਸਿਆਂ ਦੀ ਤਰ੍ਹਾਂ ਉਹਦੀ ਜ਼ਿੰਦਗੀ ਹੈ। ਜਿਵੇਂ ਸਾਧ ਸੰਗਤ ਜੀ ਕੋਈ ਸੂਮ ਸੀਗਾ, ਜਦੋਂ ਮੌਰ ਦਾ ਸਮਾਂ ਆਇਆ ਤੇ ਜੰਮ ਗਲ ਵਿੱਚ ਫਾਹਾ ਪਾਉਣ ਲੱਗੇ, ਉਹਨਾਂ ਦੇ ਨਾਲ ਵੀ ਡੀਲ ਕਰਨ ਲੱਗ ਪਿਆ ਤੇ ਕਹਿੰਦਾ ਕਿ ਇਹ ਜੰਮ ਜੀ ਤੁਸੀਂ ਇਦਾਂ ਕਰੋ, ਤੀਜਾ ਹਿੱਸਾ ਜਿਹੜਾ ਨਾ ਤੁਸੀਂ ਮੇਰੇ ਕੋਲੋਂ ਲੈ ਲਵੋ, ਪੈਸਿਆਂ ਦਾ ਜਿੰਨਾ ਮੈਂ ਧਨ ਜਿੰਨੇ ਦਮੜੇ ਇਕੱਠੇ ਕਰਕੇ ਰੱਖੇ ਤੇ ਮੈਨੂੰ ਛੱਡ ਦੇਵੋ, ਕੋਈ ਸਮਾਂ ਹੋਰ ਜ਼ਿੰਦਗੀ ਜਿਉ ਲੈਣ ਤੋਂ ਹੋਰ ਮੈਂ ਦਮੜੇ ਇਕੱਠੇ ਕਰ ਲਵਾਂਗਾ। ਕਹਿੰਦੇ ਵਿਚਾਰ ਕੀਤੀ, ਕਹਿੰਦੇ ਨਾ ਨਾ ਇਦਾਂ ਦੇ ਫਿਰ ਧਨ ਵਾਲੇ ਕੋਈ ਸੰਸਾਰ ਤੋਂ ਜਾਊਗਾ ਹੀ ਨਹੀਂ, ਸਾਰੇ ਇੱਥੇ ਰਹਿਣਗੇ, ਅਸੀਂ ਫਿਰ ਕਿਹਨੂੰ ਮਾਰ ਕੇ ਲੈ ਕੇ ਜਾਵਾਂਗੇ। ਤੇ ਸਾਧ ਸੰਗਤ ਫਿਰ ਮੰਨੇ ਨਾ, ਕਹਿੰਦੇ ਨਹੀਂ ਨਹੀਂ ਤੂੰ ਚੱਲ। ਜਦੋਂ ਗਲ ਵਿੱਚ ਫਾਹਾ ਪਾਉਣ ਲੱਗੇ ਕਹਿੰਦੇ ਅੱਧਾ ਹਿੱਸਾ ਲੈ ਲਓ, ਨਾ ਜੀ ਨਾ, ਨਹੀਂ ਮੰਨੇ। ਫਿਰ ਕਹਿੰਦੇ ਚੱਲ ਸਾਰਾ ਹੀ ਲੈ ਲਓ, ਮੈਂ ਘਾਹ ਖੋਦ ਕੇ ਗੁਜ਼ਾਰਾ ਕਰ ਲਓ, ਮੈਨੂੰ ਜਿਉਂਦਾ ਰਹਿਣ ਦਿਓ ਬਸ। ਤੇ ਉਹ ਕਹਿੰਦੇ ਨਹੀਂ ਤੈਨੂੰ ਲੈ ਕੇ ਜਾਣਾ, ਤੈਨੂੰ ਛੱਡਣਾ ਹੀ ਨਹੀਂ, ਤੈਨੂੰ ਭਾਵੇਂ ਜੋ ਕੁਝ ਮਰਜ਼ੀ ਸਾਨੂੰ ਲਾਲਚ ਦੇ ਹੀ ਜਾ। ਇਸ ਪ੍ਰਕਾਰ ਸਾਧ ਸੰਗਤ ਜੀ ਉਹ ਜਿਹੜਾ ਧਨ ਸੀ ਨਾ ਫਿਰ ਕਿਸੇ ਵੀ ਕੰਮ ਨਹੀਂ ਆਵਣਾ ਕੀਤਾ, ਭਾਵੇਂ ਜਿੰਨੇ ਮਰਜ਼ੀ ਕੋਈ ਯਤਨ ਕਰ ਕਰਕੇ ਦੇਖ ਲਵੇ। ਮਹਾਰਾਜ ਕਹਿੰਦੇ ਜੋ ਕਿਰਪਨ ਕੇ ਨਿਰਾਰਥ ਧਾਮ, ਜਿਵੇਂ ਸੋਮ ਦਾ ਧਨ ਹੈ ਨਾ ਅੰਧ ਸਮੇਂ ਕਿਸੇ ਕੰਮ ਨਹੀਂ ਆਉਂਦਾ, ਇਵੇਂ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਬ੍ਰਿਥੇ ਸਭ ਕਾਮ, ਸਾਰੇ ਕਾਰਜ ਅਕਾਰਤ ਹਨ। ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ। ਮਹਾਰਾਜ ਕਹਿੰਦੇ ਉਹ ਜੀਵ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਧਨਤਾ ਜੋਗ ਹੈ, ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ ਹੈ। ਨਾਨਕ ਤਾਕੈ ਬਲ ਬਲ ਜਾਓ। ਮਹਾਰਾਜ ਕਹਿੰਦੇ ਇਸ ਕਰਕੇ ਉਹਨਾਂ ਤੋਂ ਅਸੀਂ ਬਲ ਹਾਰ ਕਰਕੇ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ। ਇਸ ਲਈ ਗੁਰਸਿੱਖੋ ਤਿਨਾਂ ਤੋਂ ਸਾਨੂੰ ਬਲਿਹਾਰ ਜਾਣਾ ਚਾਹੀਦਾ ਹੈ, ਕੁਰਬਾਨ ਜਾਣਾ ਚਾਹੀਦਾ ਹੈ। ਰਹਿਤ ਆਵਰ ਕਛ ਆਵਰ ਕਮਾਵਤ। ਜਿਹੜਾ ਜੀਵ ਜੀਵਨ ਦੇ ਵਿੱਚ ਰਹਿਣੀ ਕੁਝ ਹੋਰ ਕਰਦਾ ਤੇ ਮੁਖ ਤੋਂ ਕੁਝ ਹੋਰ ਬੋਲ ਕਰਕੇ ਦੱਸਦਾ ਹੈ, ਮੁਖ ਤੋਂ ਤਾਂ ਬੜੀਆਂ ਗਿਆਨ ਦੀਆਂ ਗੱਲਾਂ ਕਰ ਕਰਕੇ ਸੁਣਾਉਂਦਾ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੜਾ ਬਗਲੇਵਤ ਸਮਾਧੀ ਲਾ ਲਾ ਕਰਕੇ ਦੱਖਦਾ, ਜਾਂ ਬੜੇ ਮਹਿੰਗੇ ਮੁੱਲ ਵਾਲੇ ਸ਼ਾਨਦਾਰ ਚਮਕੀਲੇ ਚਮਕਾ ਮਾਰਦੇ ਹੋ ਕੱਪੜੇ ਪੋਸ਼ਾਕਾਂ ਪਾ ਕੇ ਗੁਰੂ ਬਣਨ ਦਾ ਦਾਵਾ ਕਰਦਾ, ਬੜਾ ਕੁਝ ਬਣ ਕਰਕੇ ਦਿਖਾਵੰਦਾ ਹੈ। ਇਹ ਮਹਾਰਾਜ ਫਰਮਾਉਂਦੇ ਹਨ, ਮਨ ਨਹੀਂ ਪ੍ਰੀਤ ਮੁਖ ਹੋ ਗੰਢ ਲਾਵਤ। ਮਨ ਦਾ ਪਿਆਰ ਪਰਮੇਸ਼ਰ ਦੇ ਨਾਮ ਦੇ ਨਾਲ ਲੱਗਾ ਨਹੀਂ ਤੇ ਮੁਖ ਤੋਂ ਬੜੀਆਂ ਗੰਢ ਪ੍ਰੀਤ ਦੀਆਂ ਬੜੀਆਂ ਪਿਆਰ ਦੀਆਂ ਗੱਲਾਂ ਕਰ ਕਰਕੇ ਸੁਣਾਉਂਦਾ। ਆਹਾ ਕਿ ਮੇਰਾ ਪਿਆਰ ਮਹਾਰਾਜ ਦੇ ਚਰਨਾਂ ਦੇ ਨਾਲ ਲੱਗਾ, ਮੇਰੇ ਵਰਗਾ ਕੌਣ ਹੈ ਪ੍ਰੀਤਵਾਨ, ਮੇਰੇ ਵਰਗਾ ਪ੍ਰੇਮੀ ਕੌਣ ਹੈ, ਕੋਈ ਨਹੀਂ ਸੰਸਾਰ ਦੇ ਅੰਦਰ। ਬੜੀਆਂ ਇਦਾਂ ਦੀਆਂ ਗੱਲਾਂ ਕਰ ਕਰਕੇ ਸੁਣਾਉਂਦਾ ਹੈ। ਜੇ ਮੈਂ ਤਾਂ ਪਿਆਰ ਦੇ ਵਿੱਚ ਹੀ ਭਿੱਜ ਜਾਂਦਾ, ਮੇਰਾ ਤੇ ਮਨ ਹਰ ਸਮੇਂ ਪ੍ਰੇਮ ਰੂਪ ਜਲ ਦੇ ਵਿੱਚ ਹੀ ਭਿੱਜਾ ਰਹਿੰਦਾ ਹੈ। ਇਹ ਮਹਾਰਾਜ ਕਹਿੰਦੇ ਮੁਖ ਤੋਂ ਬੜੀਆਂ ਪਿਆਰ ਦੀਆਂ ਗੱਲਾਂ ਕਰ ਕਰਕੇ ਸੁਣਾਉਂਦਾ ਹੈ। ਜਾਣਨ ਹਾਰ ਪ੍ਰਭੂ ਪਰਬੀਨ। ਪਰ ਇਹ ਮਨੁੱਖ ਨੂੰ ਬੇਸਮਝ ਹੋਣੇ ਕਰਕੇ, ਅਗਿਆਤ ਹੋਣੇ ਕਰਕੇ ਮਹਾਰਾਜ ਕਹਿੰਦੇ ਇਹ ਜਿਹੜਾ ਜੀਵ ਹੈ ਨਾ ਪਰਮਾਤਮਾ ਨੂੰ ਜਾਣਦਾ ਨਹੀਂ ਕਿ ਉਹ ਪਰਬੀਨ ਚਤੁਰ ਹੈ, ਉਹ ਅੰਤਰਜਾਮੀ ਹੈ। ਜਾਣਨਹਾਰ ਪ੍ਰਭੂ ਪਰਬੀਨ, ਉਹ ਪਰਮਾਤਮਾ ਜਾਣਨਹਾਰ ਹੈ, ਅੰਤਰਜਾਮੀ ਹੈ, ਹਰ ਇੱਕ ਦੀ ਹਰਕਤ ਨੂੰ ਪਹਿਚਾਣਦਾ, ਭਲੇ ਦੀ ਬੁਰੇ ਦੀ ਪੀੜਾ ਨੂੰ ਪਹਿਚਾਣਦਾ ਤੇ ਫਿਰ ਸੰਸਾਰ ਨੂੰ ਧੋਖਾ ਦੇ ਸਕਦਾ, ਰੱਬ ਨੂੰ ਥੋੜਾ ਕੋਈ ਦੇ ਸਕਦਾ ਹੈ। ਜਾਣਨਹਾਰ ਪ੍ਰਭੂ ਪਰਬੀਨ, ਪਰਬੀਨ ਕਹਿੰਦੇ ਨੇ ਚਤੁਰ ਨੂੰ, ਬੜਾ ਚਤੁਰ ਹੈ ਪਰਮਾਤਮਾ। ਜਿੰਨੇ ਮਰਜ਼ੀ ਤੂੰ ਭਾਵੇਂ ਲੋਕਾਂ ਨੂੰ ਗੁੰਮਰਾਹ ਕਰ ਲੈ ਪਰ ਰੱਬ ਨੂੰ ਗੁੰਮਰਾਹ ਨਹੀਂ ਕਰ ਸਕੇਗਾ, ਪਰਮਾਤਮਾ ਦੀ ਅੱਖੀਂ ਘਾਟਾ ਨਹੀਂ ਪਾ ਸਕੇਗਾ, ਕਿਉਂਕਿ ਉਹ ਅੰਤਰਜਾਮੀ ਹੈ। ਬਾਹਰ ਭੇਖ ਨਾ ਕਾਹੂ ਪੀਨ। ਉਹ ਬਾਹਰ ਦੇ ਵਿਖਾਵੇ ਦੇ ਭੇਖਾਂ ਤੇ ਕਦੇ ਵੀ ਭੇਜਦਾ ਨਹੀਂ, ਕਦੇ ਵੀ ਪਰਮਾਤਮਾ ਪਸੀਜਦਾ ਨਹੀਂ ਹੈ। ਬਾਹਰ ਦਾ ਤਨ ਦਾ ਭੇਖ ਦੇ ਕਰਕੇ ਉਹ ਪਰਮਾਤਮਾ ਕਦੇ ਵੀ ਪ੍ਰਸੰਨ ਨਹੀਂ ਹੋਣ ਵਾਲਾ। ਜਿਵੇਂ ਸਾਧ ਸੰਗਤ ਜੀ ਕੋਈ ਗਰੀਬੜਾ ਕੰਗਾਲ ਰਾਜੇ ਵਾਲੀ ਪੋਸ਼ਾਕ ਪਾ ਕੇ ਉਹ ਰਾਜਾ ਥੋੜਾ ਬਣ ਸਕਦਾ ਹੈ, ਝੂਠੇ ਦੀ ਪਾਈ ਹੋਈ ਹੈ। ਗਧੇ ਤੇ ਸ਼ੇਰ ਦੀ ਖਲ ਪਾ ਦਈਏ, ਸ਼ੇਰ ਥੋੜਾ ਬਣ ਜਾਊਗਾ। ਇਹ ਮਹਾਰਾਜ ਕਹਿੰਦੇ ਜਿਹੜਾ ਭੇਖ ਧਾਰੀ ਭੇਖੀ ਪਖੰਡੀ ਹੈ ਨਾ, ਉਹ ਕਦੇ ਬੰਦਗੀ ਕਰਨ ਵਾਲਾ ਮਹਾਂਪੁਰਖ ਨਹੀਂ ਬਣ ਸਕਦਾ।
ਇਹ ਮਹਾਰਾਜ ਕਹਿੰਦੇ ਜਿਹੜਾ ਵਿਖਾਵੇ ਦਾ ਹੀ ਪ੍ਰੇਮ ਜਤਾਉਂਦਾ ਰਹਿੰਦਾ ਉਹ ਸੱਚਾ ਪ੍ਰੇਮੀ ਨਹੀਂ ਬਣ ਸਕਦਾ। ਪਰਮਾਤਮਾ ਹਰ ਇੱਕ ਦੇ ਅੰਦਰ ਦੇ ਜਾਣਦਾ ਹੈ। ਆਵਰ ਉਪਦੇਸੈ ਆਪ ਨਾ ਕਰੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ। ਮਹਾਰਾਜ ਕਹਿੰਦੇ ਹਨ ਕਿ ਜਿਹੜਾ ਹੋਰਨਾਂ ਨੂੰ ਉਪਦੇਸ਼ ਦਿੰਦਾ ਰਹਿੰਦਾ ਹੈ ਕਿ ਐਵੇਂ ਸਿਮਰਨ ਕਰਿਆ ਕਰੋ, ਐਵੇਂ ਬੰਦਗੀ ਕਰਿਆ ਕਰੋ, ਇੰਨਾ ਸਮਾਂ ਨਾਮ ਜਪਣਾ ਚਾਹੀਦਾ, ਇੰਨਾ ਸਮਾਂ ਅਡੋਲ ਚੌਂਕੜਾ ਲਾ ਕੇ ਬੈਠਣਾ ਚਾਹੀਦਾ। ਆਪ ਭਾਵੇਂ ਮੇਰੇ ਵਰਗੇ ਨੇ ਕਦੇ ਨਿਤਨੇਮ ਵੀ ਨਾ ਕੀਤਾ ਹੋਵੇ ਤੇ ਦੂਜਿਆਂ ਨੂੰ ਉਪਦੇਸ਼ ਦੇਈ ਜਾਣਾ, ਭਲਿਆ ਇਦਾਂ ਕਰਨਾ ਚਾਹੀਦਾ। ਬੜੀਆਂ ਬੜੀਆਂ ਜੁਗਤੀਆਂ ਬਣਾ ਕਰਕੇ ਦੱਸਦਾ ਹੈ ਮਹਾਰਾਜ ਸੱਚੇ ਪਾਤਸ਼ਾਹ। ਕਹਿੰਦੇ ਅਵਰ ਉਪਦੇਸੈ ਆਪ ਨਾ ਕਰੈ। ਆਪ ਉਹ ਜੀਵਨ ਦੇ ਵਿੱਚ ਕਮਾਈ ਨਾ ਕਰਦਾ ਹੋਵੇ ਤੇ ਦੂਜਿਆਂ ਨੂੰ ਬੜਾ ਉਪਦੇਸ਼ ਦੇਣਾ ਕਰੇ, ਬਾਰ-ਬਾਰ ਦੂਜਿਆਂ ਨੂੰ ਸਮਝਾਉਂਦਾ ਹੈ, ਬਾਰ-ਬਾਰ ਸਿੱਖਿਆ ਦਿੰਦਾ ਹੈ ਕਿ ਜ਼ਿੰਦਗੀ ਨੂੰ ਸਫਲ ਕਰਨ ਵਾਸਤੇ ਐਵੇਂ ਕਰਨਾ ਚਾਹੀਦਾ ਹੈ, ਸੇਵਾ ਕਰਨੀ ਚਾਹੀਦੀ, ਸਿਮਰਨ ਕਰਨਾ ਚਾਹੀਦਾ, ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ। ਮਹਾਰਾਜ ਜੀ ਦਾ ਬਚਨ ਹੈ, ਹੁਕਮ ਹੈ। ਤੇ ਪਰ ਆਪ ਕਦੇ ਅੰਮ੍ਰਿਤ ਵੇਲੇ ਭਾਵੇਂ ਉੱਠਿਆ ਨਾ ਹੋਵੇ, ਨਾ ਕਦੇ ਸਮੇਂ ਸਿਰ ਨਿਤਨੇਮ ਕੀਤਾ ਹੋਵੇ, ਨਾ ਕਦੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਹੋਣ। ਇਸ ਪ੍ਰਕਾਰ ਹਜੂਰ ਕਹਿੰਦੇ ਉਹ ਜੀਵ ਆਪ ਨੇ ਜੀਵਨ ਵਿੱਚ ਕਮਾਈ ਕਰਦਾ। ਆਵਤ ਜਾਵਤ ਜਨਮੈ ਮਰੈ। ਤੇ ਉਹਦੀ ਹਾਲਤ ਫਿਰ ਕਿੱਦਾਂ ਦੀ ਹੁੰਦੀ ਹੈ? ਸਤਿਗੁਰੂ ਜੀ ਆਖ ਰਹੇ ਆ ਉਹ ਸੰਸਾਰ ਦੇ ਵਿੱਚ ਆਉਂਦਾ ਜਾਂਦਾ ਹੈ, ਜਨਮਦਾ ਮਰਦਾ ਰਹਿੰਦਾ ਹੈ, ਬਾਰ-ਬਾਰ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਦਾ ਹੈ, ਜਨਮ ਧਾਰਨ ਕਰਦਾ ਹੈ, ਫਿਰ ਮੌਤ ਦਾ ਮਾਰਿਆ ਹੋਇਆ ਮਰ ਜਾਂਦਾ ਹੈ। ਇਦਾਂ ਦੀ ਮਹਾਰਾਜ ਕਹਿੰਦੇ ਉਹ ਜੀਵ ਦੀ ਹਾਲਤ ਹੈ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਮਹਾਰਾਜ ਦੱਸ ਰਹੇ ਹੈ ਸੰਸਾਰ ਦੇ ਜੀਵਾਂ ਦੀ ਹਾਲਤ, ਜੋ ਆਪ ਦੀ ਕਮਾਈ ਕਰਦੇ। ਮਹਾਰਾਜ ਕਹਿੰਦੇ ਭਾਵੇਂ ਕਿੰਨਾ ਵੱਡਾ ਮਰਜੀ, ਜਿੰਨਾ ਮਰਜੀ ਵੱਡਾ ਕੋਈ ਵਿਦਵਾਨ ਬਣ ਜਾਵੇ, ਕੋਈ ਪੰਡਿਤ ਅਖਾਉਂਦਾ ਹੋਵੇ ਕਿ ਮੈਂ ਸਿਰੇ ਦਾ ਵਿਦਵਾਨ ਹਾਂ, ਮੇਰੇ ਵਰਗਾ ਕੋਈ ਵੀ ਵਿਦਵਤਾ ਵਾਲਾ ਸੰਸਾਰ ਵਿੱਚ ਨਹੀਂ ਹੈ, ਪਰ ਜੇ ਦੂਜਿਆਂ ਨੂੰ ਉਪਦੇਸ਼ ਦੇਈ ਜਾਵੇ, ਆਪ ਨਾ ਕਮਾਈ ਕਰੇ, ਫਿਰ ਆਵਤ ਜਾਵਤ ਜਨਮੈ ਮਰੈ। ਮਹਾਰਾਜ ਕਹਿੰਦੇ ਉਹ ਸੰਸਾਰ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ, ਜਨਮਦਾ ਮਰਦਾ ਰਹਿੰਦਾ ਹੈ। ਇਦਾਂ ਉਹਦੀ ਜੀਵ ਦੀ ਹਾਲਤ ਬਣੀ ਰਹਿੰਦੀ ਹੈ। ਸਾਧ ਸੰਗਤ ਜੀ, ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਖਾਂ ਨੂੰ ਭਾਈ ਰਤਨ ਸਿੰਘ ਜੀ ਨੇ ਦਮਦਮਾ ਸਾਹਿਬ ਜਥੇਦਾਰ ਸਿੰਘ ਜੀ ਉਹਨੇ ਬੇਨਤੀ ਕਰਕੇ ਪੁੱਛਿਆ, ਥੋੜਾ ਮਖੌਲ ਦੇ ਸੁਭਾਅ ਦੇ ਨਾਲ ਪੁੱਛਿਆ ਸੀ, ਕਿਉਂਕਿ ਮਹਾਂਪੁਰਖਾਂ ਨੇ ਜੀਵਨ ਭਰ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਇਆ। ਜਿੱਥੇ ਵੀ ਪ੍ਰਚਾਰ ਕਰਨ ਵਾਸਤੇ ਜਾਣਾ, ਜਥੇ ਦੇ ਨਾਲ ਸਾਰੇ ਸਿੰਘ ਮਹਾਂਪੁਰਖਾਂ ਦੇ ਨਾਲ ਹੋਇਆ ਕਰਦੇ, ਨਾਲ ਪ੍ਰਚਾਰ ਕਰਨਾ, ਨਾਲ ਸਿੰਘਾਂ ਨੂੰ ਗੁਰਬਾਣੀ ਦੀ ਸੰਥਿਆ ਪੜ੍ਹਾਉਣੀ, ਕਥਾ ਸਿਖਾਉਣੀ, ਇਉਂ ਵਿਦਿਆ ਦੇ ਗੁਣ, ਬ੍ਰਹਮ ਵਿਦਿਆ ਦੇ ਗੁਣ ਸਿਖਾਇਆ ਕਰਦੇ। ਇਹ ਮਹਾਂਪੁਰਖਾਂ ਦਾ ਬੜਾ ਉੱਚਾ ਸੁੱਚਾ ਜੀਵਨ ਸੀ। ਤੇ ਭਾਈ ਰਤਨ ਸਿੰਘ ਜੀ ਨੇ ਦਮਦਮਾ ਸਾਹਿਬ ਸਿੰਘਾਂ ਦਾ ਜਥਾ ਸੀ, ਉਸ ਨੇ ਬੇਨਤੀ ਕੀਤੀ ਥੋੜਾ ਮਜ਼ਾਕ ਦੇ ਸੁਭਾਅ ਦੇ ਨਾਲ, ਕਹਿੰਦੇ ਜੀ ਮਹਾਂਪੁਰਖੋ, ਜਿਹੜਾ ਕਿਸੇ ਨੂੰ ਪ੍ਰੇਰਿਤ ਕਰਕੇ ਗੁਰੂ ਚਰਨਾਂ ਦੇ ਨਾਲ ਜੋੜਨਾ, ਕਿਸੇ ਨੂੰ ਉਪਦੇਸ਼ ਦੇਣਾ, ਉਹ ਕੋਈ ਉਪਕਾਰ ਨਹੀਂ ਹੈ ਕਿ ਉਹ ਭਲਾ ਕੰਮ ਨਹੀਂ ਹੈ? ਮਹਾਂਪੁਰਖੋ ਜਵਾਬ ਦੇਵੋ। ਤੇ ਮਹਾਂਪੁਰਖਾਂ ਨੇ ਹੱਸ ਕੇ ਕਹਿਣ ਲੱਗੇ, ਭਲਿਆ ਸਤਿਗੁਰੂ ਬਾਬਾ ਜੀ ਦਾ ਇਹ ਬਚਨ ਆਉਂਦਾ ਹੈ ਗੁਰਬਾਣੀ ਅੰਦਰ ਕਿ ਜਿਵੇਂ ਕੋਈ ਜਿਹੜਾ ਪ੍ਰਸ਼ਾਦਾ ਛਕਾਉਣ ਵਾਲਾ ਕੋਈ ਲਾਂਗਰੀ ਹੋਵੇ, ਚਾਹੇ ਸੇਵਾਦਾਰ ਹੋਵੇ, ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕਰਕੇ ਰੱਖੇ ਹੋਣ, ਜੇਕਰ ਉਹ ਭੋਜਨ ਬੈਠੇ ਹੋ ਪੰਗਤ ਦੇ ਵਿੱਚ ਸੰਗਤ ਨੂੰ ਛਕਾਉਂਦਾ, ਬਹੁਤ ਸਾਰੇ ਲੋਕਾਂ ਨੂੰ ਛਕਾਈ ਜਾਂਦਾ, ਬਣਾਉਣ ਵਾਲੇ ਨੇ ਵੀ ਦੇਖਿਆ, ਛਕਾਉਣ ਵਾਲੇ ਨੇ ਵੀ ਉਹ ਪ੍ਰਕਾਰ ਕਈ ਪ੍ਰਕਾਰ ਦੇ ਭੋਜਨਾਂ ਨੂੰ ਦੇਖਿਆ, ਪਰ ਸਵਾਦ ਉਹ ਜਾਣੇਗਾ, ਮਨ ਕਰਕੇ ਤ੍ਰਿਪਤੀ ਉਹਦੀ ਹੋਵੇਗੀ, ਰੱਜੇਗਾ ਉਹ ਹੀ ਜਿਹਨੇ ਉਹਨਾਂ ਪਦਾਰਥਾਂ ਨੂੰ ਛਕਿਆ ਹੈ। ਇਸ ਪ੍ਰਕਾਰ ਇਸੇ ਤਰ੍ਹਾਂ ਕਹਿੰਦੇ ਹਨ, ਪੇਖੇ ਵਿੰਜਨ ਪਰੋਸਨ ਹਾਰੈ। ਕਹਿੰਦੇ ਕਿ ਜਿਨ੍ਹਾਂ ਨੇ ਦੇਖਣਾ ਕੀਤਾ ਕਿ ਬੜੇ ਬੜੇ ਸਵਾਦਿਸ਼ਟ ਵਿੰਜਨ, ਰਸਦਾਇਕ ਪਦਾਰਥ ਤਿਆਰ ਕਰਕੇ ਰੱਖਣਾ ਕੀਤੇ ਹੈ, ਪਰ ਸ਼ੱਕ ਕਰਕੇ ਹੀ ਮਹਾਰਾਜ ਕਹਿੰਦੇ ਤ੍ਰਿਪਤੀ ਹੋਣ ਵਾਲੀ ਹੈ। ਜਿਸ ਨੇ ਜੀਵਨ ਦੇ ਵਿੱਚ ਆਪ ਕਮਾਈ ਨਹੀਂ ਕਰਨਾ ਕੀਤੀ, ਉਹ ਜਾਣੋ ਕਿ ਕਦੇ ਮੁਕਤ ਨਹੀਂ ਹੋ ਸਕੇਗਾ। ਭਲਾ ਕੰਮ ਤਾਂ ਠੀਕ ਹੈ, ਉਪਕਾਰ ਵਾਲਾ ਕੰਮ ਹੈ ਉਪਦੇਸ਼ ਦੇਣਾ ਦੂਜਿਆਂ ਨੂੰ, ਪਰ ਜੇ ਉਹ ਵਾਹਿਗੁਰੂ ਦੇ ਆਪ ਬੰਦਗੀ ਕਰਨ ਨੂੰ ਛਕੇਗਾ ਹੀ ਨਾ, ਤੇ ਉਹਦੀ ਕਿਵੇਂ ਫਿਰ ਮਹਾਰਾਜ ਕਹਿੰਦੇ ਮੁਕਤੀ ਹੋਵੇਗੀ? ਮੁਕਤ ਨਹੀਂ ਹੋ ਸਕੇਗਾ। ਉਹ ਤਾਂ ਇਵੇਂ ਹੈ,
ਕਬੀਰ ਅਵਰਹ ਕਉ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਰਾਸ ਬਿਰਾਨੀ ਰਾਖਤੇ ਖਾਇਆ ਘਰ ਕਾ ਖੇਤ। ਉਹ ਫਿਰ ਇਦਾਂ ਦੀ ਜੀਵ ਦੀ ਹਾਲਤ ਹੈ ਕਿ ਜੇ ਆਪ ਨਹੀਂ ਜੀਵਨ ਦੇ ਵਿੱਚ ਕਮਾਈ ਕਰਦਾ, ਦੂਜਿਆਂ ਨੂੰ ਕਹੀ ਜਾਵੇ ਕਿ ਮਹਾਰਾਜ ਦੀ ਬਾਣੀ ਬੜੀ ਮਿਠਾਸ ਭਰੀ ਹੈ, ਬੜੀ ਰਸਦਾਇਕ ਹੈ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਬੜਾ ਉਪਦੇਸ਼ ਦੀਆਂ ਇਹ ਬਚਨ ਸੁਣਾਵਣਾ ਕਰਦਾ, ਪਰ ਮਹਾਰਾਜ ਕਹਿੰਦੇ ਉਹਨੂੰ ਆਪ ਨੂੰ ਕੋਈ ਸਵਾਦ ਨਹੀਂ ਆਉਂਦਾ ਪਿਆ। ਮੁਖ ਮੈਂ ਪਰ ਹੈ ਰੇਤ, ਜਾਣੋ ਕਿ ਉਹਦੇ ਮੁਖ ਦੇ ਵਿੱਚ ਜਿਵੇਂ ਰੇਤਾ ਦਾ ਰਸ ਆਉਂਦਾ, ਰੇਤ ਦਾ ਕੀ ਸਵਾਦ ਹੋ ਸਕਦਾ? ਕੋਈ ਸਵਾਦ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਰਾਸ ਬਿਰਾਨੀ ਰੱਖਤੇ, ਪਰਾਇਆਂ ਦੀ ਖੇਤੀ ਨੂੰ ਬਚਾਉਣ ਦੇ ਵਾਸਤੇ ਆਪਣੀ ਸ਼ੁਭ ਗੁਣਾ ਰੂਪੀ ਖੇਤੀ ਨੂੰ ਉਜਾੜ ਦਿੰਦਾ, ਖਾ ਜਾਂਦਾ ਹੈ। ਇਦਾਂ ਦੀ ਜੀਵ ਦੀ ਜ਼ਿੰਦਗੀ ਹੈ ਜੋ ਆਪ ਨਹੀਂ ਕਮਾਈ ਕਰਦਾ। ਇਸ ਕਰਕੇ ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ ਆ, ਜੋ ਆਪ ਨਹੀਂ ਜੀਵਨ ਦੇ ਵਿੱਚ ਕਮਾਉਂਦਾ, ਆਵਤ ਜਾਵਤ ਜਨਮੈ ਮਰੈ। ਉਹ ਬਾਰ-ਬਾਰ ਆਵਾਗਮਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ, ਜਨਮਦਾ ਮਰਦਾ ਰਹਿੰਦਾ ਹੈ। ਜਿਸ ਕੈ ਅੰਤਰ ਬਸੈ ਨਿਰੰਕਾਰ, ਮਹਾਰਾਜ ਕਹਿੰਦੇ ਜਿਸ ਹਿਰਦੇ ਅੰਦਰ ਨਿਰਾਕਾਰ ਨਿਰਗੁਣ ਸਰੂਪ ਪਰਮਾਤਮਾ ਵਸ ਗਿਆ ਹੈ, ਤਿਸ ਕੀ ਸੀਖ ਤਰੈ ਸੰਸਾਰ। ਉਹਦੀ ਸਿੱਖਿਆ ਨੂੰ ਜੇ ਕੋਈ ਧਾਰਨ ਕਰ ਲਵੇ, ਸੰਸਾਰ ਦੇ ਅੰਦਰੋਂ ਜੀਵ ਤਰ ਜਾਂਦਾ ਹੈ। ਅਥਵਾ ਮਹਾਰਾਜ ਕਹਿੰਦੇ ਜਿਸ ਹਿਰਦੇ ਅੰਦਰ ਵਾਹਿਗੁਰੂ ਵਸ ਗਿਆ ਹੈ ਨਾ, ਤਿਸ ਕੀ ਸੀਖ ਤਰੈ ਸੰਸਾਰ। ਉਹਦੀ ਜਿਹੜੀ ਸੀਖ ਮਰਜ਼ਾਦਾ ਹੈ ਨਾ, ਜੀਵਨ ਹੈ, ਉਹਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਸੰਸਾਰ ਤਰ ਜਾਂਦਾ ਹੈ। ਆਪ ਤਰੇ ਤਾਰੇਨ ਸਰਿਠਾ, ਜੋ ਆਪ ਤਰੇ ਹੋਏ ਸ੍ਰਿਸ਼ਟੀ ਨੂੰ ਤਾਰਨ ਦੇ ਸਮਰੱਥ ਹੋ ਜਾਂਦੇ ਹੈ। ਜੇ ਉਹ ਚਾਹਣ ਤੇ ਸਾਰੇ ਸੰਸਾਰ ਨੂੰ ਤਾਰ ਸਕਦੇ ਹਨ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਇਹ ਪ੍ਰਮਾਤਮਾ ਜੀ ਜਿਹੜੇ ਜੀਵ ਆਪ ਜੀ ਨੂੰ ਭਾ ਗਏ ਹੈ, ਤਿਨਾਂ ਨੇ ਪ੍ਰਭੂ ਆਪ ਜੀ ਦੇ ਸਰੂਪ ਨੂੰ ਜਾਣਿਆ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਦਾ ਪਿਆਰ ਭਾ ਗਿਆ ਨਾ, ਉਹਨਾਂ ਨੇ ਵਾਹਿਗੁਰੂ ਨੂੰ ਨਿਸ਼ਚੈ ਕਰਕੇ ਜਾਣ ਲਿਆ ਹੈ। ਨਾਨਕ ਓਨ ਜਨ ਚਰਨ ਪਰਾਤਾ, ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਉਹਨਾਂ ਦੇ ਚਰਨ ਹੀ ਪੈਣਾ ਚਾਹੀਦਾ, ਨਿਮਰਤਾਵਾਨ ਹੋ ਕੇ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਨੀ ਚਾਹੀਦੀ ਹੈ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੋ, ਪ੍ਰਮਾਤਮਾ ਪਾਪਾ ਪੁੰਨਾ ਤੋਂ ਪਰੇ ਬ੍ਰਹਮ ਸਰੂਪ ਹੈ, ਉਹ ਸਭ ਕੁਝ ਜਾਣਦਾ ਹੈ। ਉਸ ਵਾਹਿਗੁਰੂ ਦੇ ਚਰਨਾਂ ਵਿੱਚ ਇੱਕ ਚਿਤ ਹੋ ਕਰਕੇ ਬੇਨਤੀ ਕਰਨਾ ਕਰੀਏ। ਆਪਣਾ ਕੀਆ ਆਪ ਹੀ ਮਾਨੈ, ਉਹ ਪ੍ਰਮਾਤਮਾ ਨੇ ਆਪ ਹੀ ਜੀਵ ਨੂੰ ਆਪਣਾ ਕੀਤਾ ਹੈ, ਤੇ ਤਾਂ ਮਹਾਰਾਜ ਕਹਿੰਦੇ ਹੋ ਪ੍ਰਮਾਤਮਾ ਨੂੰ ਆਪਣਾ ਮੰਨਦਾ ਹੈ। ਜਿਸ ਜੀਵ ਨੂੰ ਆਪਣਾ ਕੀਆ ਆਪ ਹੀ ਮਾਨੈ, ਉਹ ਫਿਰ ਨਿਸ਼ਚੈ ਕਰਕੇ ਰੱਬ ਨੂੰ ਆਪਣਾ ਮੰਨਦਾ। ਨਹੀਂ ਤੇ ਸਾਧ ਸੰਗਤ ਅਸੀਂ ਧਨ ਨੂੰ ਆਪਣਾ ਮੰਨਦੇ ਹਾਂ, ਪਰਿਵਾਰ ਨੂੰ, ਧੀਆਂ ਪੁੱਤਰਾਂ ਨੂੰ ਆਪਣੇ ਮੰਨਦੇ ਹਾਂ, ਜ਼ਮੀਨਾਂ ਜਾਇਦਾਦਾਂ ਆਪਣੀਆਂ ਮੰਨਦੇ ਹਾਂ। ਇੱਕ ਰੱਬ ਆ, ਉਹਨੂੰ ਅਸੀਂ ਆਪਣਾ ਨਹੀਂ ਮੰਨਦੇ। ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਇੱਕ ਪ੍ਰਮਾਤਮਾ ਹੈ ਜਿਹਨੂੰ ਪਰਾਇਆ ਮੰਨਦੇ ਹਾਂ। ਸਭ ਕੁਝ ਆਪਣਾ ਅਸੀਂ ਮੰਨੀ ਜਾਂਦੇ ਹਾਂ। ਪਰ ਮਹਾਰਾਜ ਕਹਿੰਦੇ ਜਿਸ ਗੁਰਸਿੱਖ ਨੇ ਵਾਹਿਗੁਰੂ ਨੂੰ ਆਪਣਾ ਮੰਨ ਲਿਆ, ਉਹਨੂੰ ਫਿਰ ਪ੍ਰਮਾਤਮਾ ਨੇ ਆਪਣਾ ਭਾਣਾ ਵੀ ਮਨਾ ਦੇਣਾ ਕੀਤਾ। ਇਸ ਪ੍ਰਕਾਰ ਇਸ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਨਾ ਕਰੀਏ, ਮਹਾਰਾਜ ਆਪਣਾ ਕੀਆ ਆਪ ਹੀ ਮਾਨੈ। ਮਹਾਰਾਜ ਆਪ ਹੀ ਕਿਰਪਾ ਕਰਕੇ ਭਾਣਾ ਮਨਾਉਣ ਵਾਲੇ ਤਾਂ ਅਸੀਂ ਮੰਨ ਸਕਦੇ ਹਾਂ। ਜੇ ਆਪ ਕਿਰਪਾ ਕਰਕੇ ਸਾਨੂੰ ਆਪਣਾ ਕਰ ਲੈਣਾ ਕਰੋ। ਆਪੇ ਆਪ ਕਰਤ ਨਿਬੇਰਾ। ਸਤਿਗੁਰੂ ਜੀ ਫਰਮਾਉਂਦੇ ਹਨ, ਪ੍ਰਮਾਤਮਾ ਆਪ ਹੀ ਜੀਵ ਨੂੰ ਪੈਦਾ ਕਰਨ ਵਾਲਾ ਹੈ, ਆਪ ਹੀ ਜੀਵ ਰੂਪ ਹੋ ਕਰਕੇ ਦੱਬੀ ਜਾਤ ਵਿੱਚ ਜੁੜਨ ਵਾਲਾ, ਬੰਦਗੀ ਕਰਨ ਵਾਲਾ ਹੈ। ਆਪ ਹੀ ਜੀਵ ਨੂੰ ਜੰਮਣ ਮਰਨ ਦਾ ਨਿਬੇੜਾ ਕਰਨ ਵਾਲਾ, ਜੰਮਣ ਮਰਨ ਤੋਂ ਰਹਿਤ ਕਰਨ ਵਾਲਾ ਹੈ। ਆਪ ਹੀ ਪ੍ਰਮਾਤਮਾ ਸੰਸਾਰ ਦੇ ਅੰਦਰ ਗੁਰੂ ਰੂਪ ਹੋ ਕਰਕੇ, ਸਰਗੁਣ ਰੂਪ ਹੋ ਕਰਕੇ ਵਰਤ ਰਿਹਾ। ਆਪ ਹੀ ਪ੍ਰਮਾਤਮਾ ਗੁਰਸਿੱਖ ਰੂਪ ਹੋ ਕਰਕੇ ਬੰਦਗੀ ਕਰਦਾ ਹੈ। ਮਹਾਰਾਜ ਕਹਿੰਦੇ ਫਿਰ ਆਪ ਹੀ ਗੁਰੂ ਰੂਪ ਹੋ ਕਰਕੇ ਜੀਵ ਦਾ 84 ਦਾ ਗੇੜਾ ਨਿਬੇੜ ਦਿੰਦਾ ਹੈ। ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੀਰਾ। ਜਿਸ ਜੀਵ ਦੇ ਮਨ ਤੇ ਭਰਮ ਰੂਪੀ ਪਰਦਾ ਪਾ ਦਿੰਦਾ, ਉਹਨੂੰ ਦੂਰ ਜਨਾਵਦਾ। ਸਾਖਤਾਂ ਨੂੰ ਰੱਬ ਹਿਰਦੇ ਵਿੱਚ ਹੁੰਦਾ ਵੀ ਮਹਾਰਾਜ ਕਹਿੰਦੇ ਦੂਰ ਲੱਗਦਾ ਹੈ। ਜਿਵੇਂ ਸਤਿਗੁਰੂ ਜੀ ਦਾ ਫਰਮਾਨ ਆਉਂਦਾ, ਤੂੰ ਹਿਰਦੈ ਗੁਪਤ ਵਸੇ ਦਿਨ ਰਾਤੀ,
ਤੇਰਾ ਭਾਉ ਨਾ ਬੁੱਝੇ ਗਵਾਰੀ। ਮਹਾਰਾਜ ਕਹਿੰਦੇ ਜਿਹੜੇ ਝੱਲੇ ਪਾਗਲ ਜੀਵ ਹੈ ਨਾ, ਪਰਮਾਤਮਾ ਆਪ ਜੀ ਦੇ ਸਰੂਪ ਨੂੰ ਜਾਣਦੇ ਨਹੀਂ ਹੈ। ਤੂੰ ਹਿਰਦੈ ਗੁਪਤ ਵਸਹਿ ਦਿਨ ਰਾਤੀ, ਰਾਤ ਦਿਨ ਲਗਾਤਾਰ ਸਭ ਦੇ ਹਿਰਦੇ ਅੰਦਰ ਗੁਪਤ ਰੂਪ ਹੋ ਕਰਕੇ ਵਸ ਰਿਹਾ। ਪਰ ਪਾਗਲ ਜਿਹੜੇ ਬੇਸਮਝ ਝੱਲੇ ਜੀਵ ਆ, ਉਹ ਜਾਣਦੇ ਨਹੀਂ ਹੈ। ਉਹ ਜੰਗਲਾਂ ਵਿੱਚ ਬਾਹਰ ਹੀ ਭਟਕਦੇ ਰਹਿੰਦੇ ਆ। ਇਸ ਕਰਕੇ ਮਹਾਰਾਜ ਕਹਿੰਦੇ ਕਿਸੈ ਦੂਰ ਜਨਾਵਤ, ਕਿਸੈ ਬੁਝਾਵਤ ਨੇਰਾ। ਤੇ ਪ੍ਰਮਾਤਮਾ ਨੇ ਜਿਨ੍ਹਾਂ ਨੂੰ ਸੋਝੀ ਬਖਸ਼ਿਸ਼ ਕੀਤੀ ਹੈ ਨਾ, ਜਿਨ੍ਹਾਂ ਤੇ ਪ੍ਰਮਾਤਮਾ ਪ੍ਰਸੰਨ ਹੋ ਗਿਆ, ਉਹਨਾਂ ਨੂੰ ਨੇੜੇ ਹੱਥਾਂ ਪੈਰਾਂ ਇੰਦਰੀਆਂ ਤੋਂ ਵੀ ਉਹਨਾਂ ਨੇ ਕਿਹਾ ਕਿ ਪ੍ਰਮਾਤਮਾ ਨੇੜੇ ਵਸਦਾ ਹੈ। ਕਹਿ ਰਵਿਦਾਸ ਹਾਥ ਪੈ ਨੇਰਾ, ਸਹਿਜੇ ਹੋਏ ਸੋ ਹੋਈ। ਉਹ ਪ੍ਰਮਾਤਮਾ ਨੂੰ ਕਦੇ ਵੀ ਦੂਰ ਨਹੀਂ ਜਾਣਦੇ। ਉਪਾਵ ਸਿਆਣਪ ਸਾਗਲ ਤੇ ਰਹਿਤ। ਹਜੂਰ ਕਹਿੰਦੇ ਮਨੁੱਖ ਆਪਣੀ ਮਤ ਦੇ ਮੁਤਾਬਕ ਜਿੰਨੇ ਵੀ ਉਪਾਵ ਯਤਨ ਕਰਦਾ ਹੈ, ਜਿੰਨੀਆਂ ਵੀ ਸਿਆਣਪਾਂ ਲਾਉਂਦਾ ਹੈ, ਉਪਾਵ ਸਿਆਣਪ ਸਗਲ ਤੇ ਰਹਿਤ। ਇਹਨਾਂ ਸਭ ਸੰਸਾਰ ਦੀਆਂ ਸਿਆਣਪਾਂ, ਚਤੁਰਾਈਆਂ, ਚਲਾਕੀਆਂ, ਬਹੁਤੇ ਯਤਨ ਕਰਨ ਦੇ ਬਾਵਜੂਦ ਵੀ ਪ੍ਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ। ਇਹਨਾਂ ਯਤਨਾਂ ਤੋਂ, ਕਰਮ ਕਾਂਡਾਂ, ਸਾਧਨਾ ਤੋਂ, ਸਿਆਣਪਾਂ ਤੋਂ ਪ੍ਰਮਾਤਮਾ ਰਹਿਤ ਹੈ। ਪਰਮੇਸ਼ਰ ਨੂੰ ਐਵੇਂ ਨਹੀਂ ਪਾਇਆ ਜਾ ਸਕਦਾ। ਸਭ ਕਛ ਜਾਣੈ ਆਤਮ ਕੀ ਰਹਿਤ। ਕਿਉਂਕਿ ਉਹ ਪ੍ਰਮਾਤਮਾ ਸਭ ਜੀਵਾਂ ਦੇ ਅੰਦਰ ਦੀ ਰਹਿਤ ਰਹਿਣੀ ਨੂੰ ਜਾਣਦਾ ਹੈ ਕਿ ਕਿਸ ਹਿਰਦੇ ਅੰਦਰ ਕਿੰਨਾ ਪਿਆਰ ਹੈ, ਅੰਦਰ ਦੀ ਭਾਵਨਾ ਕਿਹੋ ਜਿਹੀ ਹੈ। ਉਹ ਪ੍ਰਮਾਤਮਾ ਸਭ ਨੂੰ ਜਾਣਦਾ ਹੈ। ਹਰ ਇੱਕ ਦੇ ਅੰਦਰ ਦੀ ਭਲੇ ਦੀ ਬੁਰੇ ਦੀ ਪੀੜਾ ਨੂੰ ਪਹਿਚਾਨਣ ਵਾਲਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਐਸਾ ਉਹ ਪਰਮੇਸ਼ਰ ਅੰਤਰਜਾਮੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵਿਖਾਵੇ ਦੇ ਕਰਮ ਕਰਨ ਦੇ ਨਾਲ ਉਹ ਪ੍ਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ। ਜਿਸ ਭਾਵੈ ਤਿਸ ਲਏ ਲੜ ਲਾਏ। ਹਜੂਰ ਫਰਮਾਉਂਦੇ ਹੈ ਜਿਸ ਜੀਵ ਨੂੰ ਉਹ ਪਰਮੇਸ਼ਰ ਦਾ ਭਾਣਾ ਭਾ ਜਾਂਦਾ ਹੈ, ਉਹਨੂੰ ਆਪਣੇ ਲੜ ਲਗਾ ਲੈਂਦਾ ਹੈ। ਜਿਸ ਭਾਵੈ, ਜਿਸ ਦੇ ਹਿਰਦੇ ਦਾ ਪਿਆਰ, ਅੰਦਰ ਦੀ ਭਾਵਨਾ ਰੱਬ ਨੂੰ ਭਾ ਜਾਂਦੀ ਹੈ, ਉਹਨੂੰ ਆਪਣੇ ਸ਼ਰਨ ਰੂਪੀ ਨਾਮ ਰੂਪ ਪੱਲੇ ਦੇ ਨਾਲ ਲਾ ਲੈਂਦਾ ਹੈ। ਥਾਨ ਥਨਾਂਤਰ ਰਹਿਆ ਸਮਾਏ। ਉਹ ਫਿਰ ਨਿਸ਼ਚੈ ਕਰਕੇ ਜਾਣ ਲੈਂਦਾ ਕਿ ਪ੍ਰਮਾਤਮਾ ਸਭ ਥਾਵਾਂ ਥਾਵਾਂ ਤੇ, ਥਨੰਤਰ ਥਾਵਾਂ ਦੇ ਅੰਦਰ ਰਹਿਣ ਵਾਲੇ ਜੀਵਾਂ ਦੇ ਵਿੱਚ ਪਰਮੇਸ਼ਰ ਹੀ ਸਮਾਇਆ ਹੈ। ਸੋ ਸੇਵਕ ਜਿਸ ਕਿਰਪਾ ਕਰੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਅਸਲ ਉਹ ਪ੍ਰਮਾਤਮਾ ਦਾ ਸੇਵਕ ਹੈ ਜਿਸ ਤੇ ਪ੍ਰਮਾਤਮਾ ਨੇ ਪੂਰੀ ਕਿਰਪਾ ਕਰ ਦਿੱਤੀ ਹੈ। ਨਿਮਖ ਨਿਮਖ ਜਪ ਨਾਨਕ ਹਰੀ। ਹਜੂਰ ਕਹਿੰਦੇ ਹਨ ਉਹ ਨਿਮਖ ਨਿਮਖ ਮਾਤਰ ਸਮੇਂ ਵਿੱਚ ਪ੍ਰਮਾਤਮਾ ਨੂੰ ਯਾਦ ਕਰਦਾ ਹੈ, ਪਰਮੇਸ਼ਰ ਦਾ ਸਿਮਰਨ ਕਰਦਾ ਹੈ। ਇਹ ਸਭ ਤੋਂ ਵੱਡੀ ਕਿਰਪਾ ਇਹ ਹੈ, ਪਰਮਾਤਮਾ ਦਾ ਸਿਮਰਨ ਕਰਨਾ। ਹਰ ਇੱਕ ਸਵਾਸ ਦੇ ਨਾਲ, ਹਰ ਪਲਕ ਮਾਤਰ, ਪਲ ਪਲ ਦੇ ਵਿੱਚ ਰੱਬੀ ਯਾਦ ਵਿੱਚ ਜੁੜਨਾ। ਮਹਾਰਾਜ ਕਹਿੰਦੇ ਸਭ ਤੋਂ ਵੱਡੀ ਇਹ ਪਰਮੇਸ਼ਰ ਦੀ ਕਿਰਪਾ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਿਰਪਾ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ। ਸਿਮਰਨ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜ ਕਰਕੇ ਜੀਵਨ ਮੁਕਤ ਹੋ ਸਕੀਏ। ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਸੋ ਸੇਵਕ ਜਿਸ ਕਿਰਪਾ ਕਰੀ। ਨਿਮਖ ਨਿਮਖ ਜਪ ਨਾਨਕ ਹਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।